relation between electric field and potential difference बोलते हैं लोग, potential भी कह सकते हैं आप इन्हां च की relation आ। so relation between E and V ये बहुत इंपॉर्टेंट है, यानी इन्ना इंपॉर्टेंट है numerical ਦੇ एंगल ਤੋਂ भी ये बहुत इंपॉर्टेंट है, ये स्कूल एग्जाम ਲਈ भी इंपॉर्टेंट है, ये कंपटीशन ਲਈ भी इंपॉर्टेंट है। ਇਹਨੂੰ ਸਮਝੇ ਬਿਨਾ ਤਾਂ ਤੁਸੀਂ ਫਿਰ ਓਵਰਆਲ ਇਲੈਕਟ੍ਰੋਸਟੈਟਿਕ ਦੀ ਦਿਮਾਗ 'ਚ ਪਿਕਚਰ ਹੀ ਨਹੀਂ ਬਣਾ ਸਕਦੇ ਇਸ ਨੂੰ ਸਮਝੇ ਬਿਨਾ, ਕਿਉਂਕਿ ਇਲੈਕਟ੍ਰੋਸਟੈਟਿਕ ਜੋ ਤੁਹਾਨੂੰ ਹੁਣ ਤੱਕ ਸਿਖਾਇਆ ਗਿਆ ਤੁਸੀਂ ਸੋਚ ਕੇ ਦੇਖੋ ਸਾਰੇ ਜਣੇ ਕਿ ਬੇਸਿਕਲੀ ਹੁੰਦਾ ਕੀ ਆ ਵੀ ਜੇ ਕਿਸੇ ਵੀ ਪੁਆਇੰਟ ਦੀ ਗੱਲ ਕਰੀਏ ਹਰ ਪੁਆਇੰਟ ਤੇ ਬਸ ਜੇ ਮੈਂ ਕੋਈ ਵੀ ਸੋਰਸ ਚਾਰਜ ਦੀ ਗੱਲ ਕਰਾਂ ਮੰਨ ਲਓ ਆਹ ਸੋਰਸ ਲੈ ਲਓ, ਮੰਨ ਲਓ ਕੋਈ ਵੀ ਸੋਰਸ, ਜ਼ਰੂਰ ਨਹੀਂ ਕਿ ਪੁਆਇੰਟ ਚਾਰਜ ਹੋਵੇ, ਇਸ ਤਰ੍ਹਾਂ ਕੋਈ ਵੀ ਸੋਰਸ ਹੈਗਾ ਤੇ ਮੰਨ ਲਓ ਆ ਇੱਕ ਕੋਈ ਆਬਜੈਕਟ ਹੈ ਜਾਂ ਉਹਦੇ ਉੱਪਰ ਜਾਂ ਮੈਟੈਲਿਕ ਆਬਜੈਕਟ ਲੈ ਲਓ ਇਹਦੇ ਉੱਪਰ ਚਾਰਜ ਹੈ। ਹੁਣ ਇਹਦੇ ਕਰਕੇ ਤੁਹਾਨੂੰ ਪਤਾ ਹੈ ਕਿ इस पॉइंट ते कोई इलैक्ट्रिक फील्ड होएगा इस जगह ते इसे पॉइंट दे ऊपर चलो पहला दी गल करिए इत्थे भी कोई इलैक्ट्रिक फील्ड होएगा, इत्थे भी इलैक्ट्रिक फील्ड होएगा, इत्थे भी होएगा, इत्थे भी होएगा, मतलब इत्थे भी होएगा, मतलब हर जगह ते बेसिकली क्या जाए इहदे अराउंड जेड़े मर्जी पॉइंट तुसी ले लो हर जगह ते कोई ना कोई इलैक्ट्रिक फील्ड होएगा ना। यस सर गल कर रहे हैं ये इलैक्ट्रिक फील्ड होणगे हर पॉइंट ते हर पॉइंट दे ऊपर इसे पॉइंट दे ऊपर आही पॉइंट दे ऊपर आही पॉइंट दे ऊपर आही पॉइंट दे ऊपर जिवें जिवें इलैक्ट्रिक फील्ड डिफाइंड है अलग अलग वैल्यूज ने इलैक्ट्रिक फील्ड दे नाल एरो दिखाना पिया मैनूं क्योंकि वो एक वैक्टर क्वांटिटी है ते यही हर पॉइंट दे ऊपर कोई ना कोई इस दे करके पोटेंशियल भी होएगा V तो E होएगा V होएगा, इत्थे भी V होएगा, इत्थे भी V होएगा, पर आ सारे V सेम नहीं ना होंगे, इत्थे भी वखरा, इत्थे भी वखरा, इत्थे भी वखरा, इत्थे भी वखरा, इत्थे E वखरा, इत्थे E वखरा, E वखरा, सब वखरे वखरी पॉइंट ते वखरा वखरा इलैक्ट्रिक फील्ड हुंदा आ ते वखरे वखरे पॉइंट ते वखरा वखरा जिहड़ा पोटेंशियल डिफरेंस है पोटेंशियल है इलैक्ट्रिक पोटेंशियल वो डिफाइंड हुंदा आ। पहला गल नूं आ समझिए कि जे किसी भी दो जगहां ते मैं गल करांगा, मान लो इस जगह ते इस जगह ते दो पॉइंट्स ते अलग अलग पोटेंशियल डिफरेंस होएगा, इत्थे V1 होएगा V2 होएगा पोटेंशियल सॉरी अलग अलग इलैक्ट्रिक पोटेंशियल होएगा V1 ते V2 ते इस पॉइंट तो लैके इस पॉइंट तक रस्ते दे विच हर पॉइंट दे ऊपर कोई ना कोई इलैक्ट्रिक फील्ड दी वैल्यू भी होएगी तां वो इलैक्ट्रिक फील्ड दी वैल्यूज जो इहदे विच हर पॉइंट ते कुछ ना कुछ होणगियां वो इस V1 ते V2 नाल किवें रिलेटेड है आपां इस दे बारे काम करन जा रहे हां। ਅਸੀਂ इलैक्ट्रिक फील्ड ते इलैक्ट्रिक पोटेंशियल दे विच ਇਹ ਦੇਖਣ ਜਾ ਰਹੇ ਹਾਂ ਕਿ ਕੀ ਉਹਨਾਂ 'ਚ ਰਿਲੇਸ਼ਨ ਹੈ। ਸੋ ਰਿਲੇਸ਼ਨ ਹੁਣੀ ਤਾਂ ਮੈਂ ਜਸਟ ਗੱਲ ਕਰ ਰਿਹਾ ਸੀ ਇੱਕ ਪਿਕਚਰ ਬਣਾ ਰਹੇ ਦਿਮਾਗ 'ਚ ਆਪਾਂ ਤੇ ਜ਼ਰੂਰੀ ਨਹੀਂ ਹੈਗਾ ਕਿ ਆ ਸੋਰਸ ਤੁਹਾਨੂੰ ਦਿਖਦਾ ਹੀ ਹੋਵੇ, ਮੈਂ ਆਮ ਕਰਕੇ ਵੀ ਗੱਲ ਕਰ ਸਕਦਾ ਕਿ ਵੀ ਮੰਨ ਲਓ ਵੀ ਇਸ ਜਗ੍ਹਾ ਤੇ ਆ ਇਲੈਕਟ੍ਰਿਕ ਫੀਲਡ ਹੈ ਇਸ ਦਿਸ਼ਾ ਦੇ ਵਿੱਚ ਹੈ ਆ ਇਲੈਕਟ੍ਰਿਕ ਫੀਲਡ ਹੈ, ਮੈਂ ਤੁਹਾਨੂੰ ਇਲੈਕਟ੍ਰਿਕ ਫੀਲਡ ਯੂਨੀਫਾਰਮ ਦਿਖਾ ਰਿਹਾ ਤੇ ਜ਼ਰੂਰੀ ਨਹੀਂ ਕਿ ਯੂਨੀਫਾਰਮ ਹੋਵੇ, ਜ਼ਿਆਦਾਤਰ ਕੇਸਿਸ 'ਚ ਆਪਣੇ ਕੋਲ ਯੂਨੀਫਾਰਮ ਇਲੈਕਟ੍ਰਿਕ ਫੀਲਡ ਨਹੀਂ ਵੀ ਹੁੰਦਾ ਪਰ ਮੰਨ ਲਓ ਮੈਂ ਇੱਥੇ ਮੰਨ ਲੈਣਾ ਕਿ ਆ ਇਲੈਕਟ੍ਰਿਕ ਫੀਲਡ ਯੂਨੀਫਾਰਮ ਹੈ ਤੇ ਮੰਨ ਲਓ ਆ ਰੀਜਨ ਜਿਹੜਾ ਹੈਗਾ ਇਸ ਰੀਜਨ ਦੇ ਵਿੱਚ ਇਲੈਕਟ੍ਰਿਕ ਫੀਲਡ ਇਸ ਤਰ੍ਹਾਂ ਹੋ ਸਕਦਾ ਹੈ, ਮੰਨ ਲਓ ਐ ਆ ਮੰਨ ਲਓ ਆ ਰੀਜਨ ਅਲੱਗ-ਅਲੱਗ ਨੇ ਸਾਰੇ ਤੇ ਮੈਂ ਕਿਸੇ ਤਰ੍ਹਾਂ ਮੈਨੇਜ ਕੀਤਾ ਆ ਕਿਸੇ ਹੁਣ ਮੈਂ ਸੋਰਸ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਵੀ ਆ ਇਲੈਕਟ੍ਰਿਕ ਫੀਲਡ ਹੈਗਾ ਆ। ਹੁਣ ਇੱਥੇ ਇਲੈਕਟ੍ਰਿਕ ਫੀਲਡ ਦੇਖੋ ਜਿਵੇਂ ਜਿਵੇਂ ਮੈਂ ਇੱਧਰ ਨੂੰ ਜਾ ਰਿਹਾ ਲੈਫਟ ਟੂ ਰਾਈਟ ਇਲੈਕਟ੍ਰਿਕ ਫੀਲਡ ਦਾ ਡਾਇਰੈਕਸ਼ਨ ਤਾਂ ਸੇਮ ਹੀ ਹੈ ਪਰ ਮੈਗਨੀਟਿਊਡ ਕੀ ਹੁੰਦਾ ਜਾ ਰਿਹਾ ਵਧੀ ਜਾ ਰਹੀ ਹੈ ਨਾ। ਸੋ ਕਹਿੰਦੇ ਮੈਂ ਇਸ ਤਰ੍ਹਾਂ ਦਾ ਕੇਸ ਹੋ ਸਕਦਾ ਇਸ ਤਰ੍ਹਾਂ ਦਾ ਕੇਸ ਹੁੰਦਾ, ਇਹ 'ਚ ਮੈਨੂੰ ਕੋਈ ਕਹਿ ਦੇਵੇ ਬੰਦਾ ਵੀ ਆਹ ਪੁਆਇੰਟ ਹੈਗਾ A ਤੇ ਆਹ ਪੁਆਇੰਟ ਹੈਗਾ ਆ B ਜਾਂ ਆਹ ਪੁਆਇੰਟ B ਵੀ A ਤੇ B ਪੁਆਇੰਟ ਦੇ ਪਰ ਕੋਈ ਨਾ ਕੋਈ ਪੋਟੈਂਸ਼ੀਅਲ ਵੀ ਤਾਂ ਹੋਏਗਾ ਨਾ, VA ਇੱਥੇ ਹੋਏਗਾ VB ਇੱਥੇ ਹੋਏਗਾ, ਤਾਂ ਉਹ ਕਹਿ ਰਿਹਾ ਕਿ ਆਹ ਜਿਹੜਾ ਇਲੈਕਟ੍ਰਿਕ ਫੀਲਡ ਹੈ ਇਹਦੇ ਨਾਲ A ਤੇ B ਦੇ ਪੋਟੈਂਸ਼ੀਅਲ ਡਿਫਰੈਂਸ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਵੀ ਤੁਸੀਂ VA ਤੇ VB ਵਿੱਚ ਜਿਹੜਾ ਡਿਫਰੈਂਸ ਹੋਏਗਾ ਪੋਟੈਂਸ਼ੀਅਲ ਡਿਫਰੈਂਸ ਉਹਨੂੰ ਤੁਸੀਂ ਇਲੈਕਟ੍ਰਿਕ ਫੀਲਡ ਤੋਂ ਕਿਵੇਂ ਕੈਲਕੂਲੇਟ ਕਰ ਸਕਦੇ, ਆਹ ਗੱਲ ਹੋ ਗਈ ਇੱਕ ਤਾਂ। ਜਾਂ ਮੈਨੂੰ ਇੱਥੇ ਕਹਿ ਦੇਵੇ ਕੋਈ ਆਹ ਪੁਆਇੰਟ ਹੈਗਾ P ਆਹ ਪੁਆਇੰਟ ਹੈਗਾ Q ਤੇ ਤੁਹਾਨੂੰ ਪਤਾ ਇੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਥੋੜੀ ਜ਼ਿਆਦਾ ਹੈ ਇੱਥੇ ਘੱਟ ਹੈ ਤੇ P ਤੋਂ Q ਜਾਂਦੇ ਹੋਏ ਇੱਥੇ ਕੋਈ ਨਾ ਕੋਈ ਪੋਟੈਂਸ਼ੀਅਲ ਵੀ ਤਾਂ ਹੋਏਗਾ VP, ਇੱਥੇ ਕੋਈ ਪੋਟੈਂਸ਼ੀਅਲ ਵੀ ਤਾਂ VQ, ਤਾਂ VP ਤੇ VQ ਦਾ ਇਸ ਇਲੈਕਟ੍ਰਿਕ ਫੀਲਡ ਦੇ ਨਾਲ ਕੀ ਸੰਬੰਧ ਹੈ ਜਿਹੜਾ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਹਰ ਪੁਆਇੰਟ ਤੇ ਹੋਏਗਾ। ਜੇ ਮੈਂ ਸਿੱਧੀ ਲਾਈਨ ਨਾਲ ਜਾਵਾਂ ਭਾਵੇਂ ਐਂ ਜਾਵਾਂ ਜਿਵੇਂ ਮਰਜ਼ੀ ਜਾਵਾਂ ਇਟ ਡਜ਼ਨਟ ਮੈਟਰ, ਜਿਵੇਂ ਮਰਜ਼ੀ ਜਾਵਾਂ P ਤੋਂ Q ਤੱਕ ਜਾਂਦੇ ਹੋਏ ਮੈਨੂੰ ਕੀ ਪੋਟੈਂਸ਼ੀਅਲ ਡਿਫਰੈਂਸ ਮਹਿਸੂਸ ਹੋਏਗਾ, ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹਦਾ ਉਸ ਇਲੈਕਟ੍ਰਿਕ ਫੀਲਡ ਨਾਲ ਕੀ ਲੈਣਾ ਦੇਣਾ ਹੈ ਜਿਹੜਾ ਇਲੈਕਟ੍ਰਿਕ ਫੀਲਡ ਮੈਨੂੰ ਰਸਤੇ 'ਚ ਮਿਲਿਆ। ਕਿਉਂਕਿ ਜਦੋਂ ਮੈਂ
इथों चार्ज लैके निकलांगा, कोई इत्थे चार्ज पहुंचागा, ਉਹਨੂੰ ਇਲੈਕਟ੍ਰਿਕ ਫੀਲਡ ਕਰਕੇ ਇਧਰ ਨੂੰ ਫੋਰਸ ਲੱਗੇਗਾ ਨਾ ਕਿ ਨਹੀਂ। ਦੇਖੋ ਜਿਵੇਂ ਥੋੜਾ ਅੱਗੇ ਜਾਵਾਂਗਾ ਇੱਥੇ ਵੀ ਫੋਰਸ ਉਧਰ ਨੂੰ ਲੱਗੇਗਾ, ਪਰ ਥੋੜਾ ਘੱਟ ਕਿਉਂ ਲੱਗਿਆ? ਵੀਕ ਹੋ ਗਿਆ। ਤੇ ਇੱਥੇ ਜਾ ਕੇ ਵੀ ਹੋਰ ਥੋੜਾ ਹੋਰ ਘੱਟ, ਤੇ ਡਿਸਪਲੇਸਮੈਂਟ ਮੇਰੀ ਮੰਨ ਲਓ ਇਧਰੋਂ ਇਧਰ ਨੂੰ ਜਾ ਰਹੀ ਸੀ, ਸੋ ਹਰ ਪੁਆਇੰਟ ਤੇ ਡਿਸਪਲੇਸਮੈਂਟ ਇਧਰ ਨੂੰ ਹੀ ਸੀ, ਤਾਂ ਡਿਸਪਲੇਸਮੈਂਟ ਤਾਂ ਇਹ ਬੇਸਿਕਲੀ ਵਰਕ ਡਨ ਬਾय ਅ ਵੇਰੀਏਬਲ ਫੋਰਸ ਹੋ ਗਿਆ ਨਾ। ਜੇ ਮੈਂ ਇਲੈਕਟ੍ਰਿਕ ਫੀਲਡ ਦਾ ਵਰਕ ਡਨ ਕੈਲਕੂਲੇਟ ਕਰਨਾ ਤੇ ਆਹ ਵਾਲਾ ਐਂਗਲ ਵੀ ਵਰਤਣਾ ਪੈਣਾ ਮੈਨੂੰ ਹਰ ਜਗ੍ਹਾ ਤੇ। ਜਿਵੇਂ ਤੁਸੀਂ ਵਰਕ ਡਨ ਕਰਦੇ ਸੀ, ਵਰਕ ਡਨ ਚ ਤੁਸੀਂ ਕਰਦੇ ਸੀ ਨਾ ਫੋਰਸ F ਡਾਟ ds ਡਿਸਪਲੇਸਮੈਂਟ, ਤੇ ਤੁਹਾਨੂੰ ਆ ਕੰਮ ਕਰਾਇਆ ਬਾਅਦ ਇੰਟੀਗਰਲ ਕਰ ਦਿੰਦੇ ਸੀਗੇ ਵੀ S1 ਤੋਂ ਲੈ ਕੇ S2 ਤੱਕ, ਤਾਂ ਵਰਕ ਡਨ ਕੈਲਕੂਲੇਟ ਕਰਦੇ ਸੀ ਉਸ ਤਰ੍ਹਾਂ ਹੀ। ਜੇ ਮੈਂ ਗੱਲ ਕਰਾਂ ਇੱਥੇ ਹਰ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਸੇਮ ਹੈ, ਇੱਥੇ ਕਾਂਸਟੈਂਟ ਰਹੇਗਾ ਇਲੈਕਟ੍ਰਿਕ ਫੀਲਡ ਸਾਰੇ ਰਸਤੇ ਦੌਰਾਨ। ਜੇ ਮੈਂ A ਤੋਂ B ਇਹਦੇ ਵਿੱਚ ਹੀ ਕਿਸੇ ਰਸਤੇ ਐ ਕਰਕੇ ਆਵਾਂ ਤਾਂ ਵੀ। तो अपने लिए इंपॉर्टेंट ये समझना होगा कि इलैक्ट्रिक फील्ड ते इलैक्ट्रिक पोटेंशियल च की रिलेशन है, मैथमेटिकल रिलेशन की बनता है। ਉਹਦੇ ਲਈ ਆਪਾਂ ਜਾਵਾਂਗੇ ਵਾਪਸ ਟੂ ਦਾ ਡੈਫੀਨੇਸ਼ਨ। ਡੈਫੀਨੇਸ਼ਨ ਇਲੈਕਟ੍ਰਿਕ ਫੀਲਡ ਦੀ ਤੁਹਾਨੂੰ ਪਤਾ ਹੈ, ਤੇ ਉਹਨੂੰ ਯੂਜ਼ ਕਰਕੇ ਤੁਸੀਂ ਕਿਸੇ ਚਾਰਜ ਤੇ ਲੱਗਣ ਵਾਲਾ ਫੋਰਸ ਪਤਾ ਕਰ ਲੈਂਦੇ ਹੋ, Q into E ਤੁਹਾਨੂੰ ਪਤਾ ਹੈ। ਪਰ ਮੈਂ ਡੈਫੀਨੇਸ਼ਨ ਪੁੱਛਣ ਜਾ ਰਿਹਾ ਤੁਹਾਨੂੰ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਦੀ। ਇਲੈਕਟ੍ਰਿਕ ਪੋਟੈਂਸ਼ੀਅਲ डिफरेंस दी की डेफिनेशन हुंदी है बिटवीन, इत्थे ऑब्वियसली तुहानू पता पोटेंशियल डिफरेंस ते ऑब्वियसली बिटवीन टू पॉइंट्स होएगा कोई ना कोई। यस सर। ਆਪਾਂ ਇਹਨੂੰ ਕਿਵੇਂ ਡਿਫਾਈਨ ਕੀਤਾ ਸੀ ਕਿ ਜੇ ਕੋਈ ਪੁਆਇੰਟ A ਹੈ ਤੇ ਕੋਈ ਪੁਆਇੰਟ B ਹੈ, ਤੇ ਵਾਟ ਇਜ਼ ਦਾ ਇਲੈਕਟ੍ਰਿਕ, ਤੇ ਆਬਵੀਅਸਲੀ ਇਹ ਦੋਨੋਂ ਪੁਆਇੰਟ A ਤੇ B ਜਿਹੜੇ ਨੇ ਇਹ ਇਲੈਕਟ੍ਰਿਕ ਫੀਲਡ ਦੇ ਵਿੱਚ ਹੋਣੇ ਚਾਹੀਦੇ ਨੇ। ਜੇ ਇੱਥੇ ਕੋਈ ਇਲੈਕਟ੍ਰਿਕ ਫੀਲਡ ਹੈ ਹੀ ਨਹੀਂਗਾ A ਦੀ ਜਗ੍ਹਾ ਤੇ B ਦੀ ਜਗ੍ਹਾ ਤੇ, ਤਾਂ ਫਿਰ ਆਪਾਂ ਇੱਥੇ ਪੋਟੈਂਸ਼ੀਅਲ ਦੀ ਗੱਲ ਕੋਈ ਡਿਫਾਈਨ ਨਹੀਂ ਕਰਾਂਗੇ, ਇੱਥੇ ਇਹਨਾਂ ਦੇ ਡਿਫਰੈਂਸ ਨੂੰ ਡਿਫਾਈਨ ਨਹੀਂ ਕਰਾਂਗੇ, ਜਾਂ ਕਹਾਂਗੇ ਕਿ A ਤੇ B ਦਾ ਪੋਟੈਂਸ਼ੀਅਲ ਬਿਲਕੁਲ ਸੇਮ ਹੀ ਹੈ। ਕਿਉਂਕਿ ਇੱਥੇ ਇਲੈਕਟ੍ਰਿਕ ਫੀਲਡ ਹੈ ਹੀ ਨਹੀਂ, ਤਾਂ ਇਨਫਿਨਿਟੀ ਤੋਂ यूनिट पॉजिटिव चार्ज ਨੂੰ ਇੱਥੇ ਲਿਆਂਦੇ ਹੋਏ ਜੋ ਵਰਕ ਡਨ ਕਰਨਾ ਪਿਆ ਅਗੇਂਸਟ ਇਲੈਕਟ੍ਰੋਸਟੈਟਿਕ ਫੀਲਡ, ਜਾਂ ਇੱਥੇ ਲਿਆਉਣ ਲਈ ਜੋ ਵਰਕ ਡਨ ਕਰਨਾ ਪਿਆ ਉਹ ਵਰਕ ਡਨ ਬਿਲਕੁਲ ਸੇਮ ਹੀ ਹੋਏਗਾ, ਕਿਉਂਕਿ ਇਲੈਕਟ੍ਰਿਕ ਫੀਲਡ ਤਾਂ ਹੈ ਹੀ ਨਹੀਂ ਨਾ। ਪਰ ਕਿਉਂਕਿ ਜੇ ਇਲੈਕਟ੍ਰਿਕ ਫੀਲਡ ਹੋਵੇ, ਜੇ ਇਸ ਰੀਜਨ 'ਚ ਇਲੈਕਟ੍ਰਿਕ ਫੀਲਡ ਕਿਸੇ ਵੀ ਤਰ੍ਹਾਂ ਦਾ ਹੋਵੇ, ਮੰਨ ਲਓ ਇਸ ਤਰ੍ਹਾਂ ਦਾ ਇਲੈਕਟ੍ਰਿਕ ਫੀਲਡ ਹੈਗਾ ਆ, ਤਾਂ ਹੁਣ ਜਦੋਂ A ਤੋਂ ਲੈ ਕੇ B ਤੱਕ ਤੁਸੀਂ ਜੋ A ਤੱਕ ਲੈ ਕੇ ਆਓਗੇ ਤਾਂ ਵਰਕ ਡਨ ਕੁਝ ਹੋਰ ਹੋਏਗਾ, B ਤੱਕ ਲੈ ਕੇ ਆਓਗੇ ਤਾਂ ਵਰਕ ਡਨ ਕੁਝ ਹੋਰ ਹੋਏਗਾ। ਤਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਡਿਫਾਈਨ ਕਿਵੇਂ ਕੀਤਾ ਸੀ, ਮੈਂ ਇੱਕ ਵਾਰ ਲਿਖ ਰਿਹਾ, ਸਾਫ਼ ਸਮਝੋ ਗੱਲ ਨੂੰ, that electric potential difference between any two points in region of electric field is defined as the work done ਹੁਣ ਵਰਕ ਡਨ ਜਿਹੜਾ ਜੋ ਆਪਾਂ ਕਹਿੰਦੇ ਵਰਕ ਡਨ, ਤਾਂ ਇਹ ਵਰਕ ਡਨ ਕਹਿੰਦਾ ਬਾਈ ਐਕਸਟਰਨਲ ਫੋਰਸ ਹੁੰਦਾ ਨਾ। ਯੈਸ ਸਰ। ਜਿਹੜਾ ਤੁਸੀਂ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਲਗਾ ਰਹੇ ਹੋ, ਵਰਕ ਡਨ ਬਾਈ ਐਕਸਟਰਨਲ ਫੋਰਸ in taking a unit positive charge या टेस्ट चार्ज भी कहते हैं, चार्ज कह दो, from क्या होगा, from infinity one point to another ਉਹਦਾ ਇਲੈਕਟ੍ਰਿਕ ਪੋਟੈਂਸ਼ੀਅਲ ਐਟ ਅ ਪੁਆਇੰਟ ਹੁੰਦਾ ਹੈ, ਜਿਹੜਾ ਹੁੰਦਾ ਹੈ ਟੇਕ ਫਰਮ ਇਨਫਿਨਿਟੀ ਟੂ ਦੈਟ ਪੁਆਇੰਟ। ਜਿਵੇਂ ਜੇ ਕੋਈ ਮੈਨੂੰ ਕਹੇ VA ਨੂੰ ਡਿਫਾਈਨ ਕਰੋ, ਤਾਂ ਮੈਂ ਕਹਾਂਗਾ ਵਰਕ ਡਨ ਟੂ ਟੇਕ ਦਾ ਚਾਰਜ ਯੂਨਿਟ ਚਾਰਜ ਫਰਮ ਇਨਫਿਨਿਟੀ ਟੂ ਦੈਟ ਪੁਆਇੰਟ A। ਜੇ ਕੋਈ ਕਹੇ ਪੋਟੈਂਸ਼ੀਅਲ ਐਟ B ਕੀ ਹੋਏਗਾ, ਵਰਕ ਡਨ ਟੂ ਟੇਕ ਦਾ ਚਾਰਜ ਫਰਮ ਇਨਫਿਨਿਟੀ ਟੂ B ਅਗੇਂਸਟ ਇਲੈਕਟ੍ਰੋਸਟੈਟਿਕ ਫੀਲਡ। ਪਰ ਜੇ ਮੈਨੂੰ ਪੋਟੈਂਸ਼ੀਅਲ ਡਿਫਰੈਂਸ ਪੁੱਛਿਆ ਜਾਵੇ ਤਾਂ ਡਿਫਰੈਂਸ ਤਾਂ ਹੋ ਜਾਏਗਾ ਨਾ A ਤੋਂ ਲੈ ਕੇ B ਤੱਕ, ਜਾਂ B ਤੋਂ ਲੈ ਕੇ A ਤੱਕ ਲੈ ਕੇ ਆਉਣ 'ਚ ਜਿਹੜਾ ਵਰਕ ਡਨ ਹੋਏਗਾ। तो ਹੁਣ ਇੱਥੇ ਜਿਹੜਾ ਵਰਕ ਡਨ ਤੁਸੀਂ ਕਰਨਾ ਹੈ ਉਹ ਬਾਈ ਐਕਸਟਰਨਲ ਫੋਰਸ ਵਾਲੇ ਨਾਲ ਡਿਫਾਈਨ ਕੀਤਾ ਆਪਾਂ, ਤੇ ਇਸੇ ਚੀਜ਼ ਨੂੰ ਉਹ ਕੀ ਡੈਫੀਨੇਸ਼ਨ ਨੰਬਰ 1। ਕਈ ਲੋਕ ਇਸ ਨੂੰ ਐਵੇਂ ਡਿਫਾਈਨ ਕਰ ਸਕਦੇ ਆ, ਮੈਂ ਥੋੜਾ ਜਿਹਾ ਚੇਂਜ ਕਰੂੰਗਾ ਬਸ। डिफाइंड as the negative of, defined as negative of the work done, ਹੁਣ negative of work done by क्या होगा, electrostatic force। हाँ इलेक्ट्रोस्टैटिक फोर्स, इलेक्ट्रोस्टैटिक फोर्स क्योंकि एक्सटर्नल फोर्स ਨਾਲ ਜੋ ਤੁਸੀਂ ਵਰਕ ਡਨ ਕਰ ਰਹੇ ਹੋ, ਠੀਕ ਹੈ ਨਾ, ਉਹ ਵਰਕ ਡਨ ਤੇ ਇਲੈਕਟ੍ਰੋਸਟੈਟਿਕ ਫੋਰਸ ਜੋ ਵਰਕ ਡਨ ਕਰ ਰਹੇ ਆ ਉਹ ਦੋਨੋਂ ਇੱਕ ਦੂਜੇ ਤੇ ਉਲਟ ਹੁੰਦੇ ਨੇ, ਨੈਗੇਟਿਵ ਹੁੰਦੇ ਨੇ, ਕਿਉਂਕਿ ਤੁਸੀਂ ਇਲੈਕਟ੍ਰੋਸਟੈਟਿਕ ਫੋਰਸ ਦੇ ਅਗੇਂਸਟ ਆਪਣਾ ਫੋਰਸ ਲਗਾਉਂਦੇ ਹੋ, ਜਿਹਦੇ ਕਰਕੇ ਉਹਨੂੰ ਤੁਸੀਂ ਲੈ ਕੇ ਆਉਂਦੇ ਹੋ। ਸੋ ਐਜ਼ ਨੈਗੇਟਿਵ ਆਫ ਵਰਕ ਡਨ ਬਾਈ ਇਲੈਕਟ੍ਰੋਸਟੈਟਿਕ ਫੋਰਸ, ਫਿਰ ਅੱਗੇ ਸਾਰੀ ਗੱਲ ਹੋਈ ਹੈ ਇਨ ਟੇਕਿੰਗ ਅ ਯੂਨਿਟ ਪੋਜ਼ਿਟਿਵ ਚਾਰਜ ਫਰਮ ਇਨਫਿਨਿਟੀ ਫਰਮ 1 point to another।
सो इस चीज ਨੂੰ लिखना चाहिए तो बंदा डेफिनेशन ऐ लिख सकता कि पोटेंशियल डिफरेंस जिवें मैं कह दवां VB माइनस VA कह दवां जिवें, ठीक है। मैं इस ਨੂੰ कन्फ्यूजन ना हो जाए ਤੁਹਾਨੂੰ इनिशियल ਤੇ फाइनल पॉइंट ਦੀ, मैं ਇਹਨੂੰ मैं एक बार ਮਿਟੇ ਦਿੰਦਾ। जस्ट मान लो 2 पॉइंट है ने बस, इतने भी नहीं। तो मैं कह रहा कि वर्क डन टू टेक द चार्ज फ्रॉम B to A की होएगा, सॉरी पोटेंशियल डिफरेंस बिटवीन B एंड A की होएगा। तो फाइनल पॉइंट ਤੁਹਾਡਾ B है ना, क्योंकि ਤੁਸੀਂ फाइनल माइनस इनिशियल करते हो, डेल्टा V ਇਹਨੂੰ बोल सकते हैं ਆਪਾਂ, ਐ ਹੋਏਗਾ। सो फाइनल पॉइंट B है, इनिशियल पॉइंट A है। सो ਆਪਾਂ ਕਹਾਂਗੇ वर्क डन बाय एक्सटर्नल फोर्स, या तो ਇਹਨੂੰ ਤੁਸੀਂ ਕਹਿ ਦੋ कि वर्क डन बाय एक्सटर्नल फोर्स ਜਿਹੜਾ ਆ in taking the unit positive charge from A to B, ठीक है। या इन्हें कह दिए नेगेटिव ऑफ द वर्क डन बाय द कंजर्वेटिव फोर्स। कंजर्वेटिव फोर्स बेसिकली इथे इलेक्ट्रोस्टैटिक ਨੂੰ कह रहे हैं ਆਪਾਂ, ਇਹਨਾਂ ਦੋਨਾਂ ਗੱਲਾਂ ਨੂੰ ਲਿਖ ਸਕਦੇ ਹਾਂ ਆਪਾਂ। ਇਹਦੇ ਲਈ ਅਸੀਂ ਕੀ ਕਰਦੇ ਹਾਂ ਫਿਰ, एक्सटर्नल फोर्स ਲਈ ਆਪਾਂ ਕੀ ਕਰਦੇ ਹਾਂ, ਜਾਂ ਤਾਂ फोर्स ਲੈ ਲਵਾਂਗੇ ਆਪਾਂ एक्सटर्नल, ਡਾਟ ਕਰਾਂਗੇ dr ਦੇ ਨਾਲ, ਤੇ ਆਪਾਂ ਇੰਟੀਗ੍ਰੇਟ ਕਰ ਦਵਾਂਗੇ from A point to B point, ਜੋ ਵੀ ਹੋਏਗਾ A ਤੋਂ ਲੈ ਕੇ B ਤੱਕ ਆਣਾ। ਇਹਨੂੰ ਕੀ ਲਿਖ ਸਕਦੇ ਆ, 네ਗੇਟਿਵ ਪਾ ਸਕਦੇ ਆ ਇੱਥੇ, ਇੰਟੀਗਰਲ ਆਫ ਜਿਹੜਾ ਫੋਰਸ ਹੋਏਗਾ ਇਲੈਕਟ੍ਰੋਸਟੈਟਿਕ ਹੋਏਗਾ ਇੱਥੇ ਹੁਣ ਡਾਟ dr, ਇਸ ਤਰ੍ਹਾਂ ਵੀ ਕੰਮ ਸਰ ਜਾਏਗਾ ਆਪਣਾ। ਸੋ ਬੇਸਿਕਲੀ ਆਪਾਂ ਇਸ ਤਰ੍ਹਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਇੱਥੇ ਡਿਫਾਈਨ ਕਰ ਸਕਦੇ ਹਾਂ। ਇਹ ਗੱਲ ਕਲੀਅਰ ਹੈ ਸਭ ਨੂੰ, ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੈ। ਤਾਂ ਆਪਾਂ ਪੋਟੈਂਸ਼ੀਅਲ એનર્ਜੀ ਵਾਲੇ ਚੈਪਟਰ 'ਚ ਵੀ ਚੰਗੀ ਤਰ੍ਹਾਂ ਜਾਂ ਉਹਦੀ ਡੈਫੀਨੇਸ਼ਨ 'ਚ ਵੀ ਕੀਤਾ ਸੀ ਵੈਸੇ, ਪਰ ਫਿਰ ਵੀ ਜੇ ਨਹੀਂ ਆ ਸਮਝ ਤਾਂ ਹੁਣੇ ਪੁੱਛ ਲਓ। पर दोबारा दसियो सर। हाँ जी बोलो, दोबारा दसियो एक बार। देखो ना, जिवें ਆਪਾਂ ਉਹ ਲੈਕਚਰ ਜਿਹੜਾ ਕੀਤਾ ਸੀ ਇਲੈਕਟ੍ਰਿਕ ਪੋਟੈਂਸ਼ੀਅਲ ਤੇ ਪੋਟੈਂਸ਼ੀਅਲ ਡਿਫਰੈਂਸ ਵਾਲਾ, ਉਹ ਚੰਗੀ ਤਰ੍ਹਾਂ ਪੜਿਆ ਸੀ? हाँ जी सर प्रॉपर्ली नहीं याद है। नहीं प्रॉपरली तो ਹੁਣ याद नहीं, तो फिर मैं ਕਿਹਾ ਸੀ ਨਾ ਕੱਲ ਕਿ ਰਿਵਾਈਜ਼ ਕਰ ਲਿਓ ਪੁਰਾਣੇ ਨੂੰ, ਹਨਾ। ਤੇ ਰਿਵਾਈਜ਼ ਕੱਲ ਰਾਤ ਨੂੰ ਕਰਨਾ ਸੀ ਨਾ। ਫਿਰ ਉਹਦੇ 'ਚ ਮੈਂ ਸਮਝਾਇਆ ਸੀ ਇਹ ਗੱਲ ਕਿ ਜਦੋਂ ਆਪਾਂ वर्क डन करते हैं अगेंस्ट इलेक्ट्रोस्टैटिक फोर्स, इलेक्ट्रोस्टैटिक फोर्स का जो वर्क डन आएगा वो अपने एक्सटर्नल फोर्स के वर्क डन के नेगेटिव ही आएगा हमेशा। तो आप इन्हों डिफाइन किया एज द पोटेंशियल डिफरेंस। यस सर। हुण जिवें मान लो आ चार्ज है, मैं इस चार्ज दे करके गल कर रहा सी कि आ पॉइंट A है ते आ पॉइंट B है, तो जे तुसीं इहनूं लैके B तो A आ रहे हो किसी चार्ज नूं, तो उसनूं इत्थे इलैक्ट्रिक फील्ड करके इधर नूं फोर्स लग रहा वा, Q into E कह लो सी। जे क्यू चार्ज ਨੂੰ ਇੱਥੋਂ ਲੈ ਕੇ ਆ ਰਿਹਾ ਮੈਂ, ਤੇ ਤੁਸੀਂ ਐਕਸਟਰਨਲ ਫੋਰਸ ਜਿਹੜਾ ਲਾ ਰਹੇ ਹੋ ਉਹ ਇਸ ਡਾਇਰੈਕਸ਼ਨ 'ਚ ਲਾ ਰਹੇ ਹੋ। ਸੋ ਜੇ ਤੁਸੀਂ ਆਪਣਾ ਐਕਸਟਰਨਲ ਫੋਰਸ ਅਸਿਊਮ ਕਰਕੇ ਚੱਲੋਗੇ ਤਾਂ ਜਿਹੜਾ ਵਰਕ ਡਨ ਆਏਗਾ ਤੇ ਜਿਹੜਾ ਇਲੈਕਟ੍ਰਿਕ ਫੀਲਡ ਕਰਕੇ ਆਏਗਾ ਉਹ ਨੈਗੇਟਿਵ ਤਾਂ ਹੋਣਗੇ ਇੱਕ ਦੂਜੇ ਦੇ। ਤੇ ਤੁਸੀਂ ਜੇ ਆਪਣਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਡਿਫਾਈਨ ਕਰਨਾ ਤੁਸੀਂ VB ਮਾਈਨਸ VA ਇੱਥੇ, ਤੇ ਤੁਸੀਂ ਜਾਂ ਤਾਂ ਫਿਰ F ਐਕਸਟਰਨਲ ਯੂਜ਼ ਕਰ ਲਓ ਸਿੱਧਾ ਹੀ, ਦੈਨ ਤੁਹਾਨੂੰ ਡਾਟ dr ਕਰਕੇ ਬਸ इंटीग्रल करने की लोड़ है A तो लैके B तक या B तो लैके A तक। इतने मैं समझाता, चलो इनू A पॉइंट मनो, इनू B पॉइंट मनो, ताकि तुहानू कन्फ्यूजन ना हो। A तो लैके B तक आ गया। ते जे हुण तुसी एक्सटर्नल दी जगह ते तुसी इलैक्ट्रिक फील्ड दा वर्क डन लिखना चाहते हो तो तुहानू इहदा नेगेटिव करना पैना, तां वो आएगा ना उहदे बराबर, क्योंकि जिहड़ा F एक्सटर्नल जिहड़ा तुहाडा हैगा आ वो नेगेटिव ऑफ QE दे बराबर है ना। यस सर। यस सर। ਤੇ ਬਸ ਫਿਰ ਆਹ ਗੱਲ ਸੀਗੀ। ਉਦੋਂ ਦਾ ਲੈਕਚਰ ਦੁਬਾਰਾ ਦੇਖੋ, ਜਾਂ ਤਾਂ ਫਿਰ 2 ਘੰਟੇ ਦਾ ਲੈਕਚਰ ਆ ਉਹਦੇ 'ਚ ਮੈਂ ਸਿਰਫ ਇਹੀ ਗੱਲ ਡਿਸਕਸ ਕੀਤੀ ਆ, ਸਿਰਫ ਇਹ ਡੈਫੀਨੇਸ਼ਨ ਡਿਸਕਸ ਕੀਤੀ ਆ। ਇਸੇ ਲਈ ਉਹ 2 ਘੰਟੇ 'ਚ ਆਪਾਂ ਸਿਰਫ ਡੈਫੀਨੇਸ਼ਨ ਡਿਸਕਸ ਕੀਤੀ ਸੀ ਕਿ ਤੁਹਾਨੂੰ ਇੱਥੇ ਸਮੱਸਿਆ ਨਾ ਆਵੇ। ਹੁਣ ਉਹਦੇ ਰਿਵੀਜ਼ਨ ਤੁਸੀਂ ਜੇ ਕਰੋਗੇ ਤਾਂ ਤੁਹਾਡੇ ਨਾਲ ਨਾਲ ਚੱਲੂਗਾ ਕੰਮ, ਨਹੀਂ ਤਾਂ ਤੁਹਾਡਾ ਐਂ ਪਿਛੜਦਾ ਰਹਿਣਾ ਕੰਮ, ਪਿੱਛੇ ਹੋ ਜਾਣਾ ਕੰਮ। ਹੁਣ ਮੈਂ ਇਹਦੀ ਜਿਵੇਂ ਲਿਖਣ ਜਾ ਰਿਹਾ ਹੁਣ ਕਿ ਇਹਦੇ 'ਚ ਰਿਲੇਸ਼ਨ ਕਿਵੇਂ ਲਿਖਾਂਗੇ ਆਪਾਂ ਆਫੀਸ਼ੀਅਲੀ, ਆਪਾਂ ਦੇਖੀਏ ਵੀ ਆਪਾਂ ਕਿਹੜੇ ਰਿਲੇਸ਼ਨ ਨੂੰ ਯੂਜ਼ ਕਰਾਂਗੇ ਬਾਰ-ਬਾਰ। सो जे मान लो डेरिवेशन आ गई हुण अपनी, ਉਹਦੇ ਲਈ मान लो तुसीं आ y एक्सिस है, आ x एक्सिस है, आप किसी फ्रेम च बैठे काम कर रहे हैं, आ z एक्सिस है, ठीक है। ते ਇਹਦੇ ਵਿੱਚ ਤੁਸੀਂ मान लो आ पॉइंट है कोई भी, जिस पॉइंट का पोजीशन वैक्टर जिहड़ा हैगा मान लो वो R है, एकदम जनरल गल करन जा रहे हैं बस। ते आ पॉइंट जिहड़ा हैगा अपना मान लो इस पॉइंट तो कोई ना कोई पोटेंशियल होएगा ना, इस पॉइंट तो कोई ना कोई इलैक्ट्रिक फील्ड होएगा, कोई ना कोई पोटेंशियल होएगा, सिंपल जी गल है। आ पॉइंट है जिहदा पोजीशन वैक्टर R वैक्टर है, इस पॉइंट के उपर कोई ना कोई इलैक्ट्रिक फील्ड की वैल्यू डिफाइंड होएगी, पक्की गल है, ठीक है।
Yes, sir. ਆਪਾਂ ਇਲੈਕਟ੍ਰਿਕ ਫੀਲਡ ਐਡ ਕਰਕੇ ਆਪਾਂ ਬ੍ਰੈਕਟ ਚ r ਲਿਖ ਦਿੰਦੇ, ਜਿਵੇਂ xyz ਲਿਖਦੇ ਆਪਾਂ, ਤੇ ਐਂਡ ਇਸੇ ਪੁਆਇੰਟ ਤੇ ਕੋਈ ਨਾ ਕੋਈ ਪੋਟੈਂਸ਼ੀਅਲ ਵੀ ਡਿਫਾਈਨਡ ਹੋਏਗਾ ਤੁਹਾਡਾ r ਵੈਕਟਰ ਤੇ ਜਾਂ r ਪੋਜੀਸ਼ਨ ਤੇ ਆਪਾਂ ਕਹਿ ਸਕਦੇ ਹਾਂ। ਠੀਕ ਆ, ਸਕੇਲਰ ਕੁਆਂਟੀਟੀ ਹੈ, ਇਹ ਵੈਕਟਰ ਕੁਆਂਟੀਟੀ ਤੁਹਾਨੂੰ ਪਤਾ ਹੀ ਹੈ। ਹੁਣ ਜੇ ਮੈਂ ਇੱਥੋਂ ਮੰਨ ਲਓ ਥੋੜਾ ਜਿਹਾ ਵੀ dr ਡਿਸਪਲੇਸਮੈਂਟ ਕਰਦਾ, ਮੰਨ ਲਓ ਥੋੜੀ ਜਿਹੀ ਡਿਸਪਲੇਸਮੈਂਟ ਕਰਦਾ, ਇੱਥੋਂ ਇੱਥੇ ਤੱਕ ਆਣਾ ਵਾ, ਕਿਤੇ ਵੀ ਜਾਣਾ ਇੱਥੇ ਆਇਆ ਨਾ, ਤਾਂ ਆਹ ਵਾਲੀ ਡਿਸਪਲੇਸਮੈਂਟ ਹੋਏਗੀ, ਮੰਨ ਲਓ इसमें तुझे डी आर कह रहे हो फिलहाल, डी ऑफ आर यानी कि आर तो बदल गया ना ये बेसिकली, क्योंकि हम फाइनल पोजीशन तो डी आ होगी ना, कहना मतलब है कि आ जो फाइनल पॉइंट है थोड़ा ए है, इस फाइनल पॉइंट का जो पोजीशन वेक्टर होएगा तुसी हम कह सकते हो ना, आप पोजीशन वेक्टर फाइनल है, सिंपल जी गल है, ते आ जो फाइनल पोजीशन वेक्टर तुसी कह सकते हो दैट दिस इज आर वेक्टर प्लस डी आर वेक्टर, आ डी आर डिस्प्लेसमेंट हुई है बेसिकली। ਹੁਣ ਜਿਹੜੀ ਇਲੈਕਟ੍ਰਿਕ ਫੀਲਡ ਹੈ ਆ dr ਇੰਨੀ ਛੋਟੀ ਹੈ ਕਿ ਆਪਾਂ e ਨੂੰ ਇੱਥੇ ਕਾਂਸਟੈਂਟ ਮੰਨ ਸਕਦੇ ਹਾਂ, ਨਹੀਂ ਤਾਂ ਤੁਹਾਨੂੰ ਪਤਾ e ਇੱਥੇ ਕੁਝ ਹੋਰ, ਇੱਥੇ ਕੁਝ ਹੋਰ, ਇੱਥੇ ਕੁਝ ਹੋਰ, ਇੱਥੇ ਕੁਝ ਹੋਰ ਹੋਏਗਾ, ਪਰ ਮੈਂ dr ਲਿਆ ਮਤਲਬ ਬਹੁਤ ਛੋਟੀ ਜਿਹੀ ਡਿਸਪਲੇਸਮੈਂਟ ਦੇ ਉੱਪਰ ਕੰਮ ਕਰਨ ਜਾ ਰਿਹਾ ਮੈਂ। ਇਹ ਜਿਹੜੀ dr ਡਿਸਪਲੇਸਮੈਂਟ ਹੈ ਨਾ, ਇਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ ਕਈ ਵਾਰੀ ਵੀ ਜਿੰਨਾ x ਵਿੱਚ ਚੇਂਜ ਆਇਆ i ਕੈਪ, ਜਿੰਨਾ y ਚ ਚੇਂਜ ਆਇਆ j ਕੈਪ, ਜਿੰਨਾ z ਚ ਚੇਂਜ ਆਇਆ k ਕੈਪ, ਆਪਾਂ ਇਹਨੂੰ ਐਂ ਵੀ ਲਿਖ ਸਕਦੇ ਹਾਂ। ਫਿਲਹਾਲ ਆਪਾਂ ਇਹਨੂੰ ਇਸੇ ਫਾਰਮ 'ਚ ਗੱਲ ਕਰੀਏ। ਹੁਣ ਇਲੈਕਟ੍ਰਿਕ ਫੀਲਡ ਆਪਾਂ ਨੂੰ ਪਤਾ ਹੈ, इलैक्ट्रिक फील्ड सानू पता है इस जगह पे कितना है, इस जगह तक वही रहता है, इलैक्ट्रिक फील्ड आप मान के चलते हैं कि यूनिफॉर्म ही रहता है। जे इलैक्ट्रिक फील्ड सेम रहता है तो तुसी मैंने दसो इस जगह पे फोर्स कितना लगेगा, क्योंकि सानू पता है। अच्छा एक गल होर, आवले पॉइंट ते इलैक्ट्रिक फील्ड ई हैगा ते पोटेंशियल हैगा, ते इत्थों इत्थे आने ने पोटेंशियल जेड़ा वो बदल गया, मान लो इत्थे पोटेंशियल आ गया अपना v + dv, तो आप किवें लिखते हैं? इलैक्ट्रिक फील्ड इज गिवन, so therefore force on चार्ज q चार्ज ते फोर्स कितना होएगा, इस जे इनु इस जगह ते रखांगे आपां, होएगा फोर्स दैट इज इक्वल टू q इनटू e आएगा। फिर आपां इलैक्ट्रिक फील्ड दे करके जेड़ा वर्क डन है वही कैलकुलेट कर लेने, एक्सटर्नल छड्डो आपां, नहीं तो नेगेटिव इथे ला लांगे, इथे बाद ला लांगे आपां। सो वर्क डन बाय, जे स्मॉल वर्क डन कैलकुलेट करिए आपां इस छोटी जी डिस्प्लेसमेंट लई बाय इलैक्ट्रिक फील्ड या इलेक्ट्रोस्टैटिक फोर्स, वो किधर बराबर आएगा स्मॉल वर्क डन, वो आएगा दिस फोर्स F डॉट डी आ डिस्प्लेसमेंट हो गया, ते जेड़ा भी फोर्स लग, हुन की पता इलेक्ट्रिक फील्ड इधर नु लग रहा हो या इधर नु लग रहा है, मैनू नहीं पता, आपा उस गल दी टेंशन नहीं ले रहे, आपा डॉट पाता ना विच अपने आप हो जाएगा काम। हुन आपा F दी जगह ते लिख देने आ Q * E डॉट dr, ठीक है। अच्छा वैसे एक गल ਤੁਹਾਨੂੰ ਇੱਥੇ ਤੁਸੀਂ ਐਂ ਵੀ ਸਮਝ ਸਕਦੇ ਹੋ, ਕਿਉਂਕਿ ਡੈਫੀਨੇਸ਼ਨ ਵਿੱਚ ਆਪਾਂ ਕਿੰਨਾ ਚਾਰਜ ਲੈ ਕੇ ਜਾਣਾ ਹੁੰਦਾ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ, यूनिट पॉजिटिव। ਐ ਕਰੋ ਚਾਰਜ ਜਿਹੜਾ ਨਾ यूनिट पॉजिटिव ਹੀ ਲੈ ਲਓ, ਛੱਡੋ ਗੱਲ ਖਤਮ ਕਰੋ, ਫਿਰ ਤੁਹਾਡਾ ਫੋਰਸ ਜਿਹੜਾ ਉਹ ਬੇਸਿਕਲੀ ਕੀ ਆ ਜਾਏਗਾ, E ਆ ਜਾਏਗਾ, ਫਿਰ ਫੋਰਸ ਦੀ ਜਗ੍ਹਾ ਕੱਲਾ E ਆ ਜਾਏ, ਐਂ ਛੱਡ ਦੋ ਕੋਈ ਗੱਲ ਨਹੀਂ, ਐਂ ਵੀ ਠੀਕ ਆ ਗਿਆ ਵਰਕ ਡਨ ਬਾय द इलैक्ट्रिक फील्ड। ਤੇ ਜਿਹੜਾ ਤੁਹਾਡਾ ਪੋਟੈਂਸ਼ੀਅਲ ਹੋਏਗਾ, small change in potential, वो की होता negative of the work done by electrostatic field, ना? Yes sir. Yes sir. वो आ जाएगा minus of E dot dr आ जाएगा by definition बस, so dv is equal to minus of E dot dr आ जाएगा। यही अपना रिलेशन है जिहदे लई आपां गल कर रहे हैं, जिहड़ा रिलेट करदा है v नूं ते e नूं, किवें रिलेट करदा है आपां थोड़ा न्यूमेरिकल च होर चंगी तरह समझांगे, पर पहला इस गल नूं समझ लिया आपां कि ਇਹ ਕਿਵੇਂ ਕੰਮ ਕਰੇਗਾ। ਹੁਣ ਦੇਖੋ ਗੱਲ ਧਿਆਨ ਨਾਲ ਸਮਝੋ, ਜੇ ਤੁਹਾਡਾ ਇਹ ਹੋਵੇ ਕਿਸੇ ਵੀ ਜਗ੍ਹਾ ਤੇ, ਜਿਵੇਂ ਦੇਖੋ ਆ ਰਿਲੇਸ਼ਨ ਹੈ dv is equal to minus of E dot dr, ਤੇ ਕੋਈ ਬੰਦਾ ਮੈਨੂੰ ਪੁੱਛੇ ਕਿ ਆ dv ਕੀ ਹੈ, ਮੈਂ ਕਹੂੰਗਾ ਪੋਟੈਂਸ਼ੀਅਲ ਡਿਫਰੈਂਸ ਹੈ, ਉਹ ਕਹੂਗਾ ਕਿਹੜੇ ਕਿਹੜੇ ਪੁਆਇੰਟ ਦਾ, ਮੈਂ ਕਿਹਾ ਦੇਖੋ dr ਜਿਹੜਾ ਕਿਤੋਂ ਦਾ ਸ਼ੁਰੂ ਹੋਇਆ ਹੋਣਾ, ਕਿਤੇ ਤਾਂ ਖਤਮ ਹੋਇਆ ਹੀ ਹੋਣਾ ਨਾ dr, ਤਾਂ ਜਿਹੜਾ ਆ ਇਨੀਸ਼ੀਅਲ ਪੁਆਇੰਟ ਹੈ ਤੇ ਆ ਫਾਈਨਲ ਪੁਆਇੰਟ ਹੈ, तो dv बेसिकली पोटेंशियल डिफरेंस बिटवीन द फाइनल पॉइंट एंड इनिशियल पॉइंट है। पहली गल तो आ पता लग गई अपन। इलैक्ट्रिक फील्ड की है, जेड़ा इहदे दौरान इलैक्ट्रिक फील्ड रहा, dr की है वो आही है। हुण हुंदा की है भी इलैक्ट्रिक फील्ड जेड़ा है ना, वो जरूरी नहीं है कि कांस्टेंट रहे सारे रस्ते थ्रू। मान लो dr की बजाय बहुत वड्डी डिस्प्लेसमेंट होवे, dr तो बहुत छोटी डिस्प्लेसमेंट है ना, बहुत बरीक की बहुत छोटी जी पॉइंट साइज की डिस्प्लेसमेंट है, तो मान लो मैंने कोई बंदा कह रहा भी आ तो बड़ी दूर दूर ने, dr तो बहुत छोटा होता है, मान लो आ पॉइंट हैगा ए, आ पॉइंट हैगा बी, ये बड़ी दूर ने,
दूर ने तो इन्हां दी टोटल डिस्प्लेसमेंट जिहड़ी हैगी आ वो A तो लैके B तक दी ऐ आ वाली। ते इलैक्ट्रिक फील्ड जिहड़ा हैगा इलैक्ट्रिक फील्ड वेरीएबल है इहदे विच। मान लो इलैक्ट्रिक फील्ड इस जगह ते आपां ऐ शो कर दईए किसी भी जगह ते आ इलैक्ट्रिक फील्ड है मान लो, ते आ इलैक्ट्रिक फील्ड मान लो मैं फिलहाल कांस्टेंट ही लेना हर पासे इस तरह। मतलब इकल्ले DR ਲਈ ਜਿਹੜੀ ਗੱਲ ਹੈ ਰਿਜ਼ਲਟ ਆਪਾਂ ਇੱਥੇ ਲਗਾ ਕੇ ਦੇਖਦੇ ਹਾਂ। इलैक्ट्रिक फील्ड मैं यूनिफॉर्म शो कर रहा हाँ, सो डायरेक्शन भी सेम रह रही है तो मैग्नीट्यूड भी इन्हें तुम देख लियो, समझ लो। मैं थोड़ा तो स्पेसिंग इतने ज्यादा होगी पर कोई गल नहीं, समझ लो। आ इलैक्ट्रिक फील्ड है इस रीजन विच, जिहड़े रीजन च उन्हें जाना है। इस जगह ते E.dr करन दी बजाय आप, क्योंकि हर DR ਲਈ E तो सेम ही है ना, तो सारे DR जुड़ जाएंगे। जिवें कहने दा भाव है कि आ मान लो छोटा है DR, ਇਹਦੇ ਲਈ वर्क स्मॉल आएगा, फिर ਇਹਦੇ ਲਈ, 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 फिर ਇਹਦੇ ਲਈ सारा जुड़ूगा ना ਤਾਂ आके टोटल पोटेंशियल डिफरेंस आऊगा। ਤਾਂ ਆਪਾਂ dV ਦੀ ਜਗ੍ਹਾ ਤੇ ਕੀ ਵਰਤਾਂਗੇ, dV ਦੀ ਜਗ੍ਹਾ ਅਸੀਂ ਡੈਲਟਾ V ਕਹਿ ਦਿੰਦੇ ਆ ਵੀ ਟੋਟਲ ਚੇਂਜ ਇਨ ਪੋਟੈਂਸ਼ੀਅਲ, ਜਿਹਦਾ ਮਤਲਬ ਹੋਏਗਾ पोटेंशियल ऑफ B माइनस पोटेंशियल ऑफ A। ਇਹ ਗੱਲ ਕਲੀਅਰ ਹੋ ਗਈ? यस सर। माइनस साइन होता ही रहेगा, इलेक्ट्रिक फील्ड कांस्टेंट ही है तो कांस्टेंट ही रहने दो, ते डॉट dr दी जगह ते डिस्प्लेसमेंट वेक्टर AB वेक्टर सीधा ही लिख दो, गल खत्म। हुण तुहानू क्लियर होई गल कि किवें आपां इस रिलेशन नू यूज करांगे? यस सर। पर जे ये हो जावे कि इलैक्ट्रिक फील्ड यूनिफॉर्म ही ना होवे, मान लो जे फिर मैंने कोई 2 पॉइंट दिते ने A ते B, डिस्प्लेसमेंट मैं सीधी बना लूंगा, ओदी कोई टेंशन नहीं लूंगा मैं। पर जे मान लो A तो लैके B पॉइंट तक मैंने इस तरह आ डिस्प्लेसमेंट हैगी आ, ठीक है। पर हुण मैंने इलैक्ट्रिक फील्ड वखरा वखरा, जिवें मान लो इलैक्ट्रिक फील्ड हर जगह बदल सकता है। मान लो इत्थे इलैक्ट्रिक फील्ड लाइन्स आ जा रही होण, ऐ जा रही होण, इत्थे ऐ होण, मतलब कुछ भी बना लो, मैं आओ इत्थे सीधी हो जाए या इस तरह हो जाए, इत्थे इलैक्ट्रिक फील्ड इस तरह हो जाए, मतलब इलैक्ट्रिक फील्ड हर जगह अलग-अलग है। हुण तुसीं आ वाला E.dr सीधा नहीं कर सकते। हुण तुहानूं की करना पेगा इस तरह के केस की करना पेगा, तुहानूं इस तरह के केस तुहानूं पोटेंशियल डिफरेंस तो डेल्टा भी लिखोगे, पर हुण इत्थे तुसीं माइनस ऑफ E.dr करके तुहानूं इहदा इंटीग्रेट करना पेगा ए तो लैके B तक। हुण नहीं तुसीं सीधे ही डिस्प्लेसमेंट लै सकदे, ਉਹ वाला सवाल सौखा सी, इस तरह के सवाल हो जाएंगे इस तरह। पर ਇਹ वाले सवाल ਜਿਹੜੇ ਆ ਇੱਥੇ ਤੁਹਾਨੂੰ E ਦਾ ਫਿਰ वेरिएशन चेक करना पैना, कितना ਉਹਨੂੰ पुट करना पैना, डॉट dr करना पैना, dr ਦਾ मैग्नीट्यूड, E ਦਾ मैग्नीट्यूड, cos ऑफ एंगल बिटवीन देम, इंटीग्रल ਦਾ फार्मूला, फिर ऊपरली लिमिट माइनस नीचे वाली लिमिट। आ गल इंपॉर्टेंट है, याद रखियो। माइनस साइन कित्थों आया ਤੁਹਾਨੂੰ पता लग ही गया। हुण क्लियर है गल, ये साਰਿਆਂ ਨੂੰ समझ आ गई गल? यस सर। आप ਇਹਨੂੰ सवाल करके देखते हैं, सवाल करके होर समझाऊगी ਤੁਹਾਨੂੰ गल कि मान लो एक सवाल करते हैं, क्वेश्चन देखो वो कह रहे हैं मान लो कि किसी भी रीजन दे विच इलैक्ट्रिक फील्ड जिहड़ा आ वो इन्ना आ 2i कैप माइनस 3j कैप प्लस 4k कैप। हुण मैनूं तुसीं जल्दी जल्दी दसो भी आ जिहड़ा इलैक्ट्रिक फील्ड है ये यूनिफॉर्म है कि नॉन यूनिफॉर्म है? यूनिफॉर्म। बिल्कुल यूनिफॉर्म है, दिता तो है इन्ना ही रहूगा हर जगह ते, इहदे विच ना कोई x ना कोई y ना कोई z, डिपेंड थोड़ी कर रहा है हर पोजीशन ते वखरा वखरा आ जाए, ये तो आही रहेगा। हुण वो कह रहे ने भी एट ओरिजिन जे गल करिए आपां 0 0 0 ते जिहड़ा अपना v हैगा आ ओदी वैल्यू हैगी आ इज इक्वल टू 20 वोल्ट। हुण वो कह रहे ने भी एट 2 3 4 पॉइंट जिहड़ा हैगा ना 2, 3, 4 फाइंड v सॉल्यूशन। हुण मेरी गल नूं बड़े ध्यान नाल समझो, ਇਹਦੇ ਵਿੱਚ ਕੀ ਕਰ ਰਿਹਾ, ਇਲੈਕਟ੍ਰਿਕ ਫੀਲਡ ਦੀ ਵੈਲਿਊ ਗਿਵਨ ਹੈ ਤੇ ਯੂਨੀਫਾਰਮ ਹੈ। ਜੇ ਇਲੈਕਟ੍ਰਿਕ ਫੀਲਡ ਯੂਨੀਫਾਰਮ ਹੋਵੇ ਪੂਰੇ ਰਸਤੇ ਵਿੱਚ ਜਾਂ ਪੂਰੇ ਰੀਜਨ ਦੇ ਵਿੱਚ, ਦੈਨ ਆਪਾਂ ਸਿੱਧਾ ਯੂਜ਼ ਕਰ ਸਕਦੇ ਡਿਸਪਲੇਸਮੈਂਟ ਦਾ ਕੰਮ। ਆਪਾਂ ਆ ਵਾਲੇ ਪੁਆਇੰਟ ਨੂੰ ਐ ਕਰਦੇ ਆ, A ਪੁਆਇੰਟ ਦਾ ਨਾਮ ਰੱਖ ਦਿੰਨੇ ਆ ओरिजिन, B ਪੁਆਇੰਟ ਦਾ ਨਾਮ ਰੱਖ ਦਿੰਨੇ ਆ ਆਪਾਂ 2 3 4। ਤਾਂ ਹੁਣ ਜਦੋਂ ਮੈਂ ਇੱਥੇ A ਤੇ B ਤੇ ਇਹਦੇ ਮਤਲਬ V at A ਸਾਨੂੰ ਕੀ ਗਿਵਨ ਹੈ जी 20 वोल्ट। V at B मैनू पता करन नूं कहा आ ते मैनू ये पता है कि पोटेंशियल डिफरेंस जे देखा जावे VB माइनस VA जिहड़ा होएगा वो किदे बराबर होएगा E.dr ऑफ E वेक्टर डॉट A तो B कि B तो याद दसो सर A तो B क्योंकि पोटेंशियल B दा फाइनल वाले दा इत्थे लिखिया दा A तो B गया वा बंदा, तो A तो लैके B लिखा जाऊगा।
एक गल समझ लगी चंगी तरह? Yes, sir. Yes, sir. ए को लेके बी Yes, तक sir. वेक्टर है, ए भी वेक्टर लिखना तो आसान ही है ना। कितना होगा 2i कैप 3j cap plus 4k cap. कितना आंदा ना, डिस्प्लेसमेंट लिखनी ਤਾਂ ਆਂਦੀ ਆ। Yes, sir. ਹੁਣ ਲੈ VB ਕਿੰਨਾ ਆ, ਇਹ ਪਤਾ ਕਰਨ ਨੂੰ ਕਿਹਾ ਸੀ, ਮਾਈਨਸ VA ਕਿੰਨਾ ਆ, ਇਹ 20 ਵੋਲਟ ਹੈ। सब ऐसा ही चल रहा है। इलेक्ट्रिक फील्ड कितना आ रहा है ऊपर, ए भी कितना, इन्होंने दोनों डॉट प्रोडक्ट करके सीधे आंसर ना लिख दिया ਆਪਾਂ, ਇਹਦਾ ਤੇ ਇਹਦਾ ਡਾਟ ਪ੍ਰੋਡਕਟ ਕਰ ਦੋ ਬਸ। देखो 2 दूनी माइनस का साइन बाहर होगा ही, 2 दूनी आऊगा 4 ते माइनस 3 3 9 प्लस 4 चुके 16 कितना आ गया 16 4 20 20 चो 9 गए कितना आ गया 11. माइनस 11 आ गया ना। Yes, sir. Yes, sir. अब पोटेंशियल एट बी ਜਿਹੜਾ ਪਤਾ ਕਰਨ ਨੂੰ ਕਿਹਾ ਸੀ ਇਹਨਾਂ ਨੇ, ਉਹ ਕਿੰਨਾ ਆਇਆ ਦੱਸੋ ਜਲਦੀ। 9. समझ लगी कि नहीं दसो। Yes, sir. Yes, sir. Yes, sir. क्योंकि देखो पोटेंशियल डिफरेंस सिंपल ਜਿਹਾ ਮਾਮਲਾ, ਜੇ A ਤੋਂ B ਜਾਂਦੇ ਹੋਏ पोटेंशियल ਵੱਧ ਰਿਹਾ ਸੀ ਤਾਂ B ਤੋਂ A ਜਾਂਦੇ ਹੋਏ पोटेंशियल ਕੀ ਕਰੂਗਾ, ਘਟੂਗਾ ਨਾ। Yes, sir. ਆਪਾਂ ਬਸ ਆ ਗੱਲ ਸਮਝਣੀ ਹੈ ਜਨਰਲ ਗੱਲ। ਜੇ ਕੋਈ ਬੱਚਾ ਕੋਈ ਹੋਰ ਮੰਨ ਲਓ ਬੱਚਾ ਹੈ ਜਿਹੜਾ ਉਹ ਕਹਿੰਦਾ ਮੈਂ ਐ ਨਹੀਂ ਕਰਨਾ ਜੀ, ਮੈਂ ਤਾਂ VA - VB ਕਰਕੇ ਕਰ ਲੈਣਾ ਸੀ, ਮੈਂ ਕਿਹਾ ਕਰ ਲਾ ਬਿਲਕੁਲ ਠੀਕ ਹੈ। ਉਹ ਕੀ ਕਰੂਗਾ, ਉਹ ਕਹੂਗਾ ਮੈਂ VA - VB ਕਰਾਂਗਾ ਤੇ ਮਾਈਨਸ E ਵੈਕਟਰ ਡਾਟ, ਮੈਂ ਉਹਨੂੰ ਕਹੂੰਗਾ ਦੇਖ ਬਈ ਤੂੰ ਪਹਿਲਾਂ VA - VB ਕੀਤਾ, ਹੁਣ ਤੇਰਾ ਹੁਣ ਫਾਈਨਲ ਪੁਆਇੰਟ A ਹੈ, ਇਨੀਸ਼ੀਅਲ ਪੁਆਇੰਟ B. ਤਾਂ ਤੂੰ ਹੁਣ ਇੱਥੇ BA ਕਰੇਗਾ, AB ਨਹੀਂ ਕਰੇਗਾ। फिर ओ की करूंगा VA कितना 20 वोल्ट की बना, VB मैंने पता ही नहीं का, पता करने को क्या उन्होंने माइनस E वेक्टर का डॉट हूं BA ना करेगा। अच्छा BA वेक्टर किया होगा -2i cap. हाँ, ये -2i कैप -3j कैप -4k कैप होगा, इतना पता ना BA आ पॉइंट A आ B है, हुन B तो ए जाओगे तो 0 - 2 0 - 3 पहला आप 2 - 0 कर ले। ਹੁਣ E ਡਾਟ BA ਵੈਕਟਰਸ ਦੇਖੋ ਚੰਗੀ ਤਰ੍ਹਾਂ ਤਾਂ ਹੀ ਆਪਾਂ ਕੀਤੇ ਸੀ ਉਦੋਂ, ਮੈਂ ਕਹਿ ਰਿਹਾ ਸਿੱਖ ਲਓ ਇਹਨਾਂ ਚੀਜ਼ਾਂ ਨੂੰ। ਕਰੋ ਹੁਣ ਗੱਲ ਇਹਦੇ ਨਾਲ ਗੁਣਾ ਕਰੋ, 2 दूनी 4 नहीं -4 प्लस 9 -16 आ गया ना। Yes, sir. ਇਹ ਕਿੰਨਾ ਬਣ ਜਾਊਗਾ -11 ਤੇ ਬਣ ਜੂ ਕੱਲਾ 11 20 - VB ਦੱਸੋ ਕਿੰਨਾ ਆਊਗਾ ਹੁਣ 9 volt. ਕੋਈ ਗਲਤੀ ਨਹੀਂ ਹੋਈ ਨਾ। Yes. Yes. ਸੋ ਇਸ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਕਰਨਾ ਹੈ ਪੋਟੈਂਸ਼ੀਅਲ ਐਟ ਫਾਈਨਲ ਮਾਈਨਸ ਪੋਟੈਂਸ਼ੀਅਲ ਐਟ ਇਨੀਸ਼ੀਅਲ ਬਰਾਬਰ ਹੋਏਗਾ ਮਾਈਨਸ ਆਫ ਇਲੈਕਟ੍ਰਿਕ ਫੀਲਡ ਵੈਕਟਰ ਦਾ ਡਾਟ ਪ੍ਰੋਡਕਟ ਇਨੀਸ਼ੀਅਲ ਟੂ फाइनल वाला डिस्प्लेसमेंट। एक गल क्लियर रहेगी, याद रहेगी हुन। Yes, sir. Yes, sir. हाँ जी शुभम बोलो। सर आपकी ये बात नहीं समझ आई सर, आपने बोला था कि B से A जाते हुए अगर पोटेंशियल बढ़ रहा है तो A से B आते हुए घटेगा ना। यस सर, यही आप A मान लो नीचे है और B आपकी छत पे है, आप अपनी छत पे जा रहे हो पौड़ियों से चढ़ के, सीढ़ियों से हैं। यस सर। तो आपका पोटेंशियल बढ़ रहा है ना, ग्रेविटेशनल पोटेंशियल एक तरह से ऊपर जाते हुए, क्योंकि आप ग्रेविटी के अगेंस्ट काम कर रहे हो ना, वर्क कर रहे हो। यस सर। और जब आप ऊपर से नीचे उतर रहे हो तब भी आपका बढ़ ही रहा है, घट रहा है ना। किसी भी पॉइंट पर जो पोटेंशियल होता है वो एक फिक्स बात है। अगर किसी मान लो रीजन में अगर चार्जेस सारे इलेक्ट्रोस्टैटिक कंडीशन में हैं, चार्ज इधर उधर भाग नहीं रहे हैं, अगर चार्ज इधर उधर भागेंगे तो हर पॉइंट का इलेक्ट्रिक फील्ड भी बदलता रहेगा और हर पॉइंट का पोटेंशियल भी बदलता रहेगा, है ना। यस। पर अगर चार्जेस सारे रेस्ट पर हैं तो हर एक रीजन में हर एक पॉइंट पर जो उस रीजन में हर एक पॉइंट पर पोटेंशियल की वैल्यू सेम ही रहेगी ना। तो मान लो सीधा सीधा से बात करता हूं मैं, एक जगह पोटेंशियल है 20 वोल्ट और एक जगह है 30 वोल्ट, तो पोटेंशियल डिफरेंस के लिए ये सारा काम करने की जरूरत थोड़ी है, मैं सीधे सीधा कहूंगा 10 वोल्ट। यस सर। तो मैं पूछूंगा ना, मैं कहूंगा अगर आप A से B की तरफ जा रहे हो तो आपका पोटेंशियल डिफरेंस 10 वोल्ट है, अगर B से A आ रहे हो तो पोटेंशियल डिफरेंस कितना होगा, -10 वोल्ट होगा ना फिर। यस सर। समझ समझ में आई बात। यस सर। Yes, क्या कह रहे समझ। अब ऐसे ही मतलब अगर मुझे ये बात पता लग गई है कि इस रिजल्ट को ऐसे यूज कर सकता हूं, तो मुझे काम क्या करना होगा, मुझे ये डिस्प्लेसमेंट वेक्टर और इलेक्ट्रिक फील्ड देखकर पोटेंशियल डिफरेंस से सीधा सीधा ही मैं रिलेट कर सकता हूं उसको, मेरे पिछले रिलेशन से जो मैंने सिखाया आपको। क्लियर है शुभम। यस सर। चलो एक क्वेश्चन और करते हैं, आपको और अच्छे से समझ में आएगी बात। इस क्वेश्चन में हम ये कर रहे हैं कि मान लो
देखो भी आ गया वाई एक्सिस, ए हैगी है मान लो एक्स एक्सिस। ਤੁਸੀਂ ਕੁਝ ਨਹੀਂ ਕਰਨਾ, ਜਿਓਮੈਟਰੀ ਹੈ ਮਾੜੀ ਮੋਟੀ, ਹੋਰ ਕੁਝ ਵੀ ਨਹੀਂ। ਜਿਓਮੈਟਰੀ ਇੰਨੀ ਕਿ 2 ਡਾਇਮੈਂਸ਼ਨਲ ਜਿਓਮੈਟਰੀ ਦਾ ਪਤਾ ਹੀ ਆਪਾਂ ਨੂੰ, ਸਿੱਧੀਆਂ ਲਾਈਨਾਂ ਵਾਲੀ ਜਿਓਮੈਟਰੀ ਤਾਂ ਆਉਂਦੀ ਹੀ ਹੈ ਚੰਗੀ ਤਰ੍ਹਾਂ, ਕਿੰਨੀ ਵਾਰੀ ਕੀਤੀ ਆਪਾਂ। ਇਹ ਕਰੋ ਇਹਦੇ ਵਿੱਚ ਨਾ, ਹਾਂਜੀ ਹਾਂਜੀ शुभम पूछ रहे हो कुछ? नो सर मैं देखो इधर ਨੂੰ ले आओ ਇਹਨੂੰ ਪਹਿਲਾਂ ਤਾਂ, ठीक है जी। ਇਹਦੇ ਉੱਪਰ देखो पॉइंट ਲੈ ਲੈਣਾ ਮੈਂ, ਇੱਕ पॉइंट ਲੈ ਲੈਣਾ मैं इधर 1 2 3 ਆ पॉइंट ਲੈ ਲਿਆ ਜੀ। ਆ पॉइंट ਦਾ ਨਾਮ ਰੱਖ ਦਿੰਦੇ ਆਪਾਂ A, ਤੇ A पॉइंट ਜਿਹੜਾ ਹੈਗਾ ਆ, A पॉइंट ਦੇ ਕੋਆਰਡੀਨੇਟਸ ਕੀ ਨੇ ਤੁਹਾਨੂੰ ਪਤਾ ਲੱਗ ਰਿਹਾ? यस ਕੀ ਹੋਣਗੇ? -30 ਤੇ ਜੇ ਮੈਂ ਇਸੇ ਤਰ੍ਹਾਂ ਇੱਕ ਪੁਆਇੰਟ ਲੈ ਲਵਾਂ ਇੱਥੇ 1 2 3 4 ਤੇ ਆਹ ਪੁਆਇੰਟ ਲੈ ਲੈਣਾ ਮੈਂ B, ਤੇ B ਪੁਆਇੰਟ ਦੇ ਕੋਆਰਡੀਨੇਟ ਕੀ ਹੋਣਗੇ? 0 4। ਬਸ ਠੀਕ ਆ, ਇੱਥੇ ਤੱਕ ਇਹਨੂੰ ਛੱਡੋ। ਪਹਿਲਾਂ ਤਾਂ ਮੈਂ ਇਹ ਕਹਿ ਰਿਹਾ ਵਾਂ ਕਿ ਇਹ ਜਿਹੜਾ A ਤੇ B ਪੁਆਇੰਟ ਹੈਗੇ ਨੇ, ਇਸ ਰੀਜਨ ਵਿੱਚ ਕੀ ਆ? ਇਲੈਕਟ੍ਰਿਕ ਫੀਲਡ ਹੈਗਾ ਆ। ਜਿਹੜਾ ਇਲੈਕਟ੍ਰਿਕ ਫੀਲਡ ਹੈਗਾ ਆ ਇਸ ਰੀਜਨ 'ਚ, ਉਹ ਐ ਆ, ਐ ਆ ਦੇਖੋ, ਐ ਕਰਕੇ ਆ ਇਲੈਕਟ੍ਰਿਕ ਫੀਲਡ ਹੈ, ਤੇ ਇਹ ਇਲੈਕਟ੍ਰਿਕ ਫੀਲਡ ਯੂਨੀਫਾਰਮ ਆ। ਸੋ ਹਲੇ ਤੁਹਾਨੂੰ ਯੂਨੀਫਾਰਮ ਵਾਲੇ ਹੀ ਕੇਸਿਸ ਆਪਾਂ ਕਰ ਰਹੇ ਹਾਂ। ਜੇ ਯੂਨੀਫਾਰਮ ਨਾ ਹੋਣ ਤਾਂ ਵੀ ਤੁਹਾਨੂੰ ਪਤਾ ਫਿਰ ਇੰਟੀਗਰਲ ਕਰਨਾ ਪੈਣਾ, ਫਿਰ ਉਹ ਕੇਸ ਹੋਣਗੇ ਵੱਖਰੇ। ਆਪਾਂ ਫਿਲਹਾਲ ਆਹੀ ਸਿੱਖ ਲਈਏ ਆਪਾਂ ਪਹਿਲਾਂ, ਤਾਂ ਕਿ ਆਪਾਂ ਨੂੰ ਗੱਲ ਕਲੀਅਰ ਹੋ ਜਾਏ ਚੰਗੀ ਤਰ੍ਹਾਂ ਆਪਾਂ ਕਿਵੇਂ ਕੰਮ ਕਰਦੇ ਹਾਂ। ਸੋ ਮੰਨ ਲਓ ਆ ਆਪਣਾ ਇਲੈਕਟ੍ਰਿਕ ਫੀਲਡ ਹੈ, ਤੇ ਇਹ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈਗਾ ਆ ਇਸ ਡਾਇਰੈਕਸ਼ਨ ਦੇ ਵਿੱਚ। ਤੇ ਇੱਥੇ ਗਿਵਨ ਹੈ ਕਿ ਆ ਜਿਹੜਾ ਐਂਗਲ ਹੈਗਾ ਆ ਇੱਥੇ ਇਲੈਕਟ੍ਰਿਕ ਫੀਲਡ ਦਾ ਐਕਸ ਐਕਸਿਸ ਨਾਲ ਐਂਗਲ ਜਿਹੜਾ 16 ਡਿਗਰੀ ਦਾ ਐਂਗਲ ਬਣਦਾ ਆ, ਬਸ ਆ ਪਤਾ ਆਪਾਂ ਨੂੰ। ਤੇ ਇਲੈਕਟ੍ਰਿਕ ਫੀਲਡ ਦਾ ਜਿਹੜਾ ਮੈਗਨੀਟਿਊਡ ਹੈਗਾ ਆ ਉਹ ਵੀ ਸਾਨੂੰ ਪਤਾ ਹੈ, ਉਹ 20 ਨਿਊਟਨ ਪਰ ਕੂਲਮ ਹੈਗਾ ਆ ਵੀ ਸਾਨੂੰ ਪਤਾ ਆ। ਮੈਗਨੀਟਿਊਡ ਪਤਾ ਲੱਗ ਗਿਆ ਤੇ ਆ ਵੀ ਪਤਾ ਲੱਗ ਗਿਆ। ਹੁਣ ਤੁਹਾਨੂੰ ਸਵਾਲ ਦੇ ਰਿਹਾ ਮੈਂ, ਕੁਐਸਚਨ ਹੈਗਾ ਫਾਈਂਡ VA minus VB, ਆ ਤੁਹਾਡਾ ਸਵਾਲ ਹੈ। ਹੁਣ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸੋ, ਜੇ VA minus VB ਪਤਾ ਕਰਨਾ ਹੈ ਤਾਂ ਡਿਸਪਲੇਸਮੈਂਟ ਕਿਹੜੀ ਵਰਤਣੀ ਚਾਹੀਦੀ ਹੈ ਆਪਾਂ ਨੂੰ? ਆ ਇੱਥੇ ਇਸ ਜਗ੍ਹਾ ਤੇ ਰਿਲੇਸ਼ਨ 'ਚ BA ਵਰਤਣੀ ਚਾਹੀਦੀ ਹੈ। यस सर। नहीं सच VB minus VA करना, VBA minus सॉरी एक मिनट रुक जाओ, ਇਹਨੂੰ VB minus VA करना है मैं, ਉਹ ਤਾਂ ਤੁਹਾਨੂੰ ਪਤਾ 5 ਪੁੱਠਾ ਕਰ ਦਵਾਂਗੇ ਆਪਾਂ, ਉਹ ਵੀ ਗੱਲ ਕਰ ਲਾਂਗੇ, ਉਹ ਵੀ ਹੋ ਸਕਦਾ ਹੈ। VB minus VA ਕਰਨਾ ਹੈ ਤਾਂ ਹੁਣ ਕਿਹੜੀ ਡਿਸਪਲੇਸਮੈਂਟ ਵਰਤਾਂਗੇ ਆਪਾਂ? A to B। ਡਿਸਪਲੇਸਮੈਂਟ ਨੂੰ ਨਾ ਥੋੜਾ ਵੱਖਰਾ ਕਰਨ ਲਈ, ਤੁਹਾਨੂੰ ਗੱਲ ਸਮਝਾਉਣ ਲਈ ਮੈਂ ਇੱਥੇ ਤਾਂ ਯੈਲੋ ਕਲਰ ਨਾਲ ਐ ਬਣਾ ਦੇਣਾ। ਆ ਮੰਨ ਲਓ A ਤੋਂ B ਡਿਸਪਲੇਸਮੈਂਟ ਆਈ ਵਰਤਣੀ ਹੈ ਨਾ? यस सर। ਤੁਸੀਂ ਮੈਨੂੰ ਇਹ ਦੱਸੋ, ਇੱਥੇ IJ ਫਾਰਮ 'ਚ ਤਾਂ ਹੈ ਨਹੀਂ, ਇਲੈਕਟ੍ਰਿਕ ਫੀਲਡ ਵੀ ਤੁਹਾਨੂੰ IJ ਫਾਰਮ 'ਚ ਨਹੀਂ ਗਿਵਨ ਹੈਗਾ, ਇਸ ਲਈ ਤੁਸੀਂ ਉਹ IJ ਵਾਲਾ ਡਾਟ ਪ੍ਰੋਡਕਟ ਛੱਡ ਦਿਓ, ਤੁਸੀਂ ਸਿੰਪਲ ਡਾਟ ਪ੍ਰੋਡਕਟ ਸਿੱਖੋ, ਯੂਜ਼ ਕਰੋ। ਡਾਟ ਪ੍ਰੋਡਕਟ ਕੀ ਹੁੰਦਾ? A ਵੈਕਟਰ ਡਾਟ B ਵੈਕਟਰ ਕੀ ਹੁੰਦਾ? A ਦਾ ਮੈਗਨੀਟਿਊਡ B ਦਾ ਮੈਗਨੀਟਿਊਡ cos of angle I ਹੁੰਦਾ ਨਾ? Yes sir। ਤੁਸੀਂ ਦੱਸੋ ਇੱਥੇ ਦਾ VB minus VA ਹੈਗਾ ਆ, ਇਹ ਬੇਸਿਕਲੀ ਹੋਊਗਾ ਇੱਥੇ ਮਾਈਨਸ ਆਫ ਇਲੈਕਟ੍ਰਿਕ ਫੀਲਡ ਵੈਕਟਰ ਅਤੇ ਡਾਟ ਪ੍ਰੋਡਕਟ ਕਿਹਦੇ ਨਾਲ ਆਊਗਾ? AB। ਇਹ ਆਊਗਾ ਮਾਈਨਸ ਆਫ, ਪਹਿਲਾ ਆਊਗਾ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਪਤਾ ਨਾ? यस सर। 20। ਫਿਰ AB ਦਾ ਮੈਗਨੀਟਿਊਡ ਕਿੰਨਾ ਹੈ ਦੱਸ ਦਿਓ ਮੈਨੂੰ ਹੁਣ। सर 5। 5 ਸਿੱਧਾ ਸਿੱਧਾ ਹੀ ਪਤਾ ਲੱਗ ਰਿਹਾ ਨਾ, ਬਿਲਕੁਲ ਪਾਈਥਾਗੋਰਸ ਲਾ ਕੇ 3 ਤੇ 4 ਹੈ ਤਾਂ 5 ਹੀ ਹੋਊਗਾ ਇਹ, ਹਨਾ? यस सर। ਇਲੈਕਟ੍ਰਿਕ ਫੀਲਡ ਦੇ ਵਿੱਚ ਤੇ AB ਵੈਕਟਰ ਵਿੱਚ ਐਂਗਲ ਕਿੰਨਾ ਹੈ, ਆ ਗੱਲ ਹੈਗੀ ਇਹ ਸਮਝਣ ਵਾਲੀ। ਹੁਣ ਦੇਖੋ ਆ ਇਲੈਕਟ੍ਰਿਕ ਫੀਲਡ ਹੈ ਤੁਹਾਡਾ, ਇਲੈਕਟ੍ਰਿਕ ਫੀਲਡ ਦੇ ਪੈਰਲਲ ਜੇ ਮੈਂ ਇੱਥੋਂ ਐ ਸੋਚਾਂ, ਆ ਇਲੈਕਟ੍ਰਿਕ ਫੀਲਡ ਆ ਜਾ ਰਹੀ ਹੈ ਨਾ ਲਾਈਨ, सर 37। ਆ ਐਂਗਲ ਪਤਾ ਕਰਨਾ ਨਾ ਇਲੈਕਟ੍ਰਿਕ ਫੀਲਡ ਤੇ ਉਹਦੇ ਵਿੱਚ, ਆ ਵਾਲਾ। यस सर। देखो आ वाला कितना है 16 डिग्री है, नीचे वाला यस सर। ये आ 16 डिग्री गिवन है, आ टोटल कितना है अभी तो पता ना, आ 4 आ ते आ 3 आ, यस सर। टोटल 53 डिग्री नहीं हो गया? यस सर। टोटल 53 ਵਿੱਚੋਂ 16 ਘਟਾ ਦੋ ਤਾਂ ਤੁਹਾਡਾ ਆ ਜਾਊਗਾ ਨਾ? यस सर। 37 डिग्री आ गया? यस सर। ਤਾਂ cos 37 डिग्री आ जाऊगा ਇੱਥੇ। ਤੇ ਜਵਾਬ ਮਿਲੇ ਕੀ ਹੋਗਾ? 20 5 100 ਤੇ 37 ਡਿਗਰੀ ਦਾ ਕੀ ਬਣਿਆ? cos 37 ਕਿੰਨਾ ਹੁੰਦਾ ਦੱਸੋ ਬਈ? 3/5 ਕਿ 4/5 ਸੋਚੋ।
37 डिग्री ਲਈ ਇੱਥੇ 3 ਹੁੰਦਾ ਨਾ, ਇੱਥੇ 4 ਹੁੰਦਾ, ਤਾਂ 37 डिग्री ਬਣੂਗਾ। 4/5 4/5 5 ਇੱਥੇ ਕੀ ਆਊਗਾ 20 50 100 ਵਿੱਚੋਂ 80 -80 ਵੋਲਟ ਆਨਸਰ। ਦੱਸੋ ਸਮਝ ਲੱਗ ਗਈ ਸਾਰਿਆਂ ਨੂੰ ਗੱਲ? Yes, Yes, sir. ਠੀਕ ਹੈ ਜੀ ਗੱਲ। ਸੋ ਇਸੇ ਤਰ੍ਹਾਂ ਜੇ ਆਪਾਂ ਇਲੈਕਟ੍ਰਿਕ ਫੀਲਡ ਦਾ ਉਦਾਂ ਕਰਦੇ ਮਤਲਬ ਜੇ VB VA ਕਰਦੇ ਆ ਤਾਂ ਇਹ -80 ਆ ਰਿਹਾ, VA VB ਕਰਾਂਗੇ ਤਾਂ ਕੀ ਆਊਗਾ 80। ਠੀਕ ਹੈ ਨਾ। ਸੋ ਉੱਥੇ ਆਪਾਂ ਕਈ ਵਾਰ ਆਪਾਂ ਪੁੱਠਾ ਕੈਲਕੂਲੇਟ ਕਰਕੇ ਵੀ ਆਨਸਰ ਅੱਗੇ ਆਪਣਾ ਸਹੀ ਦੇ ਸਕਦੇ ਆ, ਜੇ ਆਪਾਂ ਨੂੰ ਲੱਗੇ ਕਿ ਇੱਥੇ ਡਿਸਪਲੇਸਮੈਂਟ ਨਾਲ ਐਂਗਲ ਕੱਢਣਾ ਸੌਖਾ ਹੈ, ਐਂ ਕੱਢ ਲਵਾਂਗੇ। ਗੱਲ ਸਾਰਿਆਂ ਨੂੰ ਕਲੀਅਰ ਹੋ ਰਹੀ ਹੈ ਕਿ ਕਿਸ ਤਰ੍ਹਾਂ ਆਪਾਂ ਕਾਂਸਟੈਂਟ ਇਲੈਕਟ੍ਰਿਕ ਫੀਲਡ ਜਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵੇਲੇ ਪੋਟੈਂਸ਼ੀਅਲ ਡਿਫਰੈਂਸਿਸ ਕੈਲਕੂਲੇਟ ਕਰਦੇ ਆ। ਕਿਸੇ ਇੱਕ ਪੁਆਇੰਟ ਦਾ ਪੋਟੈਂਸ਼ੀਅਲ ਗਿਵਨ ਹੋ ਸਕਦਾ, ਦੂਜੇ ਪੁਆਇੰਟ ਦਾ ਪਤਾ ਕਰ ਸਕਦੇ ਆ। ਸਭ ਨੂੰ ਸਮਝ ਲੱਗ ਗਈ ਗੱਲ? yes, sir. ਹੁਣ ਦੇਖੋ ਸਾਰਿਆਂ ਨੇ ਅਗਲਾ ਕੁਐਸਚਨ। ਇੱਥੇ ਇਲੈਕਟ੍ਰਿਕ ਫੀਲਡ ਯੂਨੀਫਾਰਮ ਨਹੀਂ ਹੈਗਾ। ਹੁਣ ਇੱਥੇ ਕਹਿੰਦੇ ਜਿਹੜਾ ਇਲੈਕਟ੍ਰਿਕ ਫੀਲਡ ਹੈਗਾ, ਬਸ ਧਿਆਨ ਰੱਖਣਾ ਇਲੈਕਟ੍ਰਿਕ ਫੀਲਡ ਕੀ ਚੀਜ਼ ਗਿਵਨ ਆ, ਕਿਵੇਂ ਗਿਵਨ ਆ। ਇਹ ਹੈ ਕਿ -2x² I cap ਆ ਮੰਨ ਲਓ ਇਲੈਕਟ੍ਰਿਕ ਫੀਲਡ ਗਿਵਨ ਆ, ਤੇ ਇੱਥੇ ਕੀ ਆ 2 ਡਾਇਮੈਂਸ਼ਨ ਚ ਗੱਲ ਕਰ ਰਹੇ ਆਪਾਂ। ਐਟ ओरिजिन ਜਿਹੜਾ ਆਪਾਂ ਪੋਟੈਂਸ਼ੀਅਲ ਹੈ ਆਪਣਾ 10 ਵੋਲਟ। ਹੁਣ ओरिजिन ਤੇ ਪੋਟੈਂਸ਼ੀਅਲ 10 ਵੋਲਟ ਗਿਵਨ ਆਪਾਂ ਨੂੰ। ਉਹ ਕਹਿ ਰਹੇ ਨੇ ਐਟ x = 4, ਠੀਕ ਹੈ, ਤੁਸੀਂ ਪੋਟੈਂਸ਼ੀਅਲ ਦੀ ਵੈਲਿਊ ਦੱਸਣੀ ਹੈ। ਐਟ x = 4 ਪੋਟੈਂਸ਼ੀਅਲ ਦੀ ਵੈਲਿਊ ਦੱਸਣੀ ਹੈ। ਤੁਸੀਂ ਕਹਿਣਾ ਵੀ x4 ਦੱਸਿਆ, y ਤਾਂ ਨਾਲ ਦੱਸਿਆ ਹੀ ਨਹੀਂ। ਆਪਾਂ ਦੇਖਦੇ ਹਾਂ ਪਹਿਲਾਂ ਸਵਾਲ ਨੂੰ ਕਿ ਕੀ ਹੈ, ਬਣੀ ਕੀ ਗੱਲ। ਠੀਕ ਹੈ, ਹੁਣ ਇੱਥੇ ਦੇਖੋ, ਜੇ ਤੁਸੀਂ ਗੱਲ ਕਰਦੇ ਹੋ XY ਐਕਸਿਸ ਦੇ ਵਿੱਚ ਹੀ ਗੱਲ ਕਰੀਏ ਆਪਾਂ, ਜੇ ਅੱਜ ਪਨਮ ਦਾ ਲੱਗਦਾ ਨਾ ਕਨੈਕਸ਼ਨ ਬਹੁਤ ਜ਼ਿਆਦਾ हुआ, ਉਹ ਕਾਫੀ ਦੇਰ ਦੀ ਬਜਾਏ ਟਰਾਈ ਕਰ ਰਹੀ ਹੈ, ਬਾਰ-ਬਾਰ ਟਰਾਈ ਕਰ ਰਹੀ ਹੈ, ਵੇਟਿੰਗ ਰੂਮ ਚ ਆ ਰਹੀ ਹੈ। ਚਲੋ ਸੋ ਇੱਥੇ ਦੇਖੋ ਹੁਣ ਧਿਆਨ ਨਾਲ। ਹੁਣ ਮੈਂ ਜੇ ਗੱਲ ਕਰਾਂ ਇੱਥੇ ਮੈਂ ਯੂਜ਼ ਕਰ ਇਲੈਕਟ੍ਰਿਕ ਫੀਲਡ, ਪਹਿਲੀ ਗੱਲ ਦੱਸੋ ਯੂਨੀਫਾਰਮ ਹੈ ਕਿ ਨਹੀਂ ਆ ਦੱਸੋ। no, sir. ਅੱਛਾ ਕੀ ਬੱਚਾ ਦੱਸ ਸਕਦਾ ਕਿ ओरिजिन ਤੇ ਇਲੈਕਟ੍ਰਿਕ ਫੀਲਡ ਕਿੰਨਾ ਆ? 0. क्योंकि x ਦੀ ਵੈਲਿਊ 0 ਪੁੱਟ ਕਰਾਂਗੇ 0 ਆ ਗਿਆ, ਤੇ x = 1 ਤੇ ਇਲੈਕਟ੍ਰਿਕ ਫੀਲਡ ਕਿੰਨਾ ਆ? -2 ਮਤਲਬ ਇਲੈਕਟ੍ਰਿਕ ਫੀਲਡ ਹੋਊਗਾ ਇਸ ਦਿਸ਼ਾ ਚ ਨਾ, Yes, sir. ਹਾਂ ਇਸ ਜਗ੍ਹਾ ਤੇ 2 ਤੇ -4 ਆ ਜਾਊਗਾ ਨਾ। ਨਹੀਂ 8. 8 ਆਈ। ਮਤਲਬ ਤੁਸੀਂ ਦੇਖੋ ਇੱਧਰ ਜਿਵੇਂ ਜਿਵੇਂ x ਵਾਲੇ ਪਾਸੇ ਨੂੰ ਜਾ ਰਹੇ ਹੋ, ਇਲੈਕਟ੍ਰਿਕ ਫੀਲਡ ਤੁਹਾਡਾ ਸਟਰੋਂਗ ਹੁੰਦਾ ਜਾ ਰਿਹਾ, ਤੇ ਉਹਦੀ ਡਾਇਰੈਕਸ਼ਨ ਕਿੱਧਰ ਨੂੰ ਆ ਰਹੀ ਆ? opposite ਇੱਧਰ ਨੂੰ ਆ ਰਹੀ ਹੈ ਹਨਾ, x ਡੈਸ਼ ਵੱਲ। ਚਲੋ ਇਹ ਤਾਂ ਜਸਟ ਵੈਸੇ ਹੀ ਗੱਲ ਸੀ ਆਪਣੀ। ਹੁਣ ओरिजिन ਤੇ ਤਾਂ ਦੱਸਿਆ ਉਹਨਾਂ ਨੇ ਇਲੈਕਟ੍ਰਿਕ ਫੀਲਡ ਵੋਲਟੇਜ ਕਿੰਨਾ 10 ਵੋਲਟ ਆ, ਤੇ x = 3 and 4 ਇਸ ਜਗ੍ਹਾ ਤੇ ਉਹਨਾਂ ਨੇ ਪੁੱਛਿਆ ਵਾ ਕਿੰਨਾ ਵੋਲਟੇਜ। ਠੀਕ ਹੈ, Yes, sir. 40 ਤੋਂ ਦੱਸ ਦਿਓ, ਕਿਉਂਕਿ ਇਹਦੇ ਉੱਪਰ ਕਿਸੇ ਵੀ ਜਗ੍ਹਾ ਜਾਓਗੇ, ਕਿਉਂਕਿ ਇਲੈਕਟ੍ਰਿਕ ਫੀਲਡ ਤੁਹਾਡਾ ਹਮੇਸ਼ਾ ਹੀ ਇਸ ਡਾਇਰੈਕਸ਼ਨ ਚ ਆ ਨਾ। Yes, ਤਾਂ ਇਹਦੇ ਕਿਸੇ ਪਾਰਟਿਕੂਲਰ ਪੁਆਇੰਟ ਤੇ ਇੱਥੇ ਜਿੰਨਾ ਵੀ ਪੋਟੈਂਸ਼ੀਅਲ ਹੋਏਗਾ ਉਹ ਸੇਮ ਹੀ ਹੋਏਗਾ ਉੱਪਰਲੀ ਪੂਰੀ ਲਾਈਨ ਤੇ। ਇਹ ਮੈਂ ਤੁਹਾਨੂੰ ਦੱਸੂਗਾ ਹੁਣੀ, ਥੋੜਾ ਹੋਰ ਆਪਾਂ ਡਿਟੇਲ ਚ ਜਾਵਾਂਗੇ। ਤਾਂ ਜਿੱਥੇ ਮਰਜ਼ੀ ਪਤਾ x = 4 ਤੇ ਮਤਲਬ ਇੱਥੇ ਪਤਾ ਕਰ ਲਓ, ਇੱਥੇ ਪਤਾ ਕਰ ਲਓ, ਇੱਥੇ ਪਤਾ ਕਰ ਲਓ, ਆਨਸਰ ਇੱਕ ਹੀ ਆਉਣ ਵਾਲਾ ਤੁਹਾਡਾ। ਕਿਉਂਕਿ ਤੁਸੀਂ ਚਲੋ ਇਹਨੂੰ ਕਰੋ, ਪਹਿਲਾਂ ਇਹਨੂੰ ਕਰੀਏ। dv ਕਿਹਦੇ ਬਰਾਬਰ ਆਉਂਦਾ ਦੇਖੋ, ਤਾਂ dv ਰਿਜ਼ਲਟ ਯੂਜ਼ ਕਰਨਾ ਪੈਣਾ। ਹੁਣ ਡੈਲਟਾ ਵੀ ਨਹੀਂ, ਕਿਉਂਕਿ ਇਲੈਕਟ੍ਰਿਕ ਫੀਲਡ ਯੂਨੀਫਾਰਮ ਨਹੀਂ ਹੈਗਾ। -E.dr ਤੇ ਯਾਦ ਰੱਖਿਓ ਕਿ ਜਦੋਂ ਤੁਸੀਂ ਇੱਥੇ dr ਯੂਜ਼ ਕਰੋਗੇ ਨਾ, dr ਵੈਕਟਰ ਬੇਸਿਕਲੀ ਹੁੰਦਾ ਹੈ dx × I cap + dy × j cap ਹੁੰਦਾ। ਪਰ ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਦਾ ਇਹਨਾਂ ਡਾਟ ਪ੍ਰੋਡਕਟ dy ਦੀ ਕੋਈ ਸੈਂਸ ਨਹੀਂ ਬਣਦੀ, ਉਹਨੇ 0 ਹੀ ਹੋ ਜਾਣਾ ਵਾ। ਤੇ ਬੇਸਿਕਲੀ ਆ ਜਾਊਗਾ - ਇਲੈਕਟ੍ਰਿਕ ਫੀਲਡ ਵੈਕਟਰ ਕਿੰਨਾ ਹੈ -2x² I cap ਆ, ਤੇ ਇਹਦਾ ਡਾਟ ਪ੍ਰੋਡਕਟ ਕਿਹਦੇ ਨਾਲ ਆ? dx I cap ਦੇ ਨਾਲ ਆ। ਬਸ ਸਮਝ ਲੱਗੀ ਗੱਲ? Yes, sir. ਹੁਣ ਜਦੋਂ ਇਹਨੂੰ ਕਰਾਂਗੇ ਆਪਣਾ ਇਹ ਆਊਗਾ 2x² dx ਆ ਜਾਊਗਾ ਸਿੱਧਾ ਹੀ। Yes, sir. ਤੇ ਆਪ ਆ dv ਆ ਗਿਆ। ਹੁਣ ਜਦੋਂ ਹੁਣ ਕਰੋ, ਹੁਣ ਡੈਲਟਾ ਵੀ ਕਹੋਗੇ ਜਦੋਂ ਇੰਟੀਗਰਲ ਦਾ ਸਾਈਨ ਪਾਓਗੇ ਤਾਂ ਇੰਟੀਗਰਲ ਆਫ dv। ਇੰਟੀਗਰਲ ਆਫ dv ਕੀ ਹੋਊਗਾ? ਬੇਸਿਕਲੀ ਇੰਟੀਗਰਲ ਆਫ 2x² dx। ਦੱਸੋ ਫਿਰ ਆਪਾਂ ਪੋਟੈਂਸ਼ੀਅਲ ਡਿਫਰੈਂਸ ਕਿਹਦੇ ਵਿੱਚ ਕੈਲਕੂਲੇਟ ਕਰਨ ਜਾ ਰਹੇ ਹਾਂ? ਔਰ ਚਾਹੇ ਤੁਸੀਂ 0 ਤੋਂ 4 ਲੈ ਜਾਏ, 4 ਤੋਂ 0, ਕੋਈ 4 ਤੇ ਪਤਾ ਕਰਨਾ ਆਪਾਂ ਬਸ। ਤਾਂ 0 ਤੋਂ 4 ਲੈ ਜੀ ਆਪਾਂ। Yes, sir. ਤਾਂ ਹੁਣ ਤੁਸੀਂ ਆਪ ਲਾ ਲਓ ਹਿਸਾਬ। ਇੱਥੇ v4 ਬੇਸਿਕਲੀ v at x = 4 ਆਊਗਾ, ਇੱਥੇ - v at origin ਆਊਗਾ ਨਾ। Yes, sir. yes, बराबर है
ਇਹ ਆਊਗਾ 2 ਬਾਹਰ ਆਊਗਾ x ਸਕੁਅਰ ਦਾ ਬਣੂਗਾ x ਕਿਊਬ ਬਟਾ 3 0 ਤੋਂ ਲੈ ਕੇ 4 ਤੱਕ। ਇਹ ਆਊਗਾ 4 ਤੱਕ 16 ਜਾ ਕੇ 64 64 ਬਟਾ 3 ਇਹ ਆਊਗਾ 128 ਬਟਾ 3। Yes, sir. ਤੇ v at x equal to 4 ਪਤਾ ਕਰਨਾ ਹੈ ਆਪਾਂ ਤੇ ਇਹ ਮਾਈਨਸ ਕਿੰਨਾ ਆ 10 ਵੋਲਟ ਉਧਰ ਇੱਕ ਪਲੱਸ 10 ਕਰ ਦਈਏ। Yes, sir. Yes, sir. ਇਹ ਆਊਗਾ 158 ਬਟਾ 3 ਵੋਲਟ। ਆਨਸਰ ਬਸ ਹੋ ਗਿਆ ਕੰਮ। ਸੋ ਤੁਸੀਂ ਯਾਰ ਗੱਲ ਦਾ ਧਿਆਨ ਰੱਖਣਾ ਕਿ ਲਿਮਿਟਸ ਕਿਹੜੀਆਂ ਲਿਖ ਰਹੇ ਹੋ ਇਨੀਸ਼ੀਅਲ ਟੂ ਫਾਈਨਲ, ਤਾਂ ਇੱਥੇ ਫਾਈਨਲ ਮਾਈਨਸ ਇਨੀਸ਼ੀਅਲ ਆਂਦਾ ਹੈ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ। ਤੇ ਇੱਥੇ ਆਪਣੇ ਕੋਲ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਡਿਪੈਂਡ ਕਰ ਰਿਹਾ ਸੀ x ਦੇ ਉੱਪਰ, ਇਸ ਲਈ ਆਪਾਂ ਨੂੰ ਇਹ ਗੱਲ ਸੋਚਣੀ ਪਈ। ਹੁਣ ਤੁਹਾਨੂੰ ਥੋੜਾ ਜਿਹਾ ਇਹਦੀ ਹੋਰ ਡਿਟੇਲ ਚ ਜਾਨਣਾ ਮੈਂ ਲੈ ਕੇ ਕਿ ਗੱਲ ਨੂੰ ਆਪਾਂ ਸਮਝੀਏ ਕਿ ਪੋਟੈਂਸ਼ੀਅਲ ਬੇਸਿਕਲੀ ਕਿਵੇਂ ਵੱਧਦਾ ਹੈ ਘਟਦਾ ਹੈ, ਪੋਟੈਂਸ਼ੀਅਲ ਵੱਧਦਾ ਹੈ ਘਟਦਾ ਕਿਵੇਂ ਹੈ। ਇਹਦੇ ਲਈ ਤੁਸੀਂ ਸਮਝੋ, ਜੇ ਮੈਂ ਗੱਲ ਕਰਾਂ ਇੱਕ ਪੁਆਇੰਟ ਚਾਰਜ ਦੀ, ਇੱਥੇ ਸਮਝ ਆ ਜੂ ਗੱਲ ਤੁਹਾਨੂੰ। ਪੁਆਇੰਟ ਚਾਰਜ ਦੇ ਕਰਕੇ ਇਸ ਜਗ੍ਹਾ ਤੇ A ਪੁਆਇੰਟ ਹੈ, ਇਸ ਜਗ੍ਹਾ ਤੇ B ਪੁਆਇੰਟ ਹੈ। ਹਿਮਾਨੀ Yes, sir. ਇਲੈਕਟ੍ਰਿਕ ਫੀਲਡ ਸਟਰੋਂਗ ਕਿੱਥੇ ਹੋਏਗਾ, A ਤੇ ਕਿ B ਤੇ? A ਤੇ। A ਤੇ ਸਟਰੋਂਗ ਇਲੈਕਟ੍ਰਿਕ ਫੀਲਡ ਹੈ, B ਤੇ ਵੀਕ ਇਲੈਕਟ੍ਰਿਕ, ਯਾਨੀ ਅਗਰ ਤੁਸੀਂ A ਤੋਂ B ਵਾਲੇ ਪਾਸੇ ਜਾ ਰਹੇ ਹੋ ਤਾਂ ਤੁਹਾਡਾ ਇਲੈਕਟ੍ਰਿਕ ਫੀਲਡ ਡਿਕਰੀਜ਼ ਹੋ ਰਿਹਾ। Yes, sir. ਤੇ ਪੋਟੈਂਸ਼ੀਅਲ A ਤੇ ਜ਼ਿਆਦਾ ਹੈ ਕਿ B ਤੇ ਜ਼ਿਆਦਾ, ਵੀ ਦੱਸ ਦੇ। Potential B ਤੇ। ਸੋਚੋ। Sir, B ਤੇ ਜਾਣ ਲਈ ਜ਼ਿਆਦਾ work done ਕਰਨਾ ਪਏਗਾ। ਨਹੀਂ ਉਹ ਤਾਂ ਵਰਡਨ ਇਨਫਿਨਿਟੀ ਤੋਂ ਹੁੰਦਾ ਨਾ। ਪੋਟੈਂਸ਼ੀਅਲ ਐਟ 0 ਆਪਾਂ ਪੋਟੈਂਸ਼ੀਅਲ ਨੂੰ 0 ਇਨਫਿਨਿਟੀ ਤੇ ਮੰਨਿਆ ਨਾ ਆਪਾਂ। ਉੱਥੋਂ ਨਾਲੇ ਤੈਨੂੰ ਫਾਰਮੂਲਾ ਨਹੀਂ ਪਤਾ, ਤੈਨੂੰ ਸਿੱਧੇ ਫਾਰਮੂਲਾ ਲਗਾ। ਪੋਟੈਂਸ਼ੀਅਲ ਦਾ ਫਾਰਮੂਲਾ ਕੀ ਹੁੰਦਾ, KQ ਬਾਏ। ਤਾਂ ਪੋਟੈਂਸ਼ੀਅਲ ਐਟ A ਹੋਏਗਾ ਤੇਰਾ KQ ਬਾਏ RA। Yes, sir. ਤੇ ਪੋਟੈਂਸ਼ੀਅਲ ਐਟ B ਹੋਏਗਾ KQ ਬਾਏ RB, where RA and RB are the distances from A and B। ਆਦਾ ਪਤਾ ਕਿ ਨਹੀਂ? Yes, sir. Yes, sir. ਫਿਰ ਤੂੰ ਦੇਖ ਲੈ K ਤੇ Q ਤਾਂ ਸੇਮ ਹੀ ਨੇ, ਫਿਰ ਪੋਟੈਂਸ਼ੀਅਲ A ਤੇ ਜ਼ਿਆਦਾ ਕਿ B ਤੇ ਜ਼ਿਆਦਾ? Sir, A ਤੇ। A ਤੇ ਜ਼ਿਆਦਾ ਹੈ। A ਤੇ ਜ਼ਿਆਦਾ ਆ। ਸੋ ਪੋਟੈਂਸ਼ੀਅਲ ਇੱਥੇ ਪੋਟੈਂਸ਼ੀਅਲ ਜ਼ਿਆਦਾ, ਇੱਥੇ ਪੋਟੈਂਸ਼ੀਅਲ ਘੱਟ ਹੈ। ਤੇ ਜਦੋਂ ਤੁਸੀਂ A ਤੋਂ B ਵਾਲੇ ਪਾਸੇ ਜਾ ਰਹੇ ਹੋ ਤਾਂ ਪੋਟੈਂਸ਼ੀਅਲ ਤੁਹਾਡਾ ਕੀ ਹੋ ਰਿਹਾ? ਘਟ ਰਿਹਾ ਹੈ। ਅੱਛਾ ਪਰ ਇਹਦੇ ਨਾਲ ਥੋੜਾ ਡਾਇਰੈਕਸ਼ਨ ਨਾਲ ਰਿਲੇਟ ਕਰਨਾ ਸੀ ਮੈਂ ਤੁਹਾਨੂੰ ਥੋੜਾ ਜਿਹਾ। ਜੇ ਤੁਸੀਂ B ਤੋਂ A ਜਾ ਰਹੇ ਤਾਂ ਕੀ ਹੋ ਰਿਹਾ ਦੱਸੋ? Potential ਵੱਧ ਰਿਹਾ ਹੈ। B ਤੋਂ A ਜਾ ਰਹੇ ਤਾਂ ਪੋਟੈਂਸ਼ੀਅਲ ਵੱਧ ਰਿਹਾ ਨਾ। Yes, sir. ਸੋ ਬੇਸਿਕਲੀ ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਦੇ ਖਿਲਾਫ ਜਾਂਦੇ ਹੋ ਤਾਂ ਤੁਹਾਡਾ ਪੋਟੈਂਸ਼ੀਅਲ ਵੱਧਦਾ ਹੈ। ਤੇ ਜੇ ਤੁਸੀਂ ਇਲੈਕਟ੍ਰਿਕ ਫੀਲਡ ਦੇ ਵੱਲ ਹੀ ਜਾਂਦੇ ਹੋ, ਉਹਦੇ ਨਾਲ ਨਾਲ ਜਾ ਰਹੇ ਹੋ ਤਾਂ ਪੋਟੈਂਸ਼ੀਅਲ ਘਟਦਾ ਹੈ। ਦੀ ਡਾਇਰੈਕਸ਼ਨ ਮੈਂ ਜੇ ਇਹ ਤੋਂ ਡਿਕਰੀਜ਼ ਨਹੀਂ ਛੱਡੋ, ਤੁਸੀਂ ਆਹ ਵਾਲੀ ਗੱਲ ਛੱਡ ਦੋ, ਇਹ ਗੱਲ ਨਾ ਥੋੜਾ ਭੁਲੇਖਾ ਕ੍ਰੀਏਟ ਕਰ ਰਹੀ ਹੈ। ਹਲੇ ਮੈਂ ਬਾਤ ਸਮਝਾਉਂਗਾ। ਇਲੈਕਟ੍ਰਿਕ ਫੀਲਡ ਦੀ ਕੱਲੀ ਡਾਇਰੈਕਸ਼ਨ ਮੈਂ A ਤੋਂ B ਲਿਖੀ ਆ। ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ A ਤੋਂ B ਹੈ ਨਾ। Yes, sir. ਤੇ ਤੁਸੀਂ ਦੇਖ ਰਹੇ ਹੋ ਕਿ ਜੇ ਮੈਂ ਇਲੈਕਟ੍ਰਿਕ ਫੀਲਡ ਦੇ ਨਾਲ ਨਾਲ ਇੱਧਰ ਨੂੰ ਜਾ ਰਿਹਾ ਵਾਂ ਤਾਂ ਮੇਰਾ ਪੋਟੈਂਸ਼ੀਅਲ ਘਟ ਰਿਹਾ ਨਾ। Yes, sir. ਤੇ ਜਦੋਂ ਮੈਂ ਇਲੈਕਟ੍ਰਿਕ ਫੀਲਡ ਦੇ ਖਿਲਾਫ ਜਾ ਰਿਹਾ ਤਾਂ ਪੋਟੈਂਸ਼ੀਅਲ ਵੱਧ ਰਿਹਾ। ਇਹ ਬਿਲਕੁਲ ਐਵੇਂ ਨਹੀਂ ਹੋ ਗਿਆ ਜਿਵੇਂ ਪਹਾੜੀ ਦੇ ਉੱਪਰ ਜੇ ਮੈਂ ਇੱਕ ਬੰਦਾ ਟਰੈਕਿੰਗ ਕਰਦਾ ਹੈ ਉੱਪਰ ਨੂੰ ਜਾ ਰਿਹਾ ਤਾਂ ਉਹਦਾ ਪੋਟੈਂਸ਼ੀਅਲ ਵੱਧ ਰਿਹਾ ਹਨਾ। Yes, sir. ਤੇ ਜਦੋਂ ਉੱਪਰ ਨੂੰ ਜਾ ਰਿਹਾ ਤਾਂ ਗ੍ਰੈਵਿਟੀ ਦੇ ਖਿਲਾਫ ਜਾ ਰਿਹਾ ਨਾ। Yes, sir. ਜਦੋਂ ਉਹ ਬੰਦਾ ਗ੍ਰੈਵਿਟੀ ਦੇ ਖਿਲਾਫ ਜਾ ਰਿਹਾ ਤਾਂ ਉਹਦਾ ਪੋਟੈਂਸ਼ੀਅਲ ਵੱਧ ਰਿਹਾ। ਤੇ ਜਦੋਂ ਉਹ ਥੱਲੇ ਉਤਰੂਗਾ ਹੁਣ ਘਟੂਗਾ, ਗ੍ਰੈਵਿਟੀ ਦੇ ਨਾਲ ਜਾ ਰਿਹਾ। ਇਹ ਹੋ ਗਿਆ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਦੀ ਗੱਲ। ਇਸੇ ਤਰ੍ਹਾਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ 'ਚ ਜਦੋਂ ਕੋਈ ਬੰਦਾ ਜਾਂ ਕੋਈ ਆਬਜ਼ਰਵਰ A ਤੋਂ ਯਾਨੀ ਇਲੈਕਟ੍ਰਿਕ ਫੀਲਡ ਦੇ ਨਾਲ ਨਾਲ ਜਾਊਗਾ ਤਾਂ ਉਹਦਾ ਪੋਟੈਂਸ਼ੀਅਲ ਘਟੂਗਾ। ਤੇ ਜੇ ਉਹ ਇਲੈਕਟ੍ਰਿਕ ਫੀਲਡ ਦੇ ਖਿਲਾਫ ਜਾਊਗਾ ਤਾਂ ਪੋਟੈਂਸ਼ੀਅਲ ਵਧੇਗਾ। ਇਹ ਗੱਲ ਸਮਝ ਲੱਗ ਗਈ ਚੰਗੀ ਤਰ੍ਹਾਂ ਕਿ ਨਹੀਂ? Yes, sir. ਸਾਰਿਆਂ ਨੂੰ ਸਮਝ ਲੱਗ ਗਈ ਗੱਲ? Yes, sir. Yes, sir. ਆਪਾਂ ਜੋੜਦੇ ਆ ਇਹਦੇ ਵਿੱਚ ਜਿਹੜੀ ਪੋਟੈਂਸ਼ੀਅਲ ਨਾਲ ਰਿਲੇਟਡ ਇੱਕ ਹੋਰ ਚੀਜ਼ ਹੈ। एक्सक्यूज मी सर। हाँ जी बोलो सर। जैसे A पे आपने क्वेश्चन पूछा A पे ज्यादा होगा पोटेंशियल या B पे, जब आपने V मतलब उधर को E इलेक्ट्रिक फील्ड डिक्रीजिंग बताई थी जब, हाँ मतलब उधर सर तो हम उस बेस पे कह सकते थे कि क्योंकि A पे इलेक्ट्रिक फील्ड भी ज्यादा है इसलिए पोटेंशियल A पे ज्यादा होगा ऐसा? नहीं उस बेस पे नहीं मैं कह रहा। यहाँ पे हम किसी और हम असल में पता है क्या यहाँ पर वो चीज ना एक आपको अलग डायरेक्शन में ले जाती है। इसीलिए मैंने आपको कहा कि आप सिर्फ ये देखो इलेक्ट्रिक फील्ड की डायरेक्शन किस तरफ है। ये समझो कि आप इलेक्ट्रिक फील्ड की दिशा में ही जा रहे हो तो आपका पोटेंशियल कम होएगा हमेशा।
उसके खिलाफ जाओगे तो पोटेंशियल बढ़ेगी। Yes. जैसे आप अपनी Excuse me, छत पर जाते हो तो आप ग्रेविटी के खिलाफ काम करते हो ना, Yes, sir. तो आपका पोटेंशियल बढ़ता है ना। Yes. पर अगर आप छत से छलांग मार दो तो आप ग्रेविटी के साथ साथ नीचे आ रहे हो ना, Yes, sir. तो आपका पोटेंशियल कम हो रहा है ना। Yes. तो जब आप किसी भी इस तरह कंजर्वेटिव फोर्स के खिलाफ काम करते हो तो पोटेंशियल एनर्जी बढ़ती ही बढ़ती है। Yes, sir. जैसे अगर मैं स्प्रिंग को खींच रहा हूं और उसका रिस्टोरिंग फोर्स में पैदा हो गया, मैं उसके रिस्टोरिंग फोर्स के खिलाफ खींचता हूं उसको, तो स्प्रिंग की एनर्जी बढ़ती है ना, हाफ के एक्स के। Yes, sir. और अगर मैं उसको स्प्रिंग जिधर को वापस उसे खींच रहा है उसको छोड़ रहा हूं धीरे धीरे और स्प्रिंग अपनी असली लेंथ में वापस आ रहा है, तो पोटेंशियल एनर्जी कम हो रही है ना। Yes, sir. तो इस बात को, सिंपल सी बात को समझ लो कि जब भी कोई कंजर्वेटिव फोर्स है, ये मैं अब यहाँ पर एक जनरल बात कर रहा हूं, ये कंजर्वेटिव फोर्स है मान लो, इस दिशा में लग रहा है, या कंजर्वेटिव फील्ड है मान लो, ठीक है। Yes. जब भी आप इस फील्ड की दिशा में ही किसी बॉडी को लेकर जाओगे ए से बी तक, है ना, ऑब्जेक्ट को या ग्रेविटी में मास को, यहाँ पर चार्ज को, या आप बढ़ोगे, सॉरी ये ज्यादा अच्छी बात है कि अगर आप एक पॉइंट से दूसरे पॉइंट की तरफ बढ़ोगे तो आपका जो पोटेंशियल है वो हमेशा डिक्रीज होगा, और अगर आप उसके खिलाफ चलोगे तो आपका पोटेंशियल हमेशा इंक्रीज हो। ये बात याद रहेगी ना, ग्रेविटी वाले केस से याद रख लो। यस सर, याद। ठीक है। एंड एक और बड़ी इंपॉर्टेंट गल है, भी सारे समझाने लगा मैं, ਇਹਦੇ ਨਾਲ रिलेटेड ही। कोई कुछ पूछ रहा पहला ਤਾਂ पूछ लो। सर ਤੁਸੀਂ ਜਿਹੜਾ ਆਰ ਲਿਖਿਆ ਪਿਛਲੇ ਪੇਜ ਤੇ, ਸਰ ਉਹ ਕਿਊ ਤੋਂ ਏ ਤੱਕ ਦਾ ਡਿਸਟੈਂਸ ਹੈ। ਠੀਕ ਹੈ ਸਰ। अच्छा जिवें हुण मैं देखो ना एक गल तुहानूं होर समझाना, बड़े आराम नाल समझो, तुहानूं सब गल्लां समझ आउणगीਆਂ। ਤੁਸੀਂ ਮੈਨੂੰ बस सिंपल जी गल दसो, ਤੁਸੀਂ ਦੱਸੋ पानी ਜਿਹੜਾ ਹੁੰਦਾ ਹੈ ਜ਼ਿਆਦਾ ਹਾਈਟ ਤੋਂ ਘੱਟ ਹਾਈਟ ਵੱਲ ਵੱਧਦਾ ਹੈ ਕਿ ਘੱਟ ਹਾਈਟ ਤੋਂ ਜ਼ਿਆਦਾ ਹਾਈਟ ਵੱਲ ਆਪਣੇ ਆਪ ਜਾਂਦਾ ਹੈ? ਜ਼ਿਆਦਾ ਹਾਈਟ ਤੋਂ ਘੱਟ। ਇਹਦਾ ਮਤਲਬ ਪਾਣੀ ਹਾਇਰ ਪੋਟੈਂਸ਼ੀਅਲ, ਹਾਇਰ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਤੋਂ ਲੋਅਰ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਵਾਲੇ ਪਾਸੇ ਵੱਧਦਾ ਹੈ ਆਪਣੇ ਆਪ। ਸਪੌਂਟੇਨੀਅਸ ਪ੍ਰੋਸੈਸ ਇਹੀ ਹੈ। यस सर। ਜੇ ਤੁਸੀਂ ਲੋਅਰ ਤੋਂ ਉੱਪਰ ਲੈ ਕੇ ਜਾਣਾ ਤਾਂ ਤੁਹਾਨੂੰ ਹੈ ਨਾ, ਕਿਉਂਕਿ ਤੁਸੀਂ ਉਹਦਾ ਪੋਟੈਂਸ਼ੀਅਲ ਵਧਾਉਣਾ ਆ ਤਾਂ ਤੁਹਾਨੂੰ ਖੇਚਲ ਕਰਨੀ ਪਏਗੀ ਉਹਦੇ ਗ੍ਰੈਵਿਟੀ ਦੇ ਅਗੇਂਸਟ। ਹੁਣ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ, ਮੈਂ ਇੱਕ ਪੋਟੈਂਸ਼ੀਅਲ ਨਾਲ ਰਿਲੇਟਡ ਹੋਰ ਗੱਲ ਕਰਨ ਲੱਗਾ ਹਾਂ। ਦੇਖੋ ਆਪਾਂ ਜਦੋਂ ਵੀ ਕੋਈ ਚੀਜ਼ ਟੈਸਟ ਕਰਨੇ ਆ, ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨਾਲ ਕਰਦੇ ਆ ਨਾ, ਟੈਸਟ ਚਾਰਜ ਨਾਲ। ਪੋਜ਼ਿਟਿਵ ਚਾਰਜ ਨੂੰ ਹੀ ਆਪਾਂ ਕਨਵੈਨਸ਼ਨਲੀ ਮੰਨਿਆ ਹੋਇਆ ਹਰ ਚੀਜ਼ ਦੀ ਟੈਸਟਿੰਗ ਕਰਨ ਦੇ ਲਈ, ਹੈ ਨਾ। ਟੈਸਟ ਪੋਜ਼ਿਟਿਵ ਤੋਂ ਕਰਾਂਗੇ। ਮੰਨ ਲਓ ਇੱਕ ਸੋਰਸ ਚਾਰਜ ਤੁਹਾਡਾ ਇੱਥੇ Q ਪਿਆ ਆ ਤੇ Q ਪੋਜ਼ਿਟਿਵ ਸੋਰਸ ਚਾਰਜ ਪਿਆ, ਠੀਕ ਹੈ। ਤੇ ਆਹ ਪੁਆਇੰਟ A ਹੈ ਤੇ ਆਹ ਪੁਆਇੰਟ B ਹੈ। ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੱਸ ਦਿਓ ਇੱਕ ਵਾਰ, ਫਿਰ ਕੀ ਹੈ? A ਤੋਂ B ਕਿ B ਤੋਂ A? A ਤੋਂ B। ਆਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੈ। ਤੇ ਤੁਸੀਂ ਦੇਖੋ ਕਿ ਪੋਟੈਂਸ਼ੀਅਲ ਜਿਹੜਾ ਆ ਉਹ A ਤੇ ਜ਼ਿਆਦਾ ਹੈ ਕਿ B ਤੇ ਜ਼ਿਆਦਾ ਹੈ? A ਤੇ। ਪੋਟੈਂਸ਼ੀਅਲ A ਤੇ ਪੋਟੈਂਸ਼ੀਅਲ B ਨਾਲੋਂ ਜ਼ਿਆਦਾ ਆ। ਇਸੇ ਲਈ ਜੇ ਮੈਂ ਕਿਸੇ ਚਾਰਜ ਨੂੰ ਲਿਆ ਕੇ A ਤੇ B ਵਿਚਕਾਰ ਰਸਤੇ ਵਿੱਚ ਕਿਤੇ ਛੱਡ ਦਵਾਂ ਇੱਥੇ, ਤਾਂ ਇਹ ਚਾਰਜ ਕਿੱਧਰ ਨੂੰ ਭੱਜੇਗਾ? A ਤੋਂ B ਵਾਲੇ ਪਾਸੇ ਕਿ B ਤੋਂ A ਵਾਲੇ ਪਾਸੇ? ਫਿਰ A to B। A ਤੋਂ B। ਯਾਨੀ ਇਹ ਚਾਰਜ ਹਾਇਰ ਪੋਟੈਂਸ਼ੀਅਲ ਤੋਂ ਲੋਅਰ ਪੋਟੈਂਸ਼ੀਅਲ ਵਾਲੇ ਜਾ ਰਿਹਾ, ਜਿਵੇਂ ਨਾਰਮਲੀ ਪਾਣੀ ਜਾਂਦਾ ਹੈ। ਯਸ ਸਰ। ਪਰ ਜੇ ਕੋਈ ਬੰਦਾ ਕਹੇ ਨਹੀਂ ਨਹੀਂ ਮੈਂ ਤਾਂ ਇਦਾਂ ਦੇਖਣੇ ਨਹੀਂ ਚਾਹੁੰਦਾ, ਮੈਂ ਪੋਟੈਂਸ਼ੀਅਲ ਨਹੀਂ ਪੜਿਆ, ਨਾ ਮੈਂ ਪੜਨਾ ਚਾਹਨਾ ਹੈ, ਮੈਂ ਤਾਂ ਇਲੈਕਟ੍ਰਿਕ ਫੀਲਡ ਤੋਂ ਸਮਝਣਾ ਹੈ, ਮੈਂ ਕਿਹਾ ਫਿਰ ਉਦਾਂ ਸਮਝ ਲੈ, ਇਲੈਕਟ੍ਰਿਕ ਫੀਲਡ ਦੇਖ ਲੈ ਕਿੱਧਰ ਨੂੰ ਆ। ਤੇ ਜੇ ਪੋਜ਼ਿਟਿਵ ਚਾਰਜ ਨੂੰ ਉੱਥੇ ਰੱਖੇਗਾ ਤਾਂ ਇਲੈਕਟ੍ਰਿਕ ਫੀਲਡ ਫੋਰਸ ਉਧਰ ਨੂੰ ਲਾਊਗਾ ਜਿੱਧਰ ਨੂੰ ਇਲੈਕਟ੍ਰਿਕ ਫੀਲਡ ਹੈ। ਗੱਲ ਤਾਂ ਦੋਨੋਂ ਪਾਸੇ ਸੈੱਟ ਬੈਠ ਗਈ ਕਿ ਨਹੀਂ? ਯੈਸ ਸਰ। ਪੋਜ਼ਿਟਿਵ ਚਾਰਜ ਜਿਹੜਾ ਉਹ ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਜਾਂਦਾ ਹੈ ਹਮੇਸ਼ਾ। ਹੁਣ ਬੜੀ ਇੰਪੋਰਟੈਂਟ ਗੱਲ ਕਰਨ ਲੱਗਿਆ ਇੱਕ ਹੋਰ, ਧਿਆਨ ਨਾਲ ਜਵਾਬ ਦਿਓ ਸੋਚ ਕੇ। ਆ ਹੋ ਗਿਆ ਪਹਿਲਾ ਕੇਸ। ਦੂਜਾ ਕੇਸ ਇਹ ਹੈ ਕਿ ਮੰਨ ਲਓ ਸੋਰਸ ਚਾਰਜ ਮੇਰਾ ਪੋਜ਼ਿਟਿਵ ਹੋਣ ਦੀ ਬਜਾਏ ਨੈਗੇਟਿਵ ਹੈ। ਆ ਪੁਆਇੰਟ A ਹੈ ਤੇ ਆ ਪੁਆਇੰਟ B ਹੈ। ਇਲੈਕਟ੍ਰਿਕ ਫੀਲਡ ਦੱਸੋ ਕਿੱਧਰ ਨੂੰ ਆਏਗਾ? B2। ਹੁਣ ਮੈਨੂੰ ਇਹ ਦੱਸੋ ਪੋਟੈਂਸ਼ੀਅਲ A ਤੇ ਜ਼ਿਆਦਾ ਹੋਏਗਾ ਕਿ B ਤੇ ਜ਼ਿਆਦਾ ਹੋਏਗਾ? ਹੁਣ ਦੇਖਦੇ A ਤੇ ਹੀ ਜ਼ਿਆਦਾ ਹੋਏਗਾ, ਬਟ ਸਰ 네ਗੇਟਿਵ ਹੋਏਗਾ। ਨਹੀਂ ਫਿਰ 네ਗੇਟਿਵ ਹੋਏਗਾ ਤਾਂ ਜ਼ਿਆਦਾ ਨਹੀਂ ਨਾ। ਆਪਾਂ ਜਦੋਂ ਸਕੇਲਰ ਕੁਆਂਟੀਟੀਜ਼ ਕੰਮ ਕਰਦੇ ਆ, -4 ਤੇ -2 ਦੇ ਵਿੱਚੋਂ ਜ਼ਿਆਦਾ ਕੌਣ ਹੋਏਗਾ? -2 ਜ਼ਿਆਦਾ ਹੋਏਗਾ। B पे ज्यादा होगा पोटेंशियल। B ਤੇ ਜ਼ਿਆਦਾ ਹੋਏਗਾ ਕਿਉਂਕਿ ਨੂਮੈਰੀਕਲ ਵੈਲਿਊ ਉਹਦੀ ਜਿਹੜੀ B ਤੇ ਉਹ ਘੱਟ ਹੋਏਗੀ, ਪਰ 네ਗੇਟਿਵ ਹੋਏਗਾ B ਤੇ ਵੀ ਇੱਥੇ ਵੀ। ਮੰਨ ਲਓ ਜੇ ਇੱਥੇ -40 ਵੋਲਟ ਹੈ, ਜਸਟ ਮੈਂ ਐਗਜ਼ਾਮਪਲ ਲੈ ਰਿਹਾ, ਤੇ ਇੱਥੇ -60 ਵੋਲਟ ਹੈ, ਤਾਂ ਬੇਸਿਕਲੀ ਹਾਇਰ ਕਿੱਥੇ ਹੋਇਆ ਫਿਰ? B ਤੇ। ਹੁਣ ਵੀ ਦੇਖੋ ਤਾਂ B ਤੇ ਹਾਇਰ ਹੈ ਤੇ A ਤੇ ਲੋਅਰ ਹੈ।
ਤੇ ਪੋਜ਼ਿਟਿਵ ਟੈਸਟ ਚਾਰਜ ਜਿਹੜਾ ਆ ਉਹਨੂੰ ਚਾਹੀਦਾ ਕੀ ਹੈ ਵੀ ਉਹ ਹਾਇਰ ਟੂ ਲੋਅਰ ਆਪਣੇ ਆਪ ਜਾਵੇ, ਹਨਾ। Yes, sir. ਤੇ ਜੇ ਤੁਸੀਂ ਪੋਜ਼ਿਟਿਵ ਚਾਰਜ ਨੂੰ ਇਹਦੇ ਵਿੱਚ ਰੱਖ ਕੇ ਦੇਖੋਗੇ, ਪੋਜ਼ਿਟਿਵ ਚਾਰਜ ਨੂੰ ਪਲੱਸ Q0 ਨੂੰ, ਤਾਂ ਇਹ ਆਪਣੇ ਆਪ ਕਿੱਧਰ ਨੂੰ ਭੱਜੇਗਾ ਦੱਸੋ? B to A. B to A. B to A ਜਾਏਗਾ ਨਾ ਆਪਣੇ ਆਪ। ਵੈਸੇ ਵੀ ਆ ਨੈਗੇਟਿਵ ਨੇ, ਹੁਣ ਬੰਦਾ ਕਹੇ ਮੈਂ ਕੁਝ ਨਹੀਂ ਦੇਖ ਰਿਹਾ, ਮੈਂ ਤਾਂ ਬਸ ਆ ਦੇਖ ਰਿਹਾ, ਮੈਂ ਆ ਨੈਗੇਟਿਵ ਚਾਰਜ ਆ ਪੋਜ਼ਿਟਿਵ ਚਾਰਜ ਆ, ਇਹਨੂੰ ਅਟਰੈਕਟ ਕਰੇਗਾ। ਹਾਂ ਕਰੇਗਾ, ਬਸ ਠੀਕ ਹੈ। ਪਰ ਆਪਾਂ ਇਹਨੂੰ ਪੋਟੈਂਸ਼ੀਅਲ ਦੀ ਫਾਰਮ 'ਚ ਵੀ ਸਮਝ ਲਿਆ ਨਾ ਵੀ ਹਾਇਰ ਟੂ ਲੋਅਰ ਜਾ ਰਿਹਾ ਹਮੇਸ਼ਾ। ਇਹ ਗੱਲਾਂ ਕਲੀਅਰ ਹੋਈਆਂ ਸਭ ਨੂੰ? Yes. Yes, sir. ਇੱਕ ਤਾਂ ਆਹ ਗੱਲ ਯਾਦ ਰੱਖਣੀ, ਹਮੇਸ਼ਾ ਕਦੀ ਨਹੀਂ ਭੁੱਲਣੀ। ਹੁਣ ਇਸ ਤੋਂ ਬਾਅਦ ਆਪਾਂ ਇੱਕ ਦੋ ਗੱਲਾਂ ਹੋਰ ਐਡ ਕਰਦੇ ਹਾਂ ਇਹਦੇ ਵਿੱਚ ਹੀ, ਜਿਹੜੀ ਗੱਲ ਆਪਾਂ ਕਰ ਰਹੇ ਸੀ। ਲਿਖੋ ਅੱਗੇ, ਫਾਈਂਡਿੰਗ ਇਲੈਕਟ੍ਰਿਕ ਫੀਲਡ ਇਫ ਪੋਟੈਂਸ਼ੀਅਲ ਇਜ਼ ਨੋਨ। ਹਾਲੇ ਆਪਾਂ ਕੀ ਕਰ ਰਹੇ ਸੀ, ਆਪਾਂ ਨੂੰ ਇਲੈਕਟ੍ਰਿਕ ਫੀਲਡ ਗਿਵਨ ਸੀਗਾ ਨਾ ਪਿਛਲੇ ਸਵਾਲਾਂ 'ਚ। ਦੇਖੋ ਇੱਥੇ ਇਲੈਕਟ੍ਰਿਕ ਫੀਲਡ ਗਿਵਨ ਸੀਗਾ ਨਾ, ਤੇ ਇੱਥੇ ਵੀ ਗਿਵਨ Yes, ਸੀਗਾ, sir. ਤੇ ਇੱਥੇ ਵੀ ਗਿਵਨ ਸੀਗਾ। ਆਪਾਂ ਇਲੈਕਟ੍ਰਿਕ ਫੀਲਡ ਤੋਂ ਪਤਾ ਕਰ ਰਹੇ ਸੀ Potential. ਪੋਟੈਂਸ਼ੀਅਲ। ਹੁਣ ਕਹਿੰਦੇ ਪੁੱਠਾ ਹੋਵੇ ਜੇ, ਉਹ ਕਹਿੰਦੇ ਫਾਈਂਡਿੰਗ ਇਲੈਕਟ੍ਰਿਕ ਫੀਲਡ ਇਫ ਪੋਟੈਂਸ਼ੀਅਲ ਇਜ਼ ਨੋਨ। ਉਹ ਕਹਿੰਦੇ ਪੋਟੈਂਸ਼ੀਅਲ ਦਾ ਪਤਾ ਹੈ ਸਾਨੂੰ, ਤੁਸੀਂ ਇਲੈਕਟ੍ਰਿਕ ਫੀਲਡ ਦੱਸੋ ਕਿੰਨਾ ਆ ਕਿਸੇ ਪੁਆਇੰਟ ਤੇ। ਹੁਣ ਆ ਇਸੇ ਚੀਜ਼ ਤੋਂ ਨਿਕਲ ਕੇ ਆਊਗਾ, ਕੁਝ ਨਹੀਂ ਹੈਗਾ। ਜਿਵੇਂ ਤੁਸੀਂ ਦੇਖੋ, ਜਿਵੇਂ ਵੈਲੋਸਿਟੀ ਹੁੰਦੀ ਹੈ, ਤੁਸੀਂ ਪੜ੍ਹਦੇ ਹੋ, ਵੈਲੋਸਿਟੀ ਦਾ ਡੈਰੀਵੇਟਿਵ ਕਰਦੇ ਹੋ ਤਾਂ ਤੁਹਾਨੂੰ ਕੀ ਮਿਲਦਾ ਹੈ? Acceleration. ਐਕਸੈਲਰੇਸ਼ਨ ਦਾ ਇੰਟੀਗਰਲ ਕਰਦੇ ਹੋ ਤਾਂ ਤੁਹਾਨੂੰ ਕੀ ਮਿਲਦਾ ਹੈ? ਹਾਂ Velocity. ADT। ਸੋ ਬਿਲਕੁਲ ਇਸੇ ਤਰ੍ਹਾਂ ਹੀ ਆਪਾਂ ਇੱਥੇ ਵੀ ਕੰਮ ਕਰਦੇ ਹਾਂ ਕਿ ਜੇ ਆਪਾਂ ਦੇਖਿਆ ਧਿਆਨ ਨਾਲ ਇਹਨੂੰ ਰਿਜ਼ਲਟ ਨੂੰ ਦੇਖੀਏ ਤਾਂ ਕੀ ਹੈਗਾ, ਇਹ dv ਹੈਗਾ ਆ ਮਾਈਨਸ E ਡਾਟ dr। ਜੇ ਤੁਹਾਨੂੰ ਇਲੈਕਟ੍ਰਿਕ ਫੀਲਡ ਗਿਵਨ ਹੋਵੇ ਤੇ ਪੋਟੈਂਸ਼ੀਅਲ ਪਤਾ ਕਰਨਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ? ਇੰਟੀਗਰਲ ਕਰਦੇ ਹੋ ਨਾ। Yes, sir. ਪਰ ਜੇ ਇਲੈਕਟ੍ਰਿਕ ਫੀਲਡ ਦੇਖਿਆ ਜਾਵੇ ਤਾਂ ਇੱਥੋਂ ਮਾਈਨਸ dv ਬਾਈ dr ਨਹੀਂ ਆ ਰਹੀ ਜੇ ਆਪਾਂ ਇੱਕ ਵਾਰ ਥੀਟਾ ਨੂੰ 0 ਮੰਨ ਲਈਏ ਤਾਂ? Yes, sir. Yes, sir. ਤਾਂ ਜੇ ਪੋਟੈਂਸ਼ੀਅਲ ਗਿਵਨ ਹੋਊਗਾ ਤਾਂ ਆਪਾਂ ਉਹਦਾ ਕੀ ਕਰਾਂਗੇ? ਡੈਰੀਵੇਟਿਵ ਕਰ ਦਾਂਗੇ, ਨੈਗੇਟਿਵ ਕਰ ਦਾਂਗੇ, ਤਾਂ ਆਪਾਂ ਨੂੰ ਕੀ ਮਿਲੂਗਾ? ਇਲੈਕਟ੍ਰਿਕ ਫੀਲਡ। ਇਹ ਗੱਲ ਤੁਹਾਨੂੰ ਸਮਝ ਲੱਗੀ ਕਿ ਨਹੀਂ ਦੱਸੋ? Yes, sir. Yes, sir. ਹੁਣ ਮੈਂ ਇਸ ਗੱਲ ਨੂੰ ਜਨਰਲ ਗੱਲ ਤੇ ਅਪਲਾਈ ਕਰਕੇ ਦੇਖਦਾ ਵਾਂ x y z ਦੇ ਉੱਪਰ ਜੇ ਕਰਨਾ ਹੋਵੇ। ਕਹਿਣ ਦਾ ਭਾਵ ਹੈ ਇਨ ਜਨਰਲ ਮੰਨ ਲਓ ਕਿ ਇੱਥੋਂ ਤੁਸੀਂ ਆ ਇੱਕ ਪੁਆਇੰਟ ਤੋਂ ਆ ਪੁਆਇੰਟ ਤੱਕ ਗਏ, ਆ ਤੁਹਾਡੀ ਸਮਾਲ ਡਿਸਪਲੇਸਮੈਂਟ ਆ। ਦੇਖੋ ਇਹ ਬਹੁਤ ਛੋਟੀ ਆ, ਯਾਦ ਰੱਖਿਓ ਜਦੋਂ ਮੈਂ d ਲਿਖਦਾ ਮਤਲਬ ਬਹੁਤ ਛੋਟੀ ਹੈ, ਪਰ ਤੁਹਾਨੂੰ ਸਮਝਾਉਣ ਲਈ ਇੰਨਾ ਵੱਡਾ ਬਣਾਉਣਾ ਪੈਂਦਾ ਡਾਇਗਰਾਮ। ਤੇ ਮੰਨ ਲਓ ਇਲੈਕਟ੍ਰਿਕ ਫੀਲਡ ਇਸ ਜਗ੍ਹਾ ਤੇ ਕਿਸੇ ਵੀ ਪੁਆਇੰਟ ਤੇ ਮੰਨ ਲਓ ਆ ਇਸ ਪੁਆਇੰਟ ਤੇ ਮੰਨ ਲਓ ਆ ਹੈਗਾ ਇਲੈਕਟ੍ਰਿਕ ਫੀਲਡ, ਆ ਹੈਗਾ ਇਲੈਕਟ੍ਰਿਕ ਫੀਲਡ ਇਸੇ ਪੁਆਇੰਟ ਤੇ, ਇਹ ਮੰਨ ਲਓ ਇਲੈਕਟ੍ਰਿਕ ਫੀਲਡ। ਹੁਣ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ। ਜੇ ਮੈਂ ਇੱਥੇ ਰਿਜ਼ਲਟ ਲਾਵਾਂ ਹੁਣ dv, ਅੱਛਾ dr ਤੇ e ਵਿੱਚ ਐਂਗਲ ਹੈਗਾ ਮੰਨ ਲਓ ਥੀਟਾ। ਇੱਥੇ ਰਿਜ਼ਲਟ ਲਾ ਰਿਹਾ ਮੈਂ dv ਬਰਾਬਰ ਮਾਈਨਸ e ਵੈਕਟਰ ਡਾਟ dr ਵੈਕਟਰ। ਕਲੀਅਰ ਆ ਗੱਲ? Yes, sir. ਮੈਨੂੰ ਤੁਸੀਂ ਐਂ ਦੱਸੋ ਆ ਜਿਹੜਾ dv ਹੈ ਇਹ ਕਿਹੜੇ ਕਿਹੜੇ ਦੋ ਪੁਆਇੰਟ 'ਚ ਪੋਟੈਂਸ਼ੀਅਲ ਡਿਫਰੈਂਸ ਆ? ਆ ਵਾਲਾ ਪੁਆਇੰਟ ਤੇ ਆ ਵਾਲਾ ਪੁਆਇੰਟ। ਜਿਵੇਂ ਆ ਮੰਨ ਲਓ a ਹੈ, ਆ ਮੰਨ ਲਓ b ਹੈ ਤੇ ਆ ਮੰਨ ਲਓ c ਹੈ। ਇਹ ਕਿਹੜੇ ਕਿਹੜੇ? a ਤੇ b 'ਚ ਕਿ a ਤੇ c 'ਚ ਕਿ b ਤੇ c 'ਚ? A ਤੇ B। ਹਾਂ ਬਿਲਕੁਲ a ਤੇ b 'ਚ ਹੈ ਨਾ, ਕਿਉਂਕਿ ਡਿਸਪਲੇਸਮੈਂਟ ਤਾਂ ਤੁਹਾਡੀ ਉਧਰ ਹੋਈ ਨਾ, a ਤੋਂ b ਤੇ ਗਏ ਹੋ ਤੁਸੀਂ, ਤਾਂ ਬੇਸਿਕਲੀ dv ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ a ਤੇ b 'ਚ ਹੈ। ਚਲੋ ਚੰਗੀ ਗੱਲ ਹੈ, ਤੁਹਾਨੂੰ ਇੰਨੀ ਗੱਲ ਤਾਂ ਪਤਾ ਹੈ। ਹੁਣ ਮੈਨੂੰ ਇਹ ਦੱਸੋ ਜੇ ਇਹਨੂੰ ਮੈਂ ਹੱਲ ਕਰਾਂ, ਇਹਨੂੰ ਜੇ ਇਹਦੇ ਐਂਗਲ ਨੂੰ ਵੀ ਇਨਵੋਲਵ ਕਰਾਂ ਵਿੱਚ ਤਾਂ ਕੀ ਆਏਗਾ? ਦੇਖੋ ਮਾਈਨਸ e ਆਏਗਾ, e ਦਾ ਮੈਗਨੀਟਿਊਡ, dr ਦਾ ਮੈਗਨੀਟਿਊਡ ਤੇ ਨਾਲ ਕੀ ਹੈ? cos ਆਫ ਥੀਟਾ। ਜੇ ਮੈਂ ਕਰ ਲਵਾਂ ਹੁਣ ਮਾਈਨਸ ਇੱਥੇ ਲੈ ਆਵਾਂ dv ਇੱਥੇ ਰੱਖਾਂ ਤੇ ਬਟਾ dr ਕਰ ਲਵਾਂ ਤੇ ਬਰਾਬਰ ਹੈ ਇਹ ਕੀ ਬਣ ਜਾਂਦਾ? e cos ਥੀਟਾ। ਮਤਲਬ ਇਸ ਡੈਰੀਵੇਟਿਵ ਦੇ ਨਾਲ ਤੁਹਾਨੂੰ e ਨਹੀਂ ਮਿਲਿਆ ਬਲਕਿ ਤੁਹਾਨੂੰ e ਦਾ ਕੰਪੋਨੈਂਟ ਮਿਲਿਆ ਕਿਸ ਡਾਇਰੈਕਸ਼ਨ 'ਚ? ਇਲੈਕਟ੍ਰਿਕ ਫੀਲਡ। ਨਾ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ e cos ਥੀਟਾ ਜਿਹੜਾ ਮਿਲਿਆ ਨਾ ਉਹ ਇਸ ਡਾਇਰੈਕਸ਼ਨ 'ਚ ਮਿਲਿਆ ਆਪਾਂ ਨੂੰ। dr ਦੀ ਡਾਇਰੈਕਸ਼ਨ। ਹਾਂ ਤੇ ਇਹਦੇ ਪਰਪੈਂਡੀਕੂਲਰ ਵਾਲਾ ਕੰਪੋਨੈਂਟ ਨਹੀਂ ਮਿਲਿਆ ਸਾਨੂੰ ਹਲੇ। ਸਾਨੂੰ ਸਿਰਫ ਆ ਕੰਪੋਨੈਂਟ ਮਿਲਦਾ ਆ ਨਹੀਂ ਮਿਲਿਆ ਹਨਾ। e cos ਥੀਟਾ ਮਿਲਿਆ ਨਾ ਤੁਹਾਨੂੰ, e cos ਥੀਟਾ ਉੱਪਰ ਨੂੰ ਹੋਏਗਾ, e sin ਥੀਟਾ ਇੱਧਰ ਨੂੰ ਹੋਏਗਾ ਜਾ ਵਾਲਾ। ਸਮਝ ਲੱਗੀ ਗੱਲ? Yes, sir. Yes, sir. ਕਹਿ ਸਕਦੇ ਹਾਂ ਕਿ ਇਹ ਹੈਗਾ ਵਾ ਕੰਪੋਨੈਂਟ, ਇਹਨੂੰ ਲਿਖ ਲੈਣਾ ਚਾਹੀਦਾ ਧਿਆਨ ਨਾਲ, ਕੰਪੋਨੈਂਟ ਆਫ
इलेक्ट्रिक फील्ड इन द डायरेक्शन ऑफ डी आर। Yes. दसो ये गल सबनूं समझ लगी? Yes. Yes, sir. ये बड़ी इंपॉर्टेंट चीज है कि डेरिवेटिव जेड़े डी आर दे रिस्पेक्ट कर रहे हो उस डी आर की दिशा दे विच ही इलैक्ट्रिक फील्ड का कंपोनेंट मिलता है, होर किसी पासे नहीं मिलता तुहानूं। ਇਹਦਾ मतलब ये है कि जे तुहाडा पोटेंशियल इस तरह गिवन हो कि पोटेंशियल तुहाडा एक्स वाई ते जेड तीनों ते डिपेंड करता हो, स्पेस दे विच हर जगह ते पोटेंशियल डिफाइंड होवे, मान लो इस तरह होवे, ते जे तुसी माइनस करली v बाय करली x कर दे, हुण तुसी कहना करली की आ गया, बेसिकली dv बाय dx ही है। करली का मतलब होता पार्शियल डिफरेंशिएशन, मतलब कि देखो इस वेरिएबल x भी है, y भी है, z भी है ना। ਜਦੋਂ ਤੁਸੀਂ y ਤੇ z ਨੂੰ ਕਾਂਸਟੈਂਟ ਨਾ ਬਦਲੋ, ਕਾਂਸਟੈਂਟ ਮੰਨ ਕੇ ਚੱਲੋ, ਸਿਰਫ x ਨੂੰ ਬਦਲੋ ਤਾਂ ਤੁਸੀਂ ਕਰਲੀ ਲਿਖ ਦਿੰਦੇ ਹੋ d ਦੀ ਬਜਾਏ, ਪਰ ਡੈਰੀਵੇਟਿਵ ਦੇ ਫਾਰਮੂਲੇ ਸੇਮ ਹੀ ਹੁੰਦੇ ਨੇ। ਬਾਕੀ ਮੈਂ ਦੱਸਦਾ ਹੁਣੀ ਕਰਕੇ ਮਾਈਨਸ ਕਰਲੀ v ਬਾਈ ਕਰਲੀ x ਕਰੋਗੇ, ਇਹਦੇ ਨਾਲ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਕਿਹਦੇ ਡਾਇਰੈਕਸ਼ਨ ਚ ਆਏਗਾ? x ਦੀ ਡਾਇਰੈਕਸ਼ਨ ਚ ਆਏਗਾ ਨਾ। Yes, sir. ਇਹਨੂੰ ex ਕੰਪੋਨੈਂਟ ਕਹਿ ਦਿੰਦੇ ਆ। ਤੇ ਜੇ ਮਾਈਨਸ ਕਰਲੀ v ਬਾਈ ਕਰਲੀ y ਕਰ ਦੋਗੇ ਤਾਂ ਤੁਹਾਡਾ ਇਲੈਕਟ੍ਰਿਕ ਫੀਲਡ ਆਏਗਾ y ਦੀ ਡਾਇਰੈਕਸ਼ਨ ਚ। ਤੇ माइनस करली v बाय करली z करोगे वो आएगा इलेक्ट्रिक फील्ड z दी डायरेक्शन। तो जे कोई मैंने पूछे कि हम पूरा इलेक्ट्रिक फील्ड दसो तो मैं कहूंगा जी पूरा इलेक्ट्रिक फील्ड आही वाला e x दा i कैप, e y दा j कैप, e z दा k कैप, क्योंकि इलेक्ट्रिक फील्ड वैसे भी वेक्टर क्वांटिटी है, तीनों कंपोनेंट दसने पैने हैं। पोटेंशियल दे विच स्केलर सीगा तां इको इक्वेशन नाल सर ਜਾਂਦਾ ਸੀ ਆਪਣਾ। ਇੱਥੇ ਫਿਰ ਇਹਦੀ ਵੈਲਿਊ ਪੁੱਟ ਕਰ ਦੋਗੇ माइनस करली v बाय करली x टाइम्स i कैप माइनस करली v बाय करली y टाइम्स j कैप माइनस करली v बाय करली z टाइम्स k कैप। आ कंपोनेंट वाली गल तो फिर अपनी इलैक्ट्रिक फील्ड इस तरह निकलता है। मैं तुहानूं समझाना है कि किवें कैलकुलेट करांगे आपां। जे मैनूं v गिवन होवे तो कोई कह दे फाइंड करो, देखो क्वेश्चन आ गया, वो कह रहा है इफ इन अ रीजन v इज इक्वल टू 2x square y plus 3yz square, वो कह रहे हैं फाइंड इलेक्ट्रिक फील्ड एट अ पॉइंट, क्योंकि इलेक्ट्रिक किसी पॉइंट पे पूछा जाएगा ना, एट पॉइंट 1 1 माइनस 2। सिंपल जी गल है, इन्होंने इस पॉइंट पे इलेक्ट्रिक फील्ड पूछा, पोटेंशियल गिवन है। सो सब तो पहला असीं की करांगे, सब तो पहला असीं फाइंड करांगे माइनस करली v बाय करली x, ठीक है। ते करली माइनस तो बाहर रहेगा, करली एदा विद रिस्पेक्ट टू x करोगे ना तो y ते z नु कांस्टेंट मान के चलो। जे y कांस्टेंट है तो 2y तो बाहर ही आ जाएगा पहला, है ना। यस सर। x स्क्वायर का डेरिवेटिव करोगे कल्ला तो एदा डेरिवेटिव क्या आएगा? 2। बस गल खत्म, बाकी तो कांस्टेंट ही है, y ते z सारे कांस्टेंट ही ने इस केस, तब बेसिकली खत्म। तब ਤੁਹਾਡੇ को आंसर आएगा -4xy, दैट्स इट। ਤੇ ਜੇ ਮੈਨੂੰ ਕੋਈ ਕਹਿੰਦੇ ਮਾਈਨਸ ਕਰਲੀ v ਬਾय ਕਰਲੀ y ਕਰੋ ਤਾਂ ਹੁਣ x ਕਾਂਸਟੈਂਟ ਹੈ, ਹੁਣ 2 ਵੀ ਕਾਂਸਟੈਂਟ ਹੈ ਤਾਂ 2x के बाहर रहेगा, सच y ਦਾ डेरिवेटिव क्या आएगा? 1 आएगा ना। यस। इधर भी 3 भी कांस्टेंट है, z भी कांस्टेंट है, कल्ले y ਦਾ डेरिवेटिव करना ਤੁਸੀਂ ਕੀ आएगा y ਦਾ डेरिवेटिव 1 ਤੇ बेसिकली आ जाएगा ਤੁਹਾਡੇ ਕੋਲ। अच्छा जो है माइनस साइन भी पाना सी ना, माइनस साइन तो आ जाएगा माइनस ऑफ 2x स्क्वायर प्लस 3z स्क्वायर इस तरह। फिर माइनस करली v बाय करली z करना है, दसो विद रिस्पेक्ट टू z करोगे पहले वाला कांस्टेंट ये खत्म हो जाएगा ना, पूरा 0 हो जाएगा। Yes, sir. दूसरे च 3y का कांस्टेंट है, z स्क्वायर का 2z आ जाएगा, कितना बनेगा? 6y। हाँ जी। ਹੁਣ बेसिकली देखा जाए तो ਤੁਹਾਡਾ इलैक्ट्रिक फील्ड ਜਿਹੜਾ ਆ ਵੈਕਟਰ वो बनता है माइनस करली v बाय करली x, यानी कि माइनस 4xy टाइम्स i कैप, फिर माइनस 2x स्क्वायर माइनस 3z स्क्वायर टाइम्स j कैप, और माइनस उधर ले आके कर लिया मैं, माइनस 6yz टाइम्स। हुण मैनूं कोई कह रहा है इलैक्ट्रिक फील्ड तुसीं दसना आ किहड़े पॉइंट ते एट 1 1 माइनस 2, तां की करोगे 1 1 माइनस x की वैल्यू 1 पुट करोगे, y की वैल्यू 1 पुट करोगे, बनेगा माइनस 4i कैप। इथे 1 पुट करोगे, z की जगह माइनस 2 पुट करोगे तो बन जाएगा 2 4 ते 12 माइनस 12 ते माइनस 2 माइनस 14
माइनस लिख दो, माइनस 14 टाइम्स जे कैप। इतने y की वैल्यू कितनी पुट करोगे 1 z दी -2 प्लस हो जाएगा 12 k कैप एंड दिस इज द आंसर। बस गल खत्म। ਤੁਹਾਨੂੰ ਹਮੇਸ਼ਾ ਗਿਵਨ ਹੋਏਗਾ ਤੁਹਾਨੂੰ ਨਾਲ ਦੇ ਨਾਲ ਇਲੈਕਟ੍ਰਿਕ ਫੀਲਡ ਦਾ ਅਭੀ ਕਿਸ ਪੁਆਇੰਟ ਤੇ ਫਾਈਂਡ ਕਰਨਾ ਹੈ ਇਸ ਤਰ੍ਹਾਂ ਦੇ ਕੇਸਿਸ ਵਿੱਚ। ਦੱਸੋ ਗੱਲ ਕਲੀਅਰ ਹੋਈ ਸਭ ਨੂੰ ਕਿ ਨਹੀਂ? yes yes sir ਠੀਕ ਹੈ। ਸੋ ਤੁਹਾਨੂੰ v ਗਿਵਨ ਹੋਏਗਾ ਤੇ e ਫਾਈਂਡ ਕਰਨਾ ਹੈ ਡੈਰੀਵੇਟਿਵ ਨਾਲ ਇਸ ਤਰ੍ਹਾਂ ਅਲੱਗ-ਅਲੱਗ ਕੰਪੋਨੈਂਟਸ। ਤੁਹਾਨੂੰ ਅਗਰ ਉਹ ਗਿਵਨ ਹੋਏਗਾ ਕਹਿੰਦੇ ਆ e ਗਿਵਨ ਹੋਏਗਾ ਤਾਂ v ਕਿਵੇਂ ਫਾਈਂਡ ਕਰਨਾ? v ਪੋਟੈਂਸ਼ੀਅਲ ਡਿਫਰੈਂਸ ਫਾਈਂਡ ਕਰਨਾ ਬੇਸਿਕਲੀ। ਉਹ va ਤੇ vb ਆਪਾਂ ਦੇਖਿਆ ਹੀ ਹੁਣ ਕਿਵੇਂ ਕਰਨਾ ਹੈ। ਇਹ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਆਪਾਂ ਇਹ ਕੀਤੀ ਹੈ। ਹੁਣ ਆਪਾਂ ਇੱਕ ਨਾ ਆਰਟੀਕਲ ਪਹਿਲਾਂ ਕਰ ਲੈਂਦੇ ਹਾਂ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਥੋੜਾ ਹੋਰ ਕਿ ਆਪਾਂ ਬੇਸਿਕਲੀ ਕਿਵੇਂ। ਚਲੋ ਪਹਿਲਾਂ ਇਹਨੂੰ ਇੱਕ ਹੋਰ ਚੀਜ਼ ਲਿਖ ਲਈਏ, ਸੌਰੀ ਤੁਸੀਂ ਵੀ ਲਿਖ ਲਓ ਸਾਰੇ ਜਣੇ ਕਿ ਅਗਰ ਆਪਾਂ ਇਹ ਨੋਟ ਹੈ ਸਾਰੇ ਸਮਝ ਲਓ, ਇਹ ਨੋਟ ਲਿਖ ਰਿਹਾ ਮੈਂ। पोटेंशियल डिफरेंस या पोटेंशियल डिक्रीजेस, सॉरी पोटेंशियल डिक्रीजेस as we go in direction of E। ठीक है गल? yes sir yes sir ਜਦੋਂ ਵੀ ਤੁਸੀਂ ਕੰਮ ਕਰੋਗੇ ਇੱਥੇ ਮੰਨ ਲਓ ਆ E ਦੀ ਡਾਇਰੈਕਸ਼ਨ ਹੈ, ਸੋਚ ਕੇ ਦੇਖੋ। ਇਹ ਸਭ ਨੋਟਸ ਵਿੱਚ ਤੁਸੀਂ ਐਂ ਹੀ ਲਿਖਣਾ ਸਾਰਾ ਕੁਝ, ਚੀਜ਼ਾਂ ਨੂੰ ਸਮਝਣਾ ਹੈ ਬਾਰ-ਬਾਰ ਕਿਤੇ ਕੀ ਯੂਜ਼ ਕਰਦੇ ਆ ਆਪਾਂ ਤੁਹਾਨੂੰ ਯਾਦ ਰਵੇ ਤਾਂ ਕਿ ਆਇਆ। ਇਹ ਆਪਣਾ ਇੱਥੇ ਜੇ ਰਿਜ਼ਲਟ ਲਾਵਾਂਗੇ ਆਪਾਂ dv ਬਰਾਬਰ ਹੈ -e ਡਾਟ dr। ਤੇ ਇੱਥੇ ਤੁਸੀਂ ਅੱਛਾ ਦੋ ਤਰੀਕੇ ਨਾਲ ਸਮਝੋ ਗੱਲ ਨੂੰ। ਜੇ ਤੁਸੀਂ E ਦੀ ਡਾਇਰੈਕਸ਼ਨ ਚ ਮੂਵ ਕਰਦੇ ਹੋ ਇੱਧਰ ਨੂੰ, ਜੇ ਤੁਹਾਡੀ dr ਇਸ ਤਰ੍ਹਾਂ ਹੁੰਦੀ ਹੈ, ਜਾਂ ਤੁਸੀਂ E ਤੋਂ ਕਿਸੇ ਅਕਿਊਟ ਐਂਗਲ ਤੇ ਮੂਵ ਕਰਦੇ ਹੋ ਇੱਧਰ ਨੂੰ, ਮੰਨ ਲਓ ਆ ਜਾਂ ਫਿਰ ਆ ਹੋ ਗਿਆ, ਮੰਨ ਲਓ ਇਸ ਤਰ੍ਹਾਂ ਸਮਝਾ ਦੋ। ਜੇ ਆ dr ਹੋਇਆ ਜਾਂ ਆ dr ਹੋਇਆ है ना, ਜਾਂ ਇਸ ਤਰ੍ਹਾਂ ਐ dr ਹੋਇਆ ਮੰਨ ਲਓ, ਤਾਂ ਤੁਹਾਡਾ E ਡਾਟ dr ਪੋਜ਼ਿਟਿਵ ਆਏਗਾ ਕਿ ਨਹੀਂ ਦੱਸੋ? यस सर। यानी क्योंकि अक्यूट एंगल होएगा ना, yes sir तो फिर dv Yes, sir. इन पोटेंशियल डिफरेंस ਜਿਹੜਾ नेगेटिव आएगा ना पूरा, yes sir Yes, जब sir. पॉजिटिव आएगा तो dv नेगेटिव आएगा। तो dv ਦੇ 네ਗੇਟਿਵ ਹੋਣ ਦਾ ਮਤਲਬ ਕੀ ਹੁੰਦਾ ਹੈ? ਫਾਈਨਲ ਮਾਈਨਸ ਇਨੀਸ਼ੀਅਲ 네ਗੇਟਿਵ ਯਾਨੀ ਕਿ ਪੋਟੈਂਸ਼ੀਅਲ ਘਟਿਆ। decreases Decreases. ठीक है। सो आप ਇਹਨੂੰ ਹੋਰ ਬੈਟਰ ਤਰੀਕੇ ਨਾਲ ਲਿਖ ਸਕਦੇ ਨੋਟ ਨੂੰ that if we move in direction of E or at some acute angle, यानी अगर किसी acute angle पे मूव कर दे हो from E, potential will decrease। ਤੇ ਹੁਣ ਜਿਵੇਂ ਮੈਂ ਦੂਸਰੀ ਗੱਲ ਕਹਿ ਰਿਹਾ ਸੀ शुभम, यस सर। अगर मैं इधर ਨੂੰ ਜਾ ਰਿਹਾ ਹੋਵਾਂ ਤਾਂ ਕਾइंड ਆਫ ਜਾਂ ਇਧਰ ਨੂੰ ਜਾ ਰਿਹਾ ਹੋਵਾਂ ਜਾਂ ਇਧਰ ਨੂੰ ਜਾ ਰਿਹਾ ਹੋਵਾਂ ਤਾਂ E ਦੇ ਨਾਲ ਮੇਰਾ ਐਂਗਲ ਕਿੰਨਾ ਬਣੇਗਾ? सर ऑब्ट्यूज ऑब्ट्यूज है ना। E डॉट if I move opposite to E या फिर एंगल की बने ऑब्ट्यूज, then ਤੁਹਾਡਾ पोटेंशियल will increase। ਤੁਸੀਂ ਆਪ ਸੋਚ ਕੇ ਦੇਖ ਸਕਦੇ ਹੋ ਇਸ ਚੀਜ਼ ਨੂੰ ਕਿ ਜੇ ਇਧਰ ਨੂੰ ਵਧ ਰਹੇ ਹੋਗੇ ਤਾਂ ਇਲੈਕਟ੍ਰਿਕ ਫੀਲਡ ਦੇ ਖਿਲਾਫ ਤੁਸੀਂ ਤੁਹਾਡੇ ਐਕਸਟਰਨਲ ਫੋਰਸ ਨੂੰ ਵਰਕ ਡਾਊਨ ਕਰਨਾ ਪਏਗਾ ਨਾ। यस सर। ਜ਼ੋਰ ਲਗਾਉਣਾ ਪਏਗਾ ਨਾ, ਤਾਂ ਪੋਟੈਂਸ਼ੀਅਲ ਐਨਰਜੀ ਵਧੂਗੀ ਉਸ ਚੀਜ਼ 'ਚ। ਫਿਰ यस yes sir ਹੁਣ ਮੈਨੂੰ ਇੱਕ ਗੱਲ ਦੱਸ ਦਿਓ ਕਿ ਜੇ ਮੈਂ ਇਸ ਪੁਆਇੰਟ ਤੋਂ ਇਸ ਪੁਆਇੰਟ ਵੱਲ ਜਾਵਾਂ ਇੱਧਰ ਜਾਂ ਨੀਚੇ ਨੂੰ ਆਵਾਂ ਤਾਂ ਦੱਸੋ ਕੀ ਹੋਏਗਾ? 0 अगर 90 डिग्री ਤੇ ਮੈਂ ਜਾਵਾਂਗਾ ਤਾਂ ਪੋਟੈਂਸ਼ੀਅਲ ਵਿਲ ਰਿਮੇਨ ਸੇਮ। ਸੋ ਜਦੋਂ ਵੀ ਤੁਸੀਂ ਕਿਸੇ ਵੀ ਟਾਈਮ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਮੂਵ ਕਰਦੇ ਹੋ ਤਾਂ ਤੁਹਾਡਾ ਪੋਟੈਂਸ਼ੀਅਲ ਹਮੇਸ਼ਾ, ਇਸ ਲਈ ਮੈਂ ਇੱਥੇ ਕਹਿ ਰਿਹਾ ਸੀ ਜਦੋਂ x 4 ਤੇ ਪੁੱਛਿਆ ਸੀ ਨਾ, ਤੇ ਮੈਂ ਕਹਿ ਰਿਹਾ ਸੀ ਨਾ ਕਿ ਆ ਵਾਲੇ ਪੁਆਇੰਟ ਤੇ ਹੀ ਨਹੀਂ, ਕਿਉਂਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤਾਂ ਇਧਰ ਨੂੰ ਹੈ ਹਨਾ। ਤਾਂ ਇਹਦੇ ਹਰ ਪੁਆਇੰਟ ਤੇ ਜੇ ਦਿਖਿਆ ਹੈ ਤਾਂ पोटेंशियल सेम ही होएगा ना इधर ऊपर पासे।
क्योंकि इलेक्ट्रिक फील्ड परपेंडिकुलर जा रहे हो ना। यस सर। क्लियर है गल हुण सारिਆਂ ਨੂੰ? यस सर। यानी Yes, sir. ਜੇ ਮੈਂ ਕਿਸੇ ਰੀਜਨ ਦੇ Yes, sir. ਜੇ ਮੈਂ ਕਿਸੇ ਰੀਜਨ ਵਿੱਚ ਹੁਣ ਬਹੁਤ ਰਫਲੀ ਗੱਲ ਕਰਨ ਜਾ ਰਿਹਾ, ਮੈਂ ਰਫਲੀ ਨਹੀਂ ਬਲਕਿ ਹੁਣ ਤਾਂ ਜ਼ਿਆਦਾ ਰਫਲੋ ਤੋਂ ਉਲਟਾ ਜਿਹੜਾ ਸ਼ਬਦ ਹੁੰਦਾ ਉਦੋਂ ਹੋ ਗਿਆ, ਇਹ ਬਹੁਤ ਆਰਗੇਨਾਈਜ਼ਡ ਗੱਲ ਹੋ ਗਈ ਹੁਣ ਤਾਂ। ਰਫ ਤਾਂ ਪਹਿਲਾਂ ਸੀ ਕਿ ਆਹ ਇਲੈਕਟ੍ਰਿਕ ਫੀਲਡ ਹੈਗਾ ਤੇ ਮੈਂ ਬਿਨਾਂ ਕੈਲਕੂਲੇਟ ਕੀਤੇ ਮੈਂ ਦੱਸ ਸਕਦਾ ਵਾਂ, ਬਿਨਾਂ ਕੈਲਕੂਲੇਟ ਕੀਤੇ ਹੀ कि जे मैं इस पॉइंट तो इस पॉइंट तक गया तो पोटेंशियल सेम रहेगा। यानी कि अगर एदा 2 वोल्ट है तो एदा भी 2 वोल्ट। 2 volt. यस सर। Yes. अगर मैं इस पॉइंट तो इधर गया इस पॉइंट वाल तो 2 वोल्ट तो कट जाएगा ना, मैंने नहीं पता कितना हो रहेगा, मैं सीधे लिख रहा हूं लेस देन 2 वोल्ट। ते जे मैं इधर गया तो कट जाएगा, फिर लेस देन 2 वोल्ट होगा, पता नहीं होने राज आपस की होगा, बाद देखेंगे। इधर नु गया तो कटेगा। अच्छा हुण मैंने तुसी दसना सारे ने भी आ पॉइंट ए है, आ बी है ते आ सी है। जे मान लो मैं ए बेसिकली ऐसे ऐसे वेक्टर नु ए रोटेट किया है, मान लो इस तरह, ठीक है, तो तुम दस सकते ए बी सी विचों सब तो ज्यादा पोटेंशियल कितने होएगा? यस यस ए ते ज्यादा होएगा, फिर बी ते कट होएगा, सी ते उस तो भी कट होएगा, ठीक है गल? यस यही गल इधर नु इमेजिन कर सकते दूजे पासे हुण तुसी इधर की होएगा ग्रेटर देन 2 वोल्ट होएगा ना। Yes, sir. Yes, sir. हुण तुहानू गल्लां पता लग गईयां सारियां, तुसी हुण इन गल्लां नु समझ पा रहे हो। सर नीचे -2 होगा अगर और नीचे देखें तो? यहां से नीचे यस सर। नहीं, अगर नीचे इलेक्ट्रिक फील्ड सेम है तो 2 ही रहेगा ना, वो तो -2 क्या होगा, 2 ही रहेगा वो तो, क्योंकि इलेक्ट्रिक फील्ड के तो आप हमेशा ही परपेंडिकुलर मूव कर रहे हो ना। यस सर। पूरे प्लेन पे बात कर लो आप, ये पूरे प्लेन पे बात कर लो ना, सभी पे 2 वोल्ट ही रहने वाला है सर। फिर सी और ये जो प्लेन है इसके बीच में अगर हम एक और एरो बना दें डी, हाँ सर यहाँ पे फिर इंक्रीज करेगा, मतलब देखो ना, इस 2 से बढ़ेगा, अगर इधर को आप आओगे नहीं घटेगा 2 से। नीचे की ओर अगर आएंगे सर हम क्लॉकवाइज तो घटेगा, और नहीं अच्छा सी से इधर आएंगे हम सर यहाँ तो बढ़ेगा ना। हाँ नहीं नहीं, यहाँ पे आते हुए भी घटेगा ही ना, 2 से तो कम ही होगा ना वो। यस सर। पर ये वाले सी से ज्यादा होगा। यस सर, वही पूछ रहा। सी से ज्यादा होगा, यस बिल्कुल ठीक है, इसको और घुमा दें, मतलब यही तो बात, आप किसको किससे कंपेयर कर रहे हो, यहाँ से आप समझ सकते हो बढ़ रहा है घट रहा है। ये वाला जो पूरा प्लेन है ना, मैंने ये आपको लाइन में दिखा रहा था, पर ये प्लेन में देखो, ये पूरे प्लेन पर पोटेंशियल 2 वोल्ट ही रहने वाला है। इस प्लेन पे आप इधर से जैसे मर्जी सैर कराओ, आपको इलेक्ट्रिक फील्ड के ना खिलाफ काम करना पड़ रहा है ना उसके उसमें फेवर में, वर्क डन ही 0 रहेगा, क्योंकि इलेक्ट्रिक फील्ड हमेशा ही इधर को रहेगा फोर्स, है ना, नेगेटिव चार्ज भी होगा तो इधर को रहेगा फोर्स, तो आपका वर्क डन तो 0 आएगा ना। यस यस ये पूरी की पूरी ये इक्वी पोटेंशियल सरफेस है 2 वोल्ट वाली। ओके। और सी पे मान लो 1 वोल्ट है, जैसे एग्जांपल ले लो, तो सी से गुजरने वाले ये जो परपेंडिकुलर प्लेन होगा ना, उस पे 1 वोल्ट सभी, ये 1 वोल्ट रहेगा, सारे के सारे प्लेन पे ही 1 वोल्ट रहेगा। यस। और ऐसे इसके इधर चले जाओ तो इधर मान लो 3 वोल्ट हो गया, तो ये सारे के सारे प्लेन पे ही 3 वोल्ट रहेगा। ये बात समझ में आ रही है? यस सर। इसके परपेंडिकुलर सोचो, इन ये जो सरफेसेस मैं बना रहा हूं ना, जिनके ऊपर पोटेंशियल सेम रह रहा है, इसे बोलते हैं इक्वी पोटेंशियल सरफेस, इक्वी पोटेंशियल सरफेसेस। बात समझ में आई? यस। ये जरूरी नहीं कि कांस्टेंट इलेक्ट्रिक फील्ड में ही हो सकते हैं, ये आपके हो सकते हैं उसके केस में, पॉइंट चार्ज के केस में भी। जैसे देखो, अगर मान लो आपका पॉइंट चार्ज है +q और इससे किसी दूरी पर आपने मान लो r डिस्टेंस पर kq/r कर लिया और आपका आंसर आ गया मान लो 2 वोल्ट। ठीक है जी शुभम? यस अब सर। अगर यहाँ पे मैं इसको घुमाऊं यहाँ से और घुमा के इधर ले आऊं उतने ही डिस्टेंस पर, तो अब बताओ पोटेंशियल बढ़ेगा घटेगा शुभम? सर कम होगा। नहीं ना सर, अब सर सेम रहेगा, सेम रहेगा। सुनो, पहले वाला केस तो रहा ही नहीं, पहले इलेक्ट्रिक फील्ड भी तो आपको दिखा रहा था ना कैसे था। यस सर। अब यहाँ पर आपने इलेक्ट्रिक फील्ड को इग्नोर करके सोचना शुरू कर दिया है। यहाँ सोचो सेम रहेगा।
यहाँ पर इलेक्ट्रिक फील्ड आपका इधर से आउटवर्ड नॉर्मल होता है ना, आउटवर्ड, रेडियली आउटवर्ड, यस और इसके इस पॉइंट पर भी रेडियली आउटवर्ड ही होगा, यस इस पॉइंट पर भी रेडियली आउटवर्ड होगा, इस पॉइंट पर भी रेडियली आउटवर्ड होगा, और यहाँ पर भी रेडियली आउटवर्ड होगा। तो बेसिकली अगर आप इसको चार्ज को इसके इधर आर के थ्रू ऐसे ले भी आ रहे होगे ना, तो हर जगह पर डी आर के इलेक्ट्रिक फील्ड तो परपेंडिकुलर होगा कि नहीं, देखो। यस तो यहाँ पर वर्क डन कितना आएगा, फिर 0 आएगा ना इलेक्ट्रिक फील्ड के साथ, एक्सटर्नल फोर्स का भी इलेक्ट्रिक फील्ड का भी। तो आपका पोटेंशियल कैसे बढ़ेगा, वो तो 2 वोल्ट ही रहने वाला है। यस और इसके पहले आपको समझो कि अगर मैंने आर ही सेम रखा हुआ है तो आपको बताया के क्यू बाई आर तो सेम ही आना था वैसे भी। यस सर। तो आप वो बात को भी सोचो। ये देखो मैं आपको जो पढ़ा चुका हूँ मैं उन चीजों को रिलेट कर रहा हूँ इलेक्ट्रिक फील्ड के साथ अब। यस तो अब आप बताओ शुभम, फिर अगर यहाँ पर हो जाए उसे इतनी आर में तो कितना होगा, 2 वोल्ट। तो बेसिकली क्या बनेगा, एक इक्विपोटेंशियल। ये जो सरफेस बनेगा ये स्फीयर बनेगा कि सर्कल बनेगा, स्फीयर बनेगा ऑब्वियसली। किसी पॉइंट चार्ज के चारों तरफ ले सकते हैं ना, दो आर डिस्टेंस पर, पोटेंशियल सेम है। तो ये नहीं, ये जो स्फीयर बनेगा ये 2 वोल्ट का है मान लो। अगर आप इससे थोड़ा सा दूर सरफेस बनाते हो तो आप बताओ, आप इलेक्ट्रिक फील्ड के यहाँ से यहाँ तक जाने के लिए एक ही तरफ सोच लो, चाहे यहाँ से यहाँ सोच लो, चाहे यहाँ से यहाँ सोच लो, बताओ यहाँ से यहाँ जाते हुए आप इलेक्ट्रिक फील्ड के साथ साथ गए ना, तो पोटेंशियल कम हुआ होगा ना। ये अगर 2 वोल्ट का था तो ये पोटेंशियल सरफेस 1 वोल्ट का बन जाएगा पूरा सरफेस। इसके अंदर बनाओगे तो हो सकता है ये आपका 3 वोल्ट का बन जाए। ठीक है, क्लियर है बात? यस बोलते हैं इक्विपोटेंशियल सरफेसेस। ये आया यहाँ पे स्फीयर बने। और आप ये देखते हैं इक्विपोटेंशियल सरफेसेस हमेशा, इक्विपोटेंशियल सरफेस जो होते हैं ये हमेशा परपेंडिकुलर टू इलेक्ट्रिक फील्ड हो रहे हैं कि नहीं, हर जगह देखो। यस यस और यहाँ पर भी इलेक्ट्रिक फील्ड के परपेंडिकुलर थे ना सरफेसेस, देखो। यस सर। ये इलेक्ट्रिक फील्ड हमेशा इक्विपोटेंशियल सरफेसेस को बीच में से काट के परपेंडिकुलर निकलता है उसमें से। यस ये आपका जो रिजल्ट है, ये जो मैंने अभी बात बताई, ये इक्विपोटेंशियल सरफेसेस और इलेक्ट्रिक फील्ड लाइंस को रिलेट कर रहा है। आप जहां मर्जी आप इलेक्ट्रिक फील्ड ड्रॉ करके देख लो, यहाँ पर आपका इलेक्ट्रिक फील्ड जो होगा ना वो आपके इक्विपोटेंशियल सरफेसेस के हमेशा परपेंडिकुलर ही होगा। ठीक है बात? यस सर। सारे ਨੂੰ पता लग रही गल? हुण इस कोई डाउट होवे तां देख लो, पूछ लो। ਹੁਣ मैं ਤੁਹਾਨੂੰ एक होर बड़ी इंपॉर्टेंट गल समझाना। देखो इक्विपोटेंशियल सरफेसेस ते वैसे ਆਪਾਂ डिटेल च होर गल करांगे, फिलहाल मैं गल कर रहा था, हुणे गल्लां चों गल निकलदी है, समझा ही देना इत्थे। बड़ी इंपॉर्टेंट गल है, इस गल ते ध्यान देना चंगी तरह। आही दोनों गल्लां जिहड़ियां कीतियां हुण इन्हां बारे रिलेट करके। मान लो कि कांस्टेंट इलेक्ट्रिक फील्ड है इधर, यूनिफॉर्म इलेक्ट्रिक फील्ड, यानी इलेक्ट्रिक फील्ड दा मैग्नीट्यूड ते डायरेक्शन दोनों सेम है ना? यस सर। ਹੁਣ ਤੁਸੀਂ ਮੈਨੂੰ बस ये दसना, ਤੁਸੀਂ अपने कॉमन सेंस लगाओ ਤੇ थोड़ा सोचो, कैलकुलेशन बारे भी मुंह जबानी जवाब देना है। हिमानी जी सर। मान लो कि आ एक सरफेस है, सरफेस Yes, समझ रहे हो, ये परपेंडिकुलर फड़िया है इस तरह का, यस सर। ਇਹਦੇ ਵਿੱਚ ਇਲੈਕਟ੍ਰਿਕ ਫੀਲਡ ਨਿਕਲ ਰਿਹਾ है ना। यस सर। मान लो आ ਜਿਹੜਾ ਸਰਫੇਸ ਹੈ ਇਹ ਹੈਗਾ ਆ 10 ਵੋਲਟ ਦਾ, हाँ जी। ਤੇ ਇਸ ਤੋਂ ਮੈਂ ਇੱਕ ਪਾਰਟਿਕੂਲਰ ਡਿਸਟੈਂਸ d ਤੇ ਆਇਆ, यस सर। एक दूजा सरफेस मिलिया मैंने। ਜਿਹੜਾ दूजा सरफेस मिलिया ये सरफेस किन्ने पोटेंशियल दा होएगा, ये तो 10 तो ज्यादा कि 10 तो घट? 10 तो कट होगा। घट होएगा। तो मान लो ये घट हो के जस्ट एग्जांपल ले लो 7 वोल्ट का हो गया, ठीक है। यस सर। इस तो फिर डिस्टेंस d ही ले लेना मैं, नहीं 2d ले लेना हुण मैं। तो ਜਿਹੜਾ आ सरफेस होएगा ये किन्ने वोल्ट का होएगा, अंदाजा ला सकदी है गिवन इंफॉर्मेशन दे नाल? सर 1 वोल्ट। बिल्कुल करेक्ट। एक किवें सोचा हुण दस दे, साਰਿਆਂ ਨੂੰ पता लग जाए। सर d डिस्टेंस मूव करन नाल 3 वोल्ट कटिया था, 2d मूव करन नाल 6 वोल्ट वोल्ट कट गया। समझ लग गई साਰਿਆਂ ਨੂੰ ਗੱਲ? यस सर। क्यों क्यों ये बराबर क्यों कट रहा है डिस्टेंस ना? क्योंकि
ਇਲੈਕਟ੍ਰਿਕ ਫੀਲਡ ਯੂਨੀਫਾਰਮ ਹੈ ਨਾ। यस सर। तो जे ਇਹਦੇ ਵਿੱਚ ਮੈਂ ਇੱਥੇ ਬਣਾ ਹੀ ਦਵਾਂ ਤਾਂ ਅੰਦਰ ਵਾਲਾ 4 ਵੋਲਟ ਵਾਲਾ ਬਣਨਾ ਸੀ ਇੱਥੇ, ਤੇ ਇਸ ਤੋਂ ਅੱਗੇ ਫਿਰ ਇਹਨੇ ਇੱਥੇ ਡੀ ਡਿਸਟੈਂਸ ਤੇ ਕਿੰਨਾ ਬਣੇਗਾ ਆ ਵੀ ਦੱਸ ਦੇ ਇਮਾਨੀ। -2 वोल्ट। यस -2 वोल्ट, बिल्कुल करेक्ट। समझ लग गई साਰਿਆਂ ਨੂੰ ਗੱਲ? Yes. Yes. Yes, sir. Yes, sir. ਹੁਣ ਤੁਸੀਂ ਮੈਨੂੰ ਇਹ ਦੱਸਣਾ ਆ ਕਿ ਜੇ ਮੈਂ ਪੁਆਇੰਟ ਚਾਰਜ ਦੇ ਬਾਰੇ ਗੱਲ ਕਰਾਂ, ਪੁਆਇੰਟ ਚਾਰਜ ਦੇ ਬਾਰੇ, ਤੇ ਮੰਨ ਲਓ ਪੁਆਇੰਟ ਚਾਰਜ ਹੈ, ਇਹ ਪਲੱਸ ਕਿਊ ਹੈ, ਤੇ ਇਲੈਕਟ੍ਰਿਕ ਫੀਲਡ ਜਿਹੜੇ ਲਾਈਨਸ ਹੁੰਦੀਆਂ ਨੇ ਇਤੋਂ ਤੁਹਾਨੂੰ ਪਤਾ ਰੇਡੀਅਲੀ ਐ ਹੁੰਦੀਆਂ ਨੇ। बहुत ज्यादा है ना, मैं ਇਹਦੀ ਕੈਲਕੂਲੇਸ਼ਨ ਸੈੱਟ ਨਹੀਂ ਕਰਨ ਜਾ ਰਿਹਾ ਇਹ ਚ, ਬਸ ਤੁਹਾਨੂੰ ਇੱਕ ਗੱਲ ਸਮਝਾਉਣ ਜਾ ਰਿਹਾ ਕਿ ਜਿਵੇਂ ਇੱਥੇ ਇਕੁਈਪੋਟੈਂਸ਼ੀਅਲ ਸਰਫੇਸਿਸ ਇਕੁਅਲ ਵੋਲਟੇਜ ਦੇ ਡਿਫਰੈਂਸ ਵਾਲੇ ਇਕੁਅਲ ਡਿਸਟੈਂਸ ਤੇ ਸੀਗੇ ਨਾ ਲੈਫਟ ਸਾਈਡ ਤੇ, ਇੱਥੇ ਨਹੀਂ ਹੋਣਗੇ। ਇੱਥੇ ਜੇ ਤੁਸੀਂ ਮੰਨ ਲਓ ਆ ਇੱਕ ਲਿਆ, ਦੇਖੋ ਹੁਣ ਬਹੁਤ ਧਿਆਨ ਨਾਲ ਸਮਝੋ ਇਸ ਗੱਲ ਨੂੰ, ਜੇ ਤੁਸੀਂ ਆ ਇਕੁਈਪੋਟੈਂਸ਼ੀਅਲ ਸਰਫੇਸ ਹੋਏਗਾ ਤਾਂ ਗੱਲ ਕਲੀਅਰ ਹੈ ਕਿ ਨਹੀਂ? ਹੁਣ ਤਾਂ ਸਮਝਾਈ ਚੁੱਕਾ ਹਾਂ। यस सर। ਤੇ ਆ ਹੈਗਾ ਮੰਨ ਲਓ 10 ਵੋਲਟ ਦਾ, ਠੀਕ ਹੈ, ਤੇ ਇਹਦੇ ਉੱਪਰ ਜੇ ਮੈਂ ਵਧੂੰਗਾ ਅੱਗੇ ਨੂੰ ਤਾਂ ਅਗਲਾ ਜਿਹੜਾ ਹੋਏਗਾ ਪੋਟੈਂਸ਼ੀਅਲ ਉਹ ਕਿੰਨਾ ਹੋਏਗਾ? 10 ਤੋਂ ਵੱਧ ਕੇ 10 ਤੋਂ ਘੱਟ ਆਹੀ ਦੱਸ ਸਕਦੇ ਹੁਣੇ ਤਾਂ 10 तो कट कम होगा सर। Cut ਮੰਨ ਲਓ 9 ਵੋਲਟ ਹੋਏਗਾ। ਸੋ ਇਹ ਕਰਦੇ ਆਪਾਂ ਅੰਦਰ ਨੂੰ ਆਨੇ ਆ, ਜੇ ਆ 9 ਦਾ ਆ ਇਹ 10 ਦਾ ਆ ਤਾਂ ਜਿਹੜਾ 8 ਵਾਲਾ 11 ਵਾਲਾ ਹੋਏਗਾ ਉਹ ਇਹ ਤੋਂ ਜਿੰਨੀ ਦੂਰੀ ਤੇ ਇਹ ਹੈਗਾ ਨਾ ਉਨੀ Yes, ਦੂਰੀ sir. ਤੇ ਨਹੀਂ ਹੋਏਗਾ, ਉਸ ਤੋਂ ਘੱਟ ਦੂਰੀ ਤੇ ਹੋਏਗਾ, ਉਸ ਤੋਂ ਘੱਟ ਤੇ ਹੋਏਗਾ। ਪਤਾ ਕਿਉਂ? ਕਹਿੰਦਾ ਭਾਵੇਂ ਕਿ ਜੇ ਇਹਨਾਂ 'ਚ ਡਿਸਟੈਂਸ d ਹੈ ਨਾ, ਇਹਨਾਂ 'ਚ ਡਿਸਟੈਂਸ d ਨਹੀਂ ਹੋਏਗਾ ਹੁਣ, ਪਰ ਇਹ ਹੋਏਗਾ 9, ਇਹ 9, ਇਹ 10, ਇਹ 11, ਪਰ ਇਹ ਡਿਸਟੈਂਸ ਜਿਹੜਾ ਹੈ ਇਹ ਇਸ ਡਿਸਟੈਂਸ ਨਾਲੋਂ ਘੱਟ ਹੋਏਗਾ, ਅਗਲਾ ਉਸ ਤੋਂ ਵੀ ਘੱਟ ਹੋਏਗਾ। ਕਿਉਂ? ਕਿਉਂਕਿ ਜਿਵੇਂ ਜਿਵੇਂ ਤੁਸੀਂ ਅੰਦਰ ਨੂੰ ਜਾ ਰਹੇ ਹੋ ਇਲੈਕਟ੍ਰਿਕ ਫੀਲਡ ਸੇਮ ਨਹੀਂ ਰਹਿ ਰਿਹਾ ਜਿਵੇਂ ਇੱਥੇ ਰਹਿ ਰਿਹਾ ਸੀ। ਇਲੈਕਟ੍ਰਿਕ ਫੀਲਡ ਕੀ ਹੋਈ ਜਾ ਰਿਹਾ? ਵੱਧ ਰਿਹਾ। ਤੇ ਉੱਥੇ ਤੁਹਾਨੂੰ 2 ਮੀਟਰ ਅੰਦਰ ਆਉਣ ਲਈ ਜਿੰਨਾ ਕੰਮ ਕਰਨਾ ਪੈਂਦਾ ਸੀ, ਇੱਥੇ ਤੁਹਾਨੂੰ ਅੱਧਾ ਮੀਟਰ ਜਾਣ ਲਈ ਉਨਾ ਕੰਮ ਕਰਨਾ ਪੈਣਾ, ਪੋਟੈਂਸ਼ੀਅਲ ਡ੍ਰੌਪ ਹੋ ਜਾਣਾ ਉਹਨਾਂ, ਜਾਂ ਪੋਟੈਂਸ਼ੀਅਲ ਰਾਈਜ਼ ਹੋ ਜਾਣਾ ਉਹਨਾਂ। ਸਮਝ ਲੱਗ ਗਈ ਗੱਲ? यस सर। ਸੋ ਆ ਗੱਲ ਬੜਾ ਧਿਆਨ ਰੱਖਿਓ। ਚਲੋ ਵਧੀਆ ਡਿਸਕਸ਼ਨ ਆਏ ਵੈਸੇ ਆਪਣੀ ਅੱਜ ਦੀ, ਜੇ ਤੁਹਾਨੂੰ ਆ ਗੱਲਾਂ ਸਮਝ ਲੱਗ ਗਈਆਂ ਤਾਂ ਬਹੁਤ ਹੀ ਸੌਖੇ ਰਹੋਗੇ, ਅੱਗੇ ਗੱਲਾਂ ਕਲੀਅਰ ਹੋਣਗੀਆਂ ਤੁਹਾਨੂੰ। ਹੁਣ ਮੈਂ ਇੱਕ ਸਿੰਪਲ ਜੀ ਗੱਲ ਕਰਦਾ ਵੀ ਦੈਟ ਪੋਟੈਂਸ਼ੀਅਲ ਡਿਊ ਟੂ ਅ ਡਾਈਪੋਲ ਆਪਾਂ ਕਿਵੇਂ ਦੇਖਦੇ ਆ, ਜਿਹੜਾ ਸ਼ਾਇਦ ਤੁਹਾਨੂੰ ਉਹ ਚ ਯੂਨਿਟ ਟੈਸਟ ਚ ਵੀ ਆਇਆ ਸੀ ਨਾ। Yes. Potential due to a dipole, ਆਪਾਂ ਇਲੈਕਟ੍ਰਿਕ ਫੀਲਡ ਡਿਊ ਟੂ ਅ ਡਾਈਪੋਲ ਕੀਤਾ ਹੋਇਆ ਸੀ, ਪੋਟੈਂਸ਼ੀਅਲ ਡਿਊ ਟੂ ਅ ਡਾਈਪੋਲ ਨਹੀਂ ਕੀਤਾ ਸੀ। ਤੇ ਇਹ ਮੈਂ ਤੁਹਾਨੂੰ ਪਹਿਲਾਂ ਵੈਸੇ ਐਟ ਐਨੀ ਪੁਆਇੰਟ ਤੋਂ ਵੀ ਆਪਾਂ ਕਰ ਸਕਦੇ ਹਾਂ, ਐਟ ਐਨੀ ਪੁਆਇੰਟ ਹੀ ਸਿੱਧਾ ਰਿਜ਼ਲਟ ਕਰ ਲਈਏ, ਪਰ ਆਪਾਂ ਤੁਹਾਨੂੰ ਜਿਵੇਂ ਇਲੈਕਟ੍ਰਿਕ ਫੀਲਡ ਕਰਾਇਆ ਨਾ ਮੈਂ ਉਵੇਂ ਕਰਾ ਦਿੰਦਾ। ਇਹ ਮੈਂ ਸ਼ਾਇਦ ਤੁਹਾਨੂੰ ਦੱਸਿਆ ਵੀ ਸੀ ਨਾ ਐਟ ਐਕਸੀਅਲ ਐਂਡ ਇਕੁਆਟੋਰੀਅਲ। यस सर। 10 ਇਹ ਕਰਵਾਤਾ ਸੀ ਪਰ ਮੈਂ ਐਟ ਐਨੀ ਪੁਆਇੰਟ ਨਹੀਂ ਕਰਾਇਆ ਸੀ, ਹੈਨਾ? यस यस सर। Yes, sir. ਤੇ ਤੁਹਾਨੂੰ ਮੈਂ ਵੀ ਦੱਸਿਆ ਸੀ ਇਕੁਆਟੋਰੀਅਲ ਪੁਆਇੰਟ ਤੇ ਤਾਂ ਹਮੇਸ਼ਾ ਹੀ 0 रहेगा। ਯੈਸ। ਤੇ ਆ ਜੇ ਮੈਂ ਕਹਿ ਦਵਾਂ ਕਿ ਆ ਮੰਨ ਲਓ -q ਚਾਰਜ ਹੈ, ਇਹ +q ਚਾਰਜ ਹੈ, ਤਾਂ ਇਸ ਪੁਆਇੰਟ ਤੇ ਪੋਟੈਂਸ਼ੀਅਲ 0 ਆਏਗਾ ਨਾ? यस सर। ਇਸ ਤੇ ਵੀ ਤਾਂ 0 ਆਏਗਾ, ਫਿਰ ਇਸ ਤੇ ਵੀ ਤਾਂ 0 ਆਏਗਾ, ਇਸ ਤੇ ਵੀ ਤਾਂ 0 ਆਏਗਾ। ਇਹਨੂੰ ਸਪੇਸ ਤੋਂ ਇਸ ਪਲੇਨ ਤੋਂ ਬਾਹਰ ਕੱਢ ਕੇ ਦੇਖ ਲਓ ਤਾਂ ਬੇਸਿਕਲੀ ਆਹ ਵਾਲੇ ਪੂਰੇ ਪਲੇਨ ਦੇ ਵਿੱਚ ਹੀ ਦੇਖ ਲਓ, ਜਿਹੜਾ ਇਹਦੇ ਇਨ ਬਿਟਵੀਨ ਹਰ ਪੁਆਇੰਟ ਦਾ ਹੀ ਜਿਹੜਾ ਡਿਸਟੈਂਸ ਹੈ ਇਹ ਤੋਂ ਬਰਾਬਰ ਹੋਏਗਾ ਨਾ, ਤਾਂ ਪੋਟੈਂਸ਼ੀਅਲ ਜਿੰਨਾ ਪੋਜ਼ਿਟਿਵ ਪੋਟੈਂਸ਼ੀਅਲ ਆਏਗਾ ਉਹਨਾਂ ਨੈਗੇਟਿਵ 0 ਆਏਗਾ। ਆ 0 ਵੋਲਟ ਵਾਲਾ ਸਰਫੇਸ ਹੋ ਗਿਆ, ਹੈ ਕਿ ਨਹੀਂ? यस Yes, sir. ਪਰ ਆਪਾਂ ਇਹ ਗੱਲ ਨਹੀਂ ਕਰ ਰਹੇ, ਆਪਾਂ ਇਹਨੂੰ ਛੱਡ ਦਿੰਦੇ ਹਾਂ। ਆਪਾਂ ਗੱਲ ਕਰਦੇ ਹਾਂ ਐਟ ਐਨੀ ਪੁਆਇੰਟ ਕਿਵੇਂ ਪਤਾ ਕਰਾਂਗੇ ਆਪਾਂ ਪੋਟੈਂਸ਼ੀਅਲ। ਇੱਥੇ ਆਪਾਂ ਸਿੰਪਲ ਜੀ ਟੈਕਨੀਕ ਹੈ, ਉਹਦੇ ਲਈ ਤੁਸੀਂ ਮੰਨ ਲਓ ਆ ਡਾਈਪੋਲ ਰੱਖਿਆ, ਆ ਮੰਨ ਲਓ -q ਹੈ, ਆ ਮੰਨ ਲਓ +q ਹੈ, ਆ ਇਹਦਾ ਸੈਂਟਰ ਹੈ, ਤੇ ਸੈਂਟਰ ਦੇ ਦੋਨੇ ਪਾਸੇ ਡਿਸਟੈਂਸ ਜਿਹੜਾ L ਲੈਣੇ ਨਾ ਆਪਾਂ ਹਰ ਵਾਰ L। ਤੇ ਮੰਨ ਲਓ ਐਟ ਐਨੀ ਪੁਆਇੰਟ ਆ ਪੁਆਇੰਟ ਤੇ ਪੋਟੈਂਸ਼ੀਅਲ ਪਤਾ ਕਰਨਾ ਹੈ, ਕੋਈ ਵੈਕਟਰ ਵੁਕਟਰ ਡਰਾ ਕਰਨ ਦੀ ਲੋੜ ਨਹੀਂ, ਇਲੈਕਟ੍ਰਿਕ ਫੀਲਡ ਥੋੜੀ ਹੈ, ਪੋਟੈਂਸ਼ੀਅਲ ਪਤਾ ਕਰਨਾ ਹੈ। ਤੇ ਪੁਆਇੰਟ ਦਾ ਡਿਸਟੈਂਸ ਆਪਾਂ ਸੈਂਟਰ ਤੋਂ ਕੀ ਲੈਣੇ ਹਰ ਵਾਰ r ਲੈਣੇ ਨਾ, r ਡਿਸਟੈਂਸ ਹੈ ਮੰਨ ਲਓ r, ਇਹ r ਡਿਸਟੈਂਸ ਹੈ।
ਇਹ ਆਰ ਆਪਣਾ ਪਿਕਚਰ 'ਚ ਆਉਣਾ ਚਾਹੀਦਾ ਹੈ। ਇਹ ਐਲ ਹੈਗੇ ਨੇ ਦੋਨੋਂ, ਇਧਰਲਾ ਪਾਸੇ ਭਾਈ ਐਲ ਹੈ ਤੇ ਆ ਵੀ ਐਲ ਹੈ। ਠੀਕ ਹੈ, ਹੁਣ ਪੋਟੈਂਸ਼ੀਅਲ ਲਿਖਣ ਲਈ ਸਾਨੂੰ ਚਾਰजेस ਦਾ ਅਲੱਗ-ਅਲੱਗ ਡਿਸਟੈਂਸ ਪਤਾ ਹੋਵੇ, ਕੱਲੇ-ਕੱਲੇ ਚਾਰਜ ਕਰਕੇ ਪੋਟੈਂਸ਼ੀਅਲ ਕਰਕੇ ਐਡ ਕਰ ਦਈਏ, ਹੋਰ ਕੀ ਕਰਨਾ ਹੈ ਇਹ 'ਚ। ਹੁਣ ਉਹਦੇ ਲਈ ਆਪਾਂ ਕੀ ਕਰੀਏ, ਉਹਦੇ ਆਪਾਂ ਮੰਨ ਲੈਂਦੇ ਆ ਕਿ ਜਿਹੜਾ ਆਹ ਵਾਲੇ ਪਲੱਸ ਕਿਊ ਚਾਰਜ ਤੋਂ ਡਿਸਟੈਂਸ ਹੈਗਾ ਇਹਦਾ, ਆਹ ਵਾਲਾ, ਇਹਦਾ ਨਾਮ ਰੱਖ ਦਿੰਦੇ ਆ R1, ਇਹਦਾ ਨਾਮ ਰੱਖ ਦਿੰਦੇ ਆ R2, ਜਾਂ ਆਹ ਡਿਸਟੈਂਸ ਲੈ ਲੈਂਦੇ ਆ ਸਿੱਧੀ ਜੀ ਗੱਲ। ਇਹਦਾ ਨਾਮ ਰੱਖੋ ਪਹਿਲਾਂ ਤਾਂ ਤੁਸੀਂ A, ਮੰਨ ਲਓ A ਪੋਜੀਸ਼ਨ ਹੈ, ਆ ਮੰਨ ਲਓ B ਪੋਜੀਸ਼ਨ ਹੈ, ਤੇ ਜਿਹੜੇ ਪੁਆਇੰਟ ਤੇ ਪਤਾ ਕਰਨਾ ਹੈ ਪੋਟੈਂਸ਼ੀਅਲ ਉਹ ਮੰਨ ਲਓ P ਪੋਜੀਸ਼ਨ ਹੈ, ਤੇ ਆ ਜਿਹੜਾ ਐਂਗਲ ਹੈ ਇਹਨੂੰ ਆਪਾਂ ਉੱਥੇ ਵੀ ਥੀਟਾ ਲਿਆ ਸੀ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਪਤਾ ਕਰੇ, ਇਹਨੂੰ ਥੀਟਾ ਮੰਨ ਲਓ। ਹੁਣ ਪਤਾ ਕੀ ਕਰੋ, ਤੁਸੀਂ B ਤੋਂ ਨਾ ਇਹਦੇ ਉੱਪਰ ਪਰਪੈਂਡੀਕੂਲਰ ਡ੍ਰੌਪ ਕਰ ਦਿਓ, ਇਸ ਦੇ ਉੱਪਰ ਐ ਇਸ ਤਰ੍ਹਾਂ ਪਰਪੈਂਡੀਕੂਲਰ ਡ੍ਰੌਪ ਕਰ ਦਿਓ, ਤੇ ਆਹ ਜਿਹੜਾ ਪੁਆਇੰਟ ਹੈ ਨਾ, ਆਹ ਪੁਆਇੰਟ ਦਾ ਨਾਮ ਰੱਖ ਦਿਓ ਤੁਸੀਂ M, ਤੇ ਇਹਨੂੰ ਥੋੜਾ ਜਿਹਾ ਇੱਥੋਂ ਵਧਾ ਕੇ ਨਾ, ਇਹਨੂੰ ਲਾਈਨ ਨੂੰ ਐਕਸਟੈਂਡ ਕਰਕੇ ਇਸ ਤਰ੍ਹਾਂ ਹੀ A ਤੋਂ ਇੱਥੇ ਪਰਪੈਂਡੀਕੂਲਰ ਡ੍ਰੌਪ ਕਰ ਦਿਓ, ਇਸ ਤਰ੍ਹਾਂ ਇੱਥੇ ਪਰਪੈਂਡੀਕੂਲਰ ਡ੍ਰੌਪ ਕਰ ਦਿਓ, ਤੇ ਇਹਦਾ ਨਾਮ ਰੱਖ ਦਿਓ ਤੁਸੀਂ N। ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਜਿਹੜਾ ਆ ਤੁਹਾਡਾ BP ਹੈ, BP B ਤੋਂ ਲੈ ਕੇ P ਤੱਕ ਜਿਹੜਾ ਡਿਸਟੈਂਸ ਜਿਹੜਾ ਯੂਜ਼ ਕਰਨਾ ਆਪਾਂ, ਉਹ ਨੀਅਰਲੀ ਇਕੁਅਲ ਟੂ MP ਹੋ ਗਿਆ ਕਿ ਨਹੀਂ? ਤੇ ਜੇ ਆ ਸੈਂਟਰ ਵਾਲਾ ਪੁਆਇੰਟ ਨੂੰ O ਕਹਿ ਦਈਏ ਆਪਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ MO ਹੈ ਇਹ ਕਿਹਦੇ ਬਰਾਬਰ ਆਏਗਾ, ਇਹ L ਹੈ, ਇਹ ਥੀਟਾ ਹੈ। ਤੁਸੀਂ ਇਸ ਟ੍ਰਾਇੰਗਲ ਨੂੰ ਸੋਚੋ ਹੈ ਇਸ ਤਰ੍ਹਾਂ ਕਰਕੇ, ਆਹ ਤੁਹਾਡਾ ਹਾਈਪੋਟੇਨਿਊਜ਼ ਬਣ ਗਿਆ ਨਾ, ਇਹ L, ਤੇ ਆ ਐਂਗਲ ਹੈਗਾ ਤੁਹਾਡਾ ਥੀਟਾ, ਤੇ ਆ L ਹੈ, ਤੇ ਆ ਡਿਸਟੈਂਸ ਆ ਕਿੰਨਾ ਆ ਜਾਏਗਾ ਦੇਖੋ MO, ਇਹ ਤੁਹਾਡਾ L cos ਥੀਟਾ ਨਹੀਂ ਆ ਜਾਏਗਾ, ਦੇਖੋ ਬਿਲकुल उसी तरह ही ON भी आ रहा है, यानी कि थोड़ा OM ते ON ਜਿਹੜਾ ਆਇਆ ਉਹ ਦੋਨੋਂ ਹੀ L cos थीटा आ ਜਾਣਗੇ। ਗੱਲ ਕਲੀਅਰ ਹੋਈ? ਇੱਥੇ ਵੀ ਲਾ ਲਿਓ, ਆ L ਹੈ, ਆ ਥੀਟਾ ਤੇ ਆ ਥੀਟਾ ਹੈ, ਆ L ਹੈ ਤੇ ਆ ਥੀਟਾ ਤੇ ਆ L ਡਿਸਟੈਂਸ ਗਿਵਨ ਹੈ, ਤੇ ਇਸ L ਤੋਂ ਆ L cos थीटा ਆ ਜਾਏਗਾ ਤੁਹਾਡਾ। ਕਲੀਅਰ ਹੈ? यस सर, यस सर। ਹੁਣ ਜਿਹੜਾ BP ਹੈ ਉਹ ਨੀਅਰਲੀ MP ਹੈ, ਤੇ MP ਜਿਹੜਾ ਹੈ ਉਹ ਕਿਹਦੇ ਬਰਾਬਰ ਹੈ, O ਤੋਂ ਲੈ ਕੇ P ਤੱਕ ਡਿਸਟੈਂਸ R ਮਾਈਨਸ L cos थीटा है कि नहीं? पूरे R विचों आ वाला L cos थीटा घटा दो तो MP आ जाएगा, तो MP ਇਹਦੇ ਬਰਾਬਰ ਹੈ। ਇਸ ਤਰ੍ਹਾਂ ਜੇ ਤੁਸੀਂ ਗੱਲ ਕਰੋਗੇ AP ਦੀ, ਉਹ ਨੀਅਰਲੀ ਇਕੁਅਲ ਹੈ NP ਦੇ, ਤੇ NP ਕਿਹਦੇ ਬਰਾਬਰ ਹੈ, OP plus ON, ਯਾਨੀ ਇਹ ਆਊਗਾ R plus L cos थीटा ਦੀ। ਸਮਝ ਲੱਗੀ ਗੱਲ? यस सर। ਆ L cos थीटा ਆ ਵੀ ਹੈ, ਆ ਵੀ ਹੈ। ਇਸ ਕੇਸ 'ਚ ਤੁਸੀਂ ਕੀ ਕਰੋਗੇ, R ਦੇ ਵਿੱਚੋਂ ਇਹਨੂੰ ਮਾਈਨਸ ਕਰੋਗੇ ਤਾਂ ਆ ਦੋਨੋਂ ਬਰਾਬਰ ਆ ਜਾਣਗੇ, ਤੇ ਉਸ ਕੇਸ R ਦੇ ਵਿੱਚ ਆ ਇਹਨੂੰ ਐਡ ਕਰੋਗੇ ਤਾਂ ਆ ਦੋਨੋਂ ਬਰਾਬਰ ਆ ਜਾਣਗੇ, ਆ ਤੇ ਆ ਡਿਸਟੈਂਸ ਪੂਰਾ, ਹਨਾ। ਤੇ ਸਿੰਪਲ ਜੀ ਗੱਲ ਹੈ, ਤੁਸੀਂ ਪੋਟੈਂਸ਼ੀਅਲ ਲਿਖਣਾ ਹੈ ਅਗਰ ਐਟ P ਤਾਂ ਕੀ ਬਣੇਗਾ, ਪਹਿਲਾਂ ਆਏਗਾ ਪॉजिटिव पोटेंशियल KQ बाय पॉजिटिवली क्या आएगा, आ जाएगा R minus L cos, नेगेटिवली आएगा K इंटू माइनस Q आएगा ना, तो माइनस ही पा दो थे, चलो इतने पहला माइनस Q लिख लो, बाद पा देंगे बस। इस तो बाद तुम की करोगे, इनू एलसीएम लोगे, है ना, ये बन जाएगा R स्क्वायर माइनस L स्क्वायर cos स्क्वायर थीटा, ये बन जाएगा KQ बाहर कॉमन, ये बन जाएगा R प्लस L cos थीटा, तो आप माइनस साइन नाल ये आएगा, तो माइनस R प्लस L cos थीटा आ जाएगा, आ कटिया जाएगा, ये थोड़ा क्या आ जाएगा देखो, KQ L cos थीटा बटा R स्क्वायर माइनस L स्क्वायर cos स्क्वायर थीटा। ਤੇ ਜੇ ਤੁਸੀਂ ਪੁੱਟ ਕਰੋਗੇ ਤੇ KQ into 2L ਨੂੰ ਕੀ ਪੁੱਟ ਕਰ ਦਈਏ, P ਕਹਿ ਦਈਏ, यस सर, यस सर। K into P into cos theta divided by R square minus L square cos square theta। ਇਹ ਗੱਲ ਕਲੀਅਰ ਹੈ? यस सर। ਤੇ ਤੁਹਾਨੂੰ ਪਤਾ ਕਿ ਇਹਦੇ ਚ ਆਪਾਂ ਸਪੈਸ਼ਲ ਕੇਸ ਕੀ ਲਾਣੇ ਆ ਫਿਰ, L is less than R. L is very less than R, so you can ignore this denominator L square V square L square cos square theta, so it will be basically equal to V at P 2 sorry K P cos theta divided by R square। ठीक है जी? यस सर।
ਆ ਜਾਏਗਾ। ਇਸੇ ਚੀਜ਼ ਨੂੰ ਐਂ ਵੀ ਲਿਖਿਆ ਜਾ ਸਕਦਾ ਕਈ ਵਾਰੀ ਕਿ ਆਪਾਂ k ਨੂੰ ਲਿਖ ਦਈਏ ਇੱਥੇ p ਵੈਕਟਰ ਦਾ ਨਾ ਡਾਟ ਪ੍ਰੋਡਕਟ ਕਰ ਲਈਏ r ਵੈਕਟਰ ਦੇ ਨਾਲ ਤੇ ਨੀਚੇ r ਦਾ ਕਿਊਬ ਵੀ ਲਿਖ ਸਕਦੇ ਆ। ਕਿਵੇਂ ਲਿਖ ਲਿਆ ਇਹ ਸੋਚੋ। p डॉट r की बनेगा पी आर cos थीटा, नीचे r कटा जाएगा r स्क्वायर, फिर आ जाएगा ऊपर डॉट प्रोडक्ट पाता क्योंकि cos थीटा सीगा, पर हुण p ਦਾ ਡਾਟ k ਨਾਲ ਤਾਂ ਪਾ ਨਹੀਂ ਸਕਦੇ, k ਤਾਂ ਕਾਂਸਟੈਂਟ ਹੈ। ਆਪਾਂ r ਵੈਕਟਰ ਇੰਟਰੋਡਿਊਸ ਕੀਤਾ ਕਿਉਂਕਿ ਵੈਸੇ ਵੀ p ਵੈਕਟਰ ਦਾ ਇੱਥੇ ਜਿਹੜਾ p ਵੈਕਟਰ ਇੱਧਰ ਨੂੰ ਹੈ ਨਾ ਉਹਦਾ r ਦੇ ਨਾਲ ਹੀ ਐਂਗਲ ਲਿਆ ਹੈ ਥੀਟਾ। ਸੋ ਇਸ ਤਰ੍ਹਾਂ ਵੀ ਲਿਖ ਸਕਦੇ ਆਪਾਂ। ਆਪਾਂ ਜਨਰਲੀ ਇੰਨੀ ਤਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਪੇਪਰ ਤੁਸੀਂ ਜਿੱਥੇ ਮਰਜ਼ੀ ਛੱਡ ਸਕਦੇ ਹੋ। ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿ ਫॉर ਪੁਆਇੰਟ ਚਾਰਜ ਤੁਹਾਡਾ ਕੀ ਆਇਆ ਸੀ पोटेंशियल KQ/R ना V was inversely proportional to R and for dipole inversely proportional to R cube, R square क्यूब नहीं कहेंगे क्योंकि यहाँ ऊपर भी तो R था ना वेरिएबल, ये वाला रिजल्ट लेंगे हम। एंड इलेक्ट्रिक फील्ड की बात करो तो पॉइंट चार्ज के लिए इलेक्ट्रिक फील्ड क्या था इनवर्सली प्रोपोर्शनल टू R square एंड फॉर डाइपोल R cube R क्यूब। ठीक है yes वैसे तो मैं इसे कितना इंटरेस्टिंग चीज दिखाना देखो वैसे ही जिवें कि तुसी हुणे रिजल्ट कीता XYZ वाली फॉर्म च होएगा फिर तो काम उवें करना पेगा, नहीं तो जे R दी फॉर्म सीधा करना होवे तां जिवें E है E तुहाडा बन जांदा है KQ/R स्क्वायर ना पॉइंट चार्ज लई। yes ते जे तुसी नहीं पहला V कर लो, V तुहाडा की बन जांदा है KQ/R बनदा ना V। yes sir, ਤੇ ਜੇ ਤੁਸੀਂ ਇਹਦਾ ਡੈਰੀਵੇਟਿਵ ਕਰੋ dV/dr ਕਰ ਦੋ ਤਾਂ ਕੀ ਬਣ ਜਾਏਗਾ KQ/R ਯਾਨੀ KQ ਤੇ 1/r r ਦਾ 1/r ਦਾ ਡੈਰੀਵੇਟਿਵ ਕਿੰਨਾ -1/r ਸਕੁਅਰ ਹੁੰਦਾ ਨਾ। पावर सॉल्व करके देख लो, देखो 1/r क्या होगा r दी पावर -1 होएगी, फिर -1 बाहर आएगी r दी पावर -1 -1 -2 1/r स्क्वायर -1/r स्क्वायर आ जाएगा ना। तो ये माइनस नु इधर ले आवा माइनस dV/dr इधर हो जाएगा, इधर की बचेगा ते माइनस dV/dr की हुंदी है। देखा रिलेशन किवें है उन्हां दा आपस च। yes वही जो ਆਪਾਂ ਹੁਣੀ ਕੀਤਾ। yes इन जनरल जे लिखना होवे ਆਪਾਂ जो ਅੱਜ ਪੜਿਆ ਵਾ इन जनरल जे लिखना होवे ਮੈਨੂੰ ਪਤਾ है कि जे मैं E ਤੋਂ V ਤੱਕ ਪਹੁੰਚਣਾ ਆ ਤਾਂ ਡੈਲਟਾ V ਜੋ ਹੁੰਦਾ ਆ ਉਹ ਹੁੰਦਾ -E.dr ਠੀਕ ਹੈ ਦਾ ਇੰਟੀਗਰਲ। ਹੁਣ ਇੰਟੀਗਰਲ ਦੀ ਬਜਾਏ ਕਈ ਵਾਰ ਸਿੱਧਾ ਡਿਸਪਲੇਸਮੈਂਟ ਹੋਏਗੀ, ਕਈ ਵਾਰ ਇੰਟੀਗਰਲ ਹੋਏਗਾ, ਤੁਹਾਨੂੰ ਪਤਾ ਹੀ ਹੈ। ਤੇ ਜੇ ਤੁਸੀਂ V ਤੋਂ E ਤੱਕ ਪਹੁੰਚਣਾ ਆ ਤਾਂ ਆਪਣੇ ਕੋਲ E ਹੁੰਦਾ -dV/dr ਵੀ ਕਹਿ ਸਕਦਾ ਮੈਂ ਜਿਵੇਂ ਹੁਣੀ ਕਿਹਾ है ना, या फिर मैं इलेक्ट्रिक फील्ड के अलग-अलग कंपोनेंट पता कर सकता हूं -∆V/∆x -∆V/∆y -∆V/∆z ये सब ਤੁਹਾਨੂੰ ਮੈਂ ਦੱਸ ਚੁੱਕਿਆ ਹਾਂ। ਹੋ ਜੂਗਾ ਇਹ ਗੱਲ? yes sir ਸੋ ਆ ਬੜੀ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਆਪਾਂ ਅੱਜ ਕੀਤੀਆਂ ਨੇ E ਤੇ ਉਹਦਾ ਰਿਲੇਸ਼ਨ ਤੇ ਆਪਣਾ ਇਲੈਕਟ੍ਰਿਕ ਜਿਹੜਾ ਪੋਟੈਂਸ਼ੀਅਲ ਕੀਤਾ ਡਿਊ ਟੂ ਦਾ ਡਾਈਪੋਲ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੂੰ ਹੁਣ ਯਾਦ ਰੱਖਿਓ, ਇਹਨੂੰ ਭੁੱਲ ਨਾ ਜਾਇਓ। ਇਸ ਤੋਂ ਅਗਲਾ ਟੌਪਿਕ ਆਪਣਾ ਜਿਹੜਾ ਹੈ ਇੱਕ ਤਾਂ ਆਪਾਂ ਕਰਨੀ ਹੈ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀ ਹੁੰਦੀ ਹੈ। ਫਿਰ ਜੇ ਆਪਾਂ ਮੈਟਲ ਆਬਜੈਕਟਸ ਨੂੰ ਆਪਸ ਵਿੱਚ ਜੋੜ ਦਿੰਨੇ ਆ ਤਾਂ ਚਾਰਜ ਇੱਕ ਤੋਂ ਦੂਜੇ ਪਾਸੇ ਕਿਉਂ ਫਲੋ ਕਰਦਾ ਹੈ। ਪੋਟੈਂਸ਼ੀਅਲ ਜਿਵੇਂ ਮੈਂ ਸਮਝਾਇਆ ਨਾ ਤੁਹਾਨੂੰ ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਫਲੋ ਕਰਦਾ ਹੈ ਤੇ ਫਲੋ ਕਿੰਨਾ ਕਰੇਗਾ ਇਹ ਆਪਾਂ ਕੈਲਕੂਲੇਟ ਕਿਵੇਂ ਕਰਾਂਗੇ, ਇਹਦੇ ਉੱਪਰ ਛੋਟੀ ਜੀ ਡਿਸਕਸ਼ਨ ਹੈ। ਠੀਕ ਹੈ ਤੇ ਫਿਰ ਗਰਾਊਂਡਿੰਗ ਆਫ ਕੰਡਕਟਰ ਦਾ ਕੀ ਮਤਲਬ ਹੁੰਦਾ ਹੈ। ਮਤਲਬ ਪੋਟੈਂਸ਼ੀਅਲ ਨਾਲ ਰਿਲੇਟਡ ਆ ਚੀਜ਼ਾਂ ਨੇ। ਇਸ ਤੋਂ ਅਗਲੀਆਂ ਜੋ ਵੀ ਆ ਚੀਜ਼ਾਂ ਨੇ ਇਹ ਤੁਹਾਡੇ ਸਕੂਲ ਐਗਜ਼ਾਮ ਲਈ ਨਹੀਂ ਹੈਗੀਆਂ, ਤੁਹਾਡੇ ਸਕੂਲ ਐਗਜ਼ਾਮ ਲਈ ਨਹੀਂ ਹੈ। ਸਕੂਲ ਐਗਜ਼ਾਮ ਲਈ ਸਿਰਫ ਇੱਕ ਹੀ ਪੋਟੈਂਸ਼ੀਅਲ ਸਰਫੇਸ ਤੇ ਪੋਟੈਂਸ਼ੀਅਲ એનર્ਜੀ ਆਫ ਅ ਡਾਈਪੋਲ ਜਿਹੜਾ ਮੈਂ ਅੱਗੇ ਕਰਾ ਦੂੰਗਾ ਤੁਹਾਨੂੰ, ਇੱਕ ਛੋਟਾ ਜਿਹਾ ਆਰਟੀਕਲ ਹੈ ਉਹੀ ਹੈ ਬਸ ਸਕੂਲ ਐਗਜ਼ਾਮ ਲਈ, ਜਿਹੜਾ ਕਿ ਸ਼ਾਇਦ 15 ਮਿੰਟਾਂ 'ਚ ਹੋ ਜਾਣਾ। ਤੇ ਮੈਂ ਕੋਸ਼ਿਸ਼ ਕਰੂੰਗਾ ਪਹਿਲਾਂ ਤੁਹਾਨੂੰ ਉਹੀ ਕਰਾ ਦੇਵਾਂ, ਫਿਰ ਆ ਜਿਹੜਾ ਕੰਪੀਟੀਸ਼ਨ ਲਈ ਆਪਣੇ ਮੈਟੈਲਿਕ ਆਬਜੈਕਟਸ ਨੂੰ ਡੀਲ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਹੈ ਇਹ ਤੁਹਾਨੂੰ ਕਰਵਾ ਦੂੰਗਾ ਬਾਅਦ 'ਚ। ਸੋ ਕੱਲ ਆਪਾਂ 20 ਮਿੰਟ ਪਹਿਲਾਂ ਲਗਾਵਾਂਗੇ ਜਿਹੜਾ ਇੰਪੋਰਟੈਂਟ ਸਕੂਲ ਐਗਜ਼ਾਮ ਲਈ ਜਿਹੜਾ ਕੰਮ ਹੈਗਾ ਇਹ ਚੈਪਟਰ ਖਤਮ ਹੋ ਜਾਵੇ ਆਪਣਾ। ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀ ਪਹਿਲਾਂ ਪ੍ਰੈਕਟਿਸ ਸ਼ੀਟਸ ਹੀ ਲਵਾਂਗੇ। ਇਹ ਕੰਮ ਮੈਂ ਅਗਲੇ ਹਫਤੇ ਕਰਾ ਲੂੰਗਾ। ਚਾਹੇ ਤੁਹਾਨੂੰ ਪ੍ਰੈਕਟਿਸ ਸ਼ੀਟਸ 2 ਤੋਂ ਲੈ ਕੇ 5 ਤੱਕ। ਇੱਕ ਤਾਂ ਗੱਲ ਤੁਸੀਂ ਦੇਖੋ ਸਾਰੇ ਧਿਆਨ ਰੱਖੋ ਕਿ ਤੁਹਾਨੂੰ